ਲਓ ਜੀ ਦਿਨ ਇਹ ਜਿਹੜਾ ਵੀਕਐਂਡ ਵਾਲਾ ਹੁੰਦਾ ਇਹਦੇ 'ਤੇ ਆਪ ਜੀ ਦੇ ਨਾਲ ਗੱਲਾਂ ਬਾਤਾਂ ਅਸੀਂ ਥੋੜ੍ਹੀਆਂ ਜਿਹੀਆਂ ਆਮ ਖਬਰਾਂ ਤੋਂ ਜਿਹੜੀਆਂ ਡੇਲੀ ਚੱਲਦੀਆਂ ਨੇ ਉਹਨਾਂ ਤੋਂ ਹਟ ਕੇ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਤੁਸੀਂ ਪਸੰਦ ਵੀ ਕਰਦੇ ਹੋ ਅਤੇ ਸਾਨੂੰ ਇਹ ਵੀ ਹੁੰਦਾ ਕਿ ਵੀ ਹਫਤੇ ਦੇ ਜਿਹੜੇ 6 ਦਿਨ ਹੈ ਉਹ ਤਾਂ ਦਗੜ ਦਗੜ ਜੋ ਲੀਡਰਾਂ ਨੇ ਕਹਿ ਤਾ ਅਗਾਂਹ ਫਿਰ ਉਹਦੇ ਕਈ ਤਰ੍ਹਾਂ ਦੇ ਮਤਲਬ ਨਿਕਲਦੇ ਹੁੰਦੇ, ਉਹ ਆਪ ਜੀ ਨੂੰ ਸਮਝਾਉਣ 'ਚ ਸਮਾਂ ਲੱਗ ਜਾਂਦਾ। ਪਰ ਅੱਜ ਦਾ ਦਿਨ ਇੱਕ ਦਿਨ ਅਸੀਂ ਰੱਖ ਲਿਆ ਵੀ ਜਿਹਦੇ 'ਚ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਆਪਾਂ ਆਪਣੀਆਂ ਵੀ ਕਰ ਲਈਏ, ਵੀ ਇਹ ਨਾ ਹੋਵੇ ਸਾਰੀਆਂ ਗੱਲਾਂ ਆਪਾਂ ਲੋਕਾਂ ਦੀਆਂ ਕਰ ਕਰਕੇ ਅਤੇ ਆਪਣਾ ਜਿਹੜਾ ਚੁੱਲ੍ਹਾ ਲਿਪਣ ਵਾਲਾ ਉਹ ਰਹਿ ਹੀ ਜਾਵੇ। ਇਸ ਕਰਕੇ ਇੱਕ ਦਿਨ ਆਪਾਂ ਇਹ ਵੀ ਕੰਮ ਸ਼ੁਰੂ ਕਰ ਲਿਆ। ਨਾਲ ਆਪਣੇ ਪਰਮਵੀਰ ਬਾਠ ਹੋ ਜਾਂਦੇ ਆ। ਹੋਰ ਬਾਠ ਸਾਹਿਬ ਐਨ ਠੀਕ ਠਾਕ ਆ ਜੀ, ਮਾਹੌਲ ਵਧੀਆ, ਤੁਹਾਡੀ ਸੰਗਤ ਮਾਣੀ ਦੀ ਆ, ਰੋਜ਼ ਮਾਣੀ ਦੀ ਆ, 1 ਘੰਟਾ ਤਨ ਹੋ ਜਾਂਦੀ ਆ। ਆਹ ਤਾਂ ਵਧੀਆ, ਮਤਲਬ ਮੈਨੂੰ ਐਂ ਲੱਗਦਾ ਵੀ ਜਦੋਂ ਇਹੋ ਜਿਹੇ 5-4 ਬੰਦੇ ਮੈਨੂੰ ਹੋਰ ਮਿਲ ਗਏ ਨਾ, ਅਚਾਨਕ ਤੋਂ ਮੇਰੇ ਅੰਦਰ ਫੀਲਿੰਗ ਆਉਣ ਲੱਗ ਪੈਣੀ, ਮੈਂ ਹੱਥ ਜਿਹਾ ਐਂ ਕਰਕੇ ਕਿਆ ਕਰਨਾ, ਕੋਈ ਗੱਲ ਨਹੀਂ, ਕਿਰਪਾ ਆਉਣ ਲੱਗ ਪੈਣੀ ਹੈ। ਲਾਲ ਰੰਗ ਦੀ ਟਾਈ ਵਧੇਰੇ ਲਾਇਆ ਕਰੋ। ਨਹੀਂ ਇੱਦਾਂ ਨਹੀਂ, ਆਪਾਂ ਇੱਦਾਂ ਨਹੀਂ ਹੋਣ ਦਿੰਦੇ। ਉਹ ਹੁੰਦਾ ਨਾ ਕਿ ਬੰਦਾ ਦੱਸਣ ਜੋਗਾ ਹੋ ਜਾਂਦਾ। ਮੰਨ ਲਓ ਕਿ ਇਹ ਪ੍ਰੋਗਰਾਮ ਕਰਦਿਆਂ 1-2 ਬੰਦਿਆਂ ਨੇ ਫੋਨ ਕੀਤੇ, ਨਹੀਂ ਚੱਕਿਆ, ਅਤੇ ਬਾਅਦ ਵਿੱਚ ਉਹਨਾਂ ਨੂੰ ਦੱਸਣਾ ਵੀ ਹੁੰਦਾ ਨਾ ਕਿ ਟੌਰ ਹੀ ਮਾਰਨੀ ਹੁੰਦੀ। ਜਿੱਦਾਂ ਕਹਿੰਦੇ ਹੁੰਦੇ ਉਹ ਮੰਤਰੀ ਸਾਹਿਬ ਕੋਲ ਬੈਠੇ ਸੀ, ਉਹ ਫਲਾਨਾ ਲੀਡਰ ਸਾਹਿਬ ਕੋਲ ਅਫਸਰਾਂ ਕੋਲ ਬੈਠੇ ਸੀ, ਅਸੀਂ ਵੀ ਕਹਿੰਦਾ ਸੰਧਾਲੀਆ ਸਾਹਿਬ ਕੋਲ ਬੈਠੇ ਸੀ, ਉਹਨਾਂ ਨਾਲ ਗੱਲਬਾਤ ਚੱਲਦੀ ਸੀ ਵਿਸ਼ੇਸ਼। ਅਤੇ ਇੱਦਾਂ ਵੀ ਕਦੀ ਕਹਿੰਦਾ ਪੰਜਾਬ ਦੇ ਮੁੱਦਿਆਂ 'ਤੇ ਵਿਚਾਰ ਕਰਦੇ ਸੀ। ਉਹ ਨਹੀਂ ਹੁੰਦਾ ਕੋਈ ਲੀਡਰ ਦੂਜੇ ਦੇ ਕੰਨ 'ਚ ਫੂਕ ਮਾਰ ਕੇ ਜਦੋਂ ਤੁਸੀਂ ਗੱਲ ਕਰਦੇ ਹੁੰਦੇ ਆ ਕਿ ਆਪਣੇ ਵਿਧਾਨ ਸਭਾ ਹਲਕੇ ਦੇ ਵਿਕਾਸ ਦੇ ਲਈ ਗੂੜ ਵਿਚਾਰਾਂ ਕਰਦੇ ਹੋਏ ਆਪਾਂ ਵੀ ਇੱਦਾਂ ਹੀ ਫਿਰ ਦੇਖੋ ਰੌਲਾ ਹੀ ਪਾਉਣਾ ਆ, ਭੱਲ ਬਣਾਈ ਦੀ ਭੱਲ ਕੇ ਤੁਹਾਡੇ ਨਾਲ ਬੈਠੀ ਦਾ। ਚਲੋ ਠੀਕ ਹੈ, ਬੜਾ ਧੰਨਵਾਦ। ਅੱਛਾ WhatsApp ਵੈਸੇ ਇੱਕ ਗੱਲ ਹੈ ਵੀ ਯਾਰ, ਇੱਕ ਦਿਨ ਤਾਂ ਆਪਾਂ ਨੂੰ ਚਾਹੀਦਾ ਨਾ ਵੀ ਹੁਣ ਆਪਾਂ ਆਪਣੀ ਗੱਲ ਵੀ ਕਰ ਲਿਆ ਕਰੀਏ, ਕਿਉਂਕਿ ਸਵਾਦ ਦੇ ਬਾਲੇ ਕਹਿੰਦੇ ਵੀ ਸੇਂਕ ਨੇ ਖਾ ਲਏ ਆ, ਉਹ ਵੀ ਬਦਲਣ ਦੀ ਗੱਲ ਕਰਨੀ ਪੈਣੀ ਆ। ਅਤੇ ਪਿੱਛੇ ਜੇ ਪਤਾ ਲੱਗਾ ਵੀ ਜਿਹੜਾ ਬਾਹਰਲੇ ਬੂਹੇ 'ਚ ਪਤਾ ਨਹੀਂ ਉਹ ਬੁਰਜੀ ਇੱਕ ਪਾਸਿਓਂ ਬਹਿ ਗਈ ਅਤੇ ਫਰੜ ਆ ਗਿਆ ਅਤੇ ਹੁਣ ਉਹ ਅਰਲ ਜਿਹਾ ਲੱਗਦਾ ਨਹੀਂ, ਅਤੇ ਮਿਸਤਰੀ ਨੂੰ ਵਿਖਾਇਆ, ਉਹ ਕਹਿੰਦਾ ਵੀ ਜਾਂ ਤਾਂ ਬੁਰਜੀ ਜਿਹੜੀ ਉਹ ਢਾਹ ਕੇ ਦੁਬਾਰਾ ਕਰਨੀ ਪੈਣੀ, ਜਾਂ ਫਿਰ ਇੱਦਾਂ ਕਰੀ ਵੀ ਇੱਕ ਤਖਤਾ ਲਾ ਕੇ ਉਹਦੇ ਕਬਜੇ ਦੁਬਾਰਾ ਆਪਾਂ ਨੂੰ ਸੈੱਟ ਕਰਕੇ ਲਾਉਣੇ ਪੈਣੇ, ਫੇਰ ਬੂਹਾ ਲੱਗਿਆ ਕਰਨਾ। ਮੈਨੂੰ ਐਂ ਵੀ ਉੱਧਰ ਵੀ ਧਿਆਨ ਮਾਰਨ ਦੀ ਲੋੜ ਹੈ, ਇਹ ਨਾ ਹੋਵੇ ਸਾਰਾ ਕੁਛ ਆਪਾਂ ਲੀਡਰ ਤਾਂ ਜਿਵੇਂ ਨਚਾਈ ਜਾਂਦੇ ਬਿਆਨ ਦੇ ਦੇ ਕੇ ਉਸੇ ਪਾਸੇ ਤੁਰੇ ਰਿਹਾ ਕਰੀਏ। ਆਪਾਂ ਨੂੰ ਕੁਛ ਆਪਣਾ ਵੀ ਮੇਰਾ ਹੈਗਾ ਘਰ ਘਾਟ ਵੇਖਣਾ ਚਾਹੀਦਾ ਵੀ ਕੋਈ ਬਨੇਰਾ ਲਿਪਣ ਵਾਲਾ, ਕੋਈ ਕਿਤੇ ਕੋਈ ਸਿਉਂਕ ਲੱਗੀ ਜਾਂ ਕਿਤੇ ਕੋਈ ਪੋਚਾ ਮਾਰਨ ਵਾਲਾ ਕੁਛ ਹੈ। ਦੇਖੋ ਸੰਧਾਲੀਆ ਸਾਹਿਬ, ਤਰੀਕੇ 2 ਨੇ। ਟੱਬਰ ਬੈਠਾ ਸਾਰਾ ਪ੍ਰਾਈਮ ਏਸ਼ੀਆ TV ਦਾ, ਕੋਈ ਇਸ ਵੇਲੇ ਰੋਟੀ ਪਾਣੀ ਛਕ ਰਿਹਾ, ਕੋਈ ਬੀਬੀ ਭਾਂਡੇ ਧੋ ਰਹੀ ਹੈ, ਕੋਈ ਸੱਜਣ ਹੋ ਸਕਦਾ ਕਿ ਪੱਠੇ ਦੱਥੇ ਕਰਦਾ ਨਾਲ ਦੀ ਨਾਲ ਸੁਣ ਰਿਹਾ ਤੇ ਦੇਖ ਰਿਹਾ ਹੋਵੇ, ਕੋਈ ਗੱਡੀ ਚਲਾਉਂਦੇ ਦੇਖ ਰਿਹਾ। ਹੁਣ ਸਾਡੇ ਕੋਲੇ 2 ਢੰਗ ਤਰੀਕੇ ਨੇ। ਇੱਕ ਤਾਂ ਅਸੀਂ ਉਸ ਮਿਸਤਰੀ ਦੇ ਵਾਂਗੂ ਕੰਮ ਕਰੀਏ, ਜਿਹੜੇ ਮਿਸਤਰੀ ਦਾ ਕੰਮ ਹੈ ਕਿ ਉਹਨੇ ਠੇਕਾ ਲੈਣਾ, ਪੈਸੇ ਲੈਣੇ ਆ, ਛੱਤ ਪਾਤੀ, ਚੰਗੀ ਤਰ੍ਹਾਂ ਲਿਪ ਲੁੱਪ ਦਿੱਤੇ, ਅਤੇ ਬਾਅਦ ਵਿੱਚ ਹੱਥ ਪੈਰ ਧੋ ਕੇ ਕਹਿੰਦੇ ਚਲੋ ਜੀ ਸਾਡਾ ਕੰਮ ਹੋ ਗਿਆ, ਵਧੀਆ, ਵਧਾਈਆਂ ਤੁਹਾਨੂੰ, ਹਿਸਾਬ ਵੀ ਆਪਣਾ ਨਿਬੜ ਗਿਆ। ਮੀਂਹ ਆਏ ਤੇ ਤੁਹਾਡੀ ਛੱਤ 'ਤੇ ਪਾਣੀ ਖੜਦਾ, ਛੱਤ ਚੁੰਦੀ ਹੈ, ਪਾਣੀ ਜਾਂਦਾ ਨਹੀਂ, ਢਾਲ ਠੀਕ ਨਹੀਂ ਰੱਖ ਹੋਈ, ਸਾਡਾ ਕੋਈ ਲੈਣਾ ਦੇਣਾ ਨਹੀਂ। ਜਾਂ ਫਿਰ ਅਸੀਂ ਇਸ ਢੰਗ ਤਰੀਕੇ ਦੇ ਨਾਲ ਕੰਮ ਕਰੀਏ ਕਿ ਭਾਈ ਸਾਡਾ ਸਾਰਾ ਧਿਆਨ ਇਸ ਗੱਲ 'ਚ ਨਾ ਹੋਵੇ ਕਿ ਠੇਕੇ ਦੇ ਪੈਸੇ ਕਿੰਨੇ ਰਹਿੰਦੇ ਆ ਅਤੇ ਕਿੰਨੇ ਨਹੀਂ ਰਹਿੰਦੇ। ਸਾਡਾ ਧਿਆਨ ਇਸ ਗੱਲ ਦੇ ਵਿੱਚ ਨਾ ਹੋਵੇ ਕਿ ਮਿੰਟ ਕਿੰਨੇ ਰਹਿ ਗਏ ਪ੍ਰੋਗਰਾਮ ਦੇ। ਸਾਡਾ ਧਿਆਨ ਇਸ ਗੱਲ ਦੇ ਵਿੱਚ ਹੋਵੇ ਕਿ ਭਾਈ ਲਾਂਭਾ ਨਹੀਂ ਆਉਣਾ ਚਾਹੀਦਾ। ਆਪਣੀ ਛਾਤਾਂ ਆਉਂਦੇ ਜਾਂਦੇ ਬੰਦਾ ਕਦੇ ਬਾਜ ਮਾਰ ਕੇ ਹਾਕ ਮਾਰ ਕੇ ਚਾਹ ਦਾ ਹੀ ਕੱਪ ਪਿਲਾਉਂਦਾ, ਅਤੇ ਇਹ ਵੀ ਕਹਿੰਦਾ ਕਿ ਭਾਈ ਕੰਮ ਬੜਾ ਹਾਲੇ ਦਾ ਕੀਤਾ। ਹੁਣ ਜੇ ਤਾਂ ਅਸੀਂ ਆਹ ਪ੍ਰੋਗਰਾਮ ਕਰਕੇ ਉਹੀ ਖਬਰਾਂ ਤੁਹਾਨੂੰ ਸੁਣਾ ਕੇ ਜਿੱਦਾਂ ਸਾਰਾ ਹਫਤਾ ਸੁਣਾਉਂਦੇ ਹਾਂ, ਘਰੇ ਜਾ ਕੇ ਸਰਾਣੇ ਥੱਲੇ ਬਾਂਹ ਦੇ ਕੇ ਸੌਂ ਜਾਈਏ, ਉਹ ਚੰਗਾ। ਜਾਂ ਫਿਰ ਜਿਹੜੀ ਅਸਲੀ ਇੱਕ ਪੱਤਰਕਾਰ ਦੀ ਡਿਊਟੀ ਹੁੰਦੀ ਹੈ ਕਿ ਭਾਈ ਮਾੜਾ ਮੋਟਾ ਕੰਮ ਸਿੱਧਾ ਜਿਹੜਾ ਪੁੱਠਾ ਹੋਇਆ ਉਹਨੂੰ ਸਿੱਧਾ ਕਰਨਾ, ਕੁਝ ਮਾੜਾ ਮੋਟਾ ਸੁੱਖ ਦਾ ਸਾਹ ਆਮ ਲੋਕਾਂ ਨੂੰ ਸਾਨੂੰ ਤੁਹਾਨੂੰ ਆਵੇ, ਅਤੇ ਆਹ ਦਿਨ ਅਸੀਂ ਉਹਦੇ ਲਈ ਰਾਖਵਾਂ ਰੱਖ ਲਿਆ। ਤੁਹਾਨੂੰ ਚੰਗਾ ਲੱਗਦਾ ਹੋਇਆ ਟਿੱਪਣੀਆਂ ਕਰ ਦਿਓ, ਨਹੀਂ ਤਾਂ ਖਬਰਾਂ ਵਾਲਾ ਪੀਣ ਤਾਂ ਜਿੱਦਾਂ ਪੁਰਾਣੀ ਬੇਬੇ ਉਹਦੇ ਵਿੱਚ ਚੱਕੀ ਨਹੀਂ ਪੀਂਦੀ ਹੁੰਦੀ ਸੀ, ਦਾਣੇ ਪਾ ਪਾ ਕੇ ਆਪਾਂ ਆਟਾ ਤਾਂ ਫਿਰ ਕੱਢ ਹੀ ਦਿਆ ਕਰਨਾ, 56 ਮਿੰਟ ਨਹੀਂ ਕੱਢ ਲਈ ਦੇ ਝੱਟ। ਅੱਛਾ ਇੱਕ ਚੀਜ਼ ਹੋਰ ਆ ਬਾਠ ਸਾਹਿਬ, ਇਹ ਅੱਜ ਜਿਹੜੀ ਗੱਲ ਮੇਰੇ ਦਿਮਾਗ 'ਚ ਆਉਂਦੀ ਨਾ, ਜਿੱਦਾਂ ਤੁਸੀਂ ਹੁਣ ਵੈਸੇ ਚਲੋ ਆਪਣੀ ਕੋਈ ਪ੍ਰੀ ਪਲੈਨਿੰਗ ਤਾਂ ਹੁੰਦੀ ਨੇ, ਜਿੱਧਰ ਨੂੰ ਤੁਸੀਂ ਲੈ ਜਾਂਦੇ ਖਿੱਚ ਕੇ ਉੱਧਰ ਨੂੰ ਮੈਂ ਤੁਰ ਪੈਂਦਾ। ਮੈਨੂੰ ਇਹ ਜਾਪਦੀ ਹੈ ਗੱਲ ਕਿ ਵੀ ਜਦੋਂ ਆਪਾਂ ਗੱਲ ਕੀਤੀ ਨਾ ਵੀ ਆਪਾਂ ਨੂੰ ਦੇਖੋ ਕਿੱਥੇ ਕਿੱਥੇ ਬੈਠ ਕੇ ਪੰਜਾਬੀ ਸੁਣਦੇ ਆ। ਹੁਣ ਜੇ ਆਪਾਂ ਆਪਣੇ ਦੋਵਾਂ ਦੀ ਵੀ ਗੱਲ ਕਰ ਲਈਏ, ਤੁਸੀਂ ਇਸ ਵਕਤ ਕੈਨੇਡਾ ਬੈਠੇ ਹੋ, ਮੈਂ ਪੰਜਾਬ ਬੈਠਾ, ਆਪਣੇ ਵੀ ਸਮਿਆਂ ਦੇ ਵਿੱਚ ਫ਼ਰਕ ਹੈ। ਸਮਿਆਂ ਦੇ ਵਿੱਚ ਫ਼ਰਕ ਹੈ ਅਤੇ ਫਿਰ ਸਮੇਂ ਦੇ ਨਾਲ ਜਿਹੜੇ ਕੀਤੇ ਜਾ ਰਹੇ ਕੰਮ ਹੁੰਦੇ ਆ ਉਹਨਾਂ ਦੇ ਵਿੱਚ ਵੀ ਫ਼ਰਕ ਪੈ ਜਾਂਦਾ। ਪਰ ਜਦੋਂ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਹਾਂ, ਉਹ ਤਾਂ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ 'ਚ ਨੇ। ਹੁਣ ਜੇ ਯੂਰਪ ਦੀ ਗੱਲ ਕਰ ਲਈ, ਉੱਥੇ ਕੋਈ ਅਲੱਗ ਸਮਾਂ, ਭਾਰਤੀ ਸਮਾਂ ਕੁਝ ਹੋਰ ਹੈ, ਇੱਧਰ ਏਸ਼ੀਅਨ ਕੰਟਰੀਜ਼ ਦਾ ਸਮਾਂ ਕੁਝ ਹੋਰ ਹੈ, ਅਮਰੀਕਾ ਵਾਲੇ ਪਾਸੇ, ਕੈਨੇਡਾ ਵਾਲੇ ਪਾਸੇ ਸਮਾਂ ਹੋਰ ਹੈ, ਇੱਧਰ ਆਸਟ੍ਰੇਲੀਆ ਨਿਊਜ਼ੀਲੈਂਡ ਵਾਲੇ ਪਾਸੇ ਹੋਰ ਸਮਾਂ। ਸੋ ਆਪਣੇ ਇੱਕੋ ਹੀ ਪ੍ਰੋਗਰਾਮ ਨੂੰ ਅਲੱਗ-ਅਲੱਗ ਸਮੇਂ 'ਤੇ ਜਦੋਂ ਪੰਜਾਬੀ ਸੁਣਦੇ ਹੋਣਗੇ ਤਾਂ ਉਹਨੂੰ ਅਲੱਗ-ਅਲੱਗ ਮੌਕੇ 'ਤੇ ਅਲੱਗ-ਅਲੱਗ ਕੰਮ ਕਰਦਿਆਂ ਸੁਣਨਾ ਪੈਂਦਾ। ਪਰ ਸਵਾਲ ਇਹ ਪੈਦਾ ਹੁੰਦਾ
ਵੀ ਕਿਸ ਦਾ ਜੀ ਥੋੜ੍ਹਾ ਕਰਦਾ ਵੀ ਮੈਂ ਪੰਜਾਬ ਛੱਡ ਕੇ ਤੇ ਬਾਹਰ ਚਲੇ ਜਾਵਾਂ। ਆਪਾਂ ਨੂੰ ਇਹ ਲੱਗਦਾ ਵੀ ਯਾਰ ਇੱਥੇ ਕੁਛ ਨਹੀਂ ਬਚਿਆ, ਹੁਣ ਕੋਈ ਸਿਸਟਮ ਨਹੀਂ ਹੈਗਾ, ਆਪਾਂ ਨੂੰ ਕਿਤੇ ਨਾ ਕਿਤੇ ਹੋਰ ਤਲਾਸ਼ ਕਰਨੀ ਪੈਣੀ ਜੇ ਰੋਟੀ ਖਾਣੀ ਆ। ਤੇ ਉਹ ਜਿਹੜੇ ਪੰਜਾਬੀ ਪਲਾਇਨ ਕਰ ਗਏ ਤੇ ਜਿਸ ਦੁੱਖੋਂ ਗਏ, ਜਿਸ ਸਿਸਟਮ ਦਾ ਕਰਕੇ ਗਏ, ਮੈਂ ਕਹਿੰਦਾ ਆਪਾਂ ਉਹਦੀ ਵੀ ਇੱਕ ਤਰ੍ਹਾਂ ਗੱਲ ਕਰ ਹੀ ਨਾ ਲਈਏ ਵੀ ਇਹਦੀ ਐਸੀ ਕਿਹੜੀ ਚੂਲ ਢਿੱਲੀ ਹੈ ਜਿਹੜੀ ਆਪਣੇ ਕੋਲੋਂ ਕੱਸੀ ਨਹੀਂ ਗਈ ਅਜੇ ਤੱਕ। ਬਹੁਤ ਜ਼ਰੂਰੀ ਆ ਸੰਧਾਲੀਆ ਸਾਹਿਬ, ਜੇ ਤੁਸੀਂ ਇੱਧਰਲੇ ਪਾਸੇ ਨੂੰ ਗੱਲ ਤੋਰ ਲਈ ਆ ਨਾ, ਤਾਂ ਮੈਂ ਉੱਪਰਲੇ ਪਾਸੇ ਨਾ ਇੱਦਾਂ ਮੇਖ ਰੱਖ ਕੇ ਤੇ ਐਂ ਫੜ ਲੈਣੀ ਆ, ਤੁਸੀਂ ਬਸ ਹੌਲੀ ਹੌਲੀ ਥੋੜੀ ਮਾਰੀ ਜਾਣੀ ਆ। ਫਿਰ ਜਦੋਂ ਤੁਸੀਂ ਥੱਕ ਗਿਆ ਤੁਸੀਂ ਮੇਖ ਫੜ ਲੈਣੀ ਆ, ਪਰ ਥੋੜੀ ਫਿਰ ਮੈਂ ਇਸ ਹਿਸਾਬ ਨਾਲ ਮਾਰਨੀ ਆ, ਤੁਹਾਡੀ ਉਂਗਲੀ ਤੇ ਸੱਟ ਨਹੀਂ ਲੱਗਣ ਦੇਣੀ। ਮੇਖ ਆਪਾਂ ਸਾਰੀ ਇਹਨਾਂ 54 ਮਿੰਟਾਂ ਦੇ ਵਿੱਚ ਗੱਡ ਕੇ ਹਟਣਾ। ਚੰਗੀ ਗੱਲ ਆ ਕਿ ਆਪਾਂ ਇਸ ਮੁੱਦੇ ਦੇ ਵੱਲ ਆਈਏ। ਦੇਖੋ ਸੰਧਾਲੀਆ ਸਾਹਿਬ, ਇੱਕ ਸ਼ਬਦ ਹੁੰਦਾ ਐਡਜਸਟਮੈਂਟ, ਕਿ ਐਡਜਸਟਮੈਂਟ ਕਰਨੀ ਚਾਹੀਦੀ, ਐਡਜਸਟਮੈਂਟ ਕਰ ਲਈਦੀ ਹੁੰਦੀ ਹੈ। ਕਿਤੇ ਲੜਕੀ ਦੇ ਸਹੁਰੇ ਪਰਿਵਾਰ ਦੇ ਵਿੱਚ ਕੋਈ ਸਮੱਸਿਆ, ਧੀ ਐਡਜਸਟਮੈਂਟ ਕਰੀਦੀ ਆ, ਤੇ ਉਧਰਲੇ ਪਾਸੇ ਜੇ ਨਿੱਕਾ ਨਿਆਣਾ ਘੱਟ ਪੜਦਾ ਹੋਵੇ ਮੈਂ ਐਡਜਸਟਮੈਂਟ ਕਰਕੇ ਆਉਣਾ। ਹੋਰ ਕਿ ਜੇ ਰਜਿਸਟਰੀ ਨਾ ਹੁੰਦੀ ਹੋਵੇ, ਕਹਿਣ ਨਹੀਂ ਇਹ ਤਾਂ ਲਾਲਕੀ ਦੇ ਅੰਦਰ ਹੈ, ਬਾਹਰ ਹੈ, ਫਲਾਨ, ਐਡਜਸਟਮੈਂਟ ਕਰ ਲੈਂਦੇ ਆ, ਕੋਈ ਗੱਲ ਨਹੀਂ। ਉਹ ਜਿਹੜਾ ਐਡਜਸਟਮੈਂਟ ਵਾਲਾ ਜੁਗਾੜ ਆ ਨਾ, ਉਹ ਬੜਾ ਤੰਗ ਕਰਦਾ। ਜਦੋਂ ਪ੍ਰਵਾਸੀ ਬਾਹਰ ਵੀ ਆ ਜਾਂਦੇ ਆ, 4 ਪੈਸੇ ਵੀ ਕਮਾ ਲੈਂਦੇ ਆ ਸੰਧਾਲੀਆ ਸਾਹਿਬ, ਇਹਦੇ ਬਾਵਜੂਦ ਵੀ ਉਹਨਾਂ ਦਾ ਸਫ਼ਰ ਨਹੀਂ ਮੁੱਕਦਾ ਕਿ ਭਾਈ ਪੰਜਾਬ ਦੇ ਸਿਸਟਮ ਤੋਂ ਤੰਗ ਹੋ ਕੇ ਅਸੀਂ ਆ ਗਿਆ ਤਾਂ ਚਲੋ ਠੀਕ ਹੈ ਨਾ, ਸਰਾਣੇ ਥੱਲੇ ਬਾਂਹ ਦੇ ਕੇ ਕਦੇ ਸੌਂ ਹੀ ਨਹੀਂ ਹੁੰਦਾ। ਉਹ ਤਾਂ ਹਮੇਸ਼ਾ ਹੀ ਇਹ ਸੋਚਦੇ ਹੁੰਦੇ ਕਿ ਕਿਵੇਂ ਸਿਸਟਮ ਦਰੁਸਤ ਕਰ ਦਈਏ। ਇਸੇ ਕਰਕੇ ਕਦੇ ਇਸ ਪਾਰਟੀ ਮਗਰ, ਕਦੇ ਉਸ ਪਾਰਟੀ ਮਗਰ, ਕਦੇ ਕੋਈ NGO ਬਣਾ ਕੇ, ਕਦੇ ਨਿਆਣੇ ਪੜ੍ਹਾ ਕੇ, ਕਦੇ ਸਕੂਲ ਦੇ ਕਮਰੇ ਦੀ ਛੱਤ ਪਵਾ ਕੇ। ਪਰ ਸਿਸਟਮ ਸੁਧਰਦਾ ਕਿਉਂ ਨਹੀਂ? ਵਿਗਾੜ ਕਿੱਥੇ ਕਾ? ਅਸੀਂ ਹਰ ਗੱਲ ਦੇ ਵਿੱਚ ਐਡਜਸਟਮੈਂਟ ਕਿਉਂ ਕਰਨ ਲੱਗ ਪਏ? ਕੀ ਸਾਨੂੰ ਚਾਟੇ ਲਾਤਾ ਗਿਆ ਹੁੰਦਾ ਨਾ ਕਿ ਪਹਿਲਾਂ ਥੋੜੀ ਜਿਹੀ ਗੋਲੀ ਕੋਲੋਂ ਦੇਣ ਲੱਗ ਪਓ, ਫਿਰ ਅਗਲਾ ਡਿਮਾਂਡ ਕਰਨ ਲੱਗ ਪੈਂਦਾ ਕਿ ਭਾਈ ਅੱਜ ਤਾਂ ਸਰੀਰ ਟੁੱਟਦਾ ਜਿਹਾ। ਹੁਣ ਉਧਰਲੇ ਪਾਸੇ ਨੂੰ ਅੱਜ ਵੱਧਦੇ ਆਪਾਂ। ਇਹ ਬੜਾ ਜ਼ਰੂਰੀ ਹੈ, ਕਿਉਂਕਿ ਦੇਖੋ ਜੇ ਆਪਾਂ ਸਾਰੇ ਕੁਛ ਵਾਲੇ ਪਾਸਿਓਂ ਅੱਖਾਂ ਹੀ ਮੀਟ ਰੱਖਣੀਆਂ ਕਬੂਤਰਾਂ ਨੂੰ ਵੀ ਬਿੱਲੀ ਹੈ ਨਹੀਂ, ਤੇ ਫਿਰ ਤਾਂ ਆਪਣੇ ਹਿਸਾਬ ਦੀ ਬਿੱਲੀ ਹੈ ਨਹੀਂ। ਤੇ ਬਿੱਲੀ ਉਹ ਫਿਰ ਇਕੱਲੇ ਕਬੂਤਰ ਨੂੰ ਜਦੋਂ ਚੁੱਕਦੀ ਆ ਤੇ ਫਿਰ ਜਾ ਬਾਅਦ 'ਚ ਉੱਥੇ ਪਿੱਛੇ ਥੋੜ੍ਹੇ ਜਿਹੇ ਲਹੂ ਦੇ ਛੱਟੇ ਤੇ ਥੋੜ੍ਹੇ ਜਿਹੇ ਖੰਭੇ ਹੁੰਦੇ, ਜਿਹਨੂੰ ਸਵੇਰੇ ਫਿਰ ਹੂੰਜ ਕੇ ਵਿਹੜੇ 'ਚੋਂ ਪਾਸੇ ਕਰ ਦਿੱਤਾ। ਤੇ ਵੱਧ ਤੋਂ ਵੱਧ ਇੰਨੀ ਕੁ ਗੱਲ ਹੁੰਦੀ ਐਂ ਜਾਪਦਾ ਵੀ ਰਾਤੀ ਬਿੱਲੀ ਦੇ ਦਾ ਆ ਗਿਆ ਕਿਤੇ ਕਬੂਤਰ। ਜੇ ਤਾਂ ਆਪਾਂ ਇਸ ਹਿਸਾਬ 'ਚ ਹੀ ਰਹਿਣਾ ਤੇ ਫਿਰ ਬਿੱਲੀ ਨੂੰ ਕਬੂਤਰਾਂ ਦਾ ਘਾਟਾ ਕੋਈ ਨਹੀਂ, ਤੇ ਕਬੂਤਰ ਨੇ ਅੱਖਾਂ ਮੀਟ ਨੂੰ ਹਟਣਾ ਨਹੀਂ। ਪਰ ਦੂਜੀ ਗੱਲ ਇਹ ਵੀ ਹੈ ਵੀ ਜੇ ਆਪਾਂ ਥੋੜ੍ਹਾ ਜਿਹਾ ਵੇਖ ਚਾਖ ਲਈਏ ਵੀ ਅਸਲ 'ਚ ਨੁਕਸ ਕਿਹੜੇ ਪਾਸੇ ਹੈ, ਤੇ ਸਾਰੇ ਕੁਛ ਨੂੰ ਹੱਲ ਵੀ ਕੀਤਾ ਜਾ ਸਕਦਾ। ਤੁਸੀਂ ਬਾਟ ਸਾਹਿਬ ਕੈਨੇਡਾ ਗਏ ਹੋ, ਉੱਥੇ ਕੋਈ ਕਾਗਜ਼ ਪੱਤਰ ਵੀ ਬਣਾਏ ਹੋਣਗੇ ਹੁਣ ਤੱਕ, ਮੇਰਾ ਖਿਆਲ ਹੋ ਸਕਦਾ ਕੋਈ 1-2 ਸਰਕਾਰੀ ਦਫ਼ਤਰ ਜਾਂ ਸਰਕਾਰੀ ਕੋਈ ਬਾਬੂ ਨਾਲ ਵੀ ਵਾਹ ਪਿਆ ਹੋਵੇ। ਫਿਰ ਕਿੰਨੇ ਕੁ ਪੈਸੇ ਪੂਸੇ ਦੇਣੇ ਪਏ? ਕੋਈ ਟੇਬਲ ਦੇ ਥੱਲੇ ਦੀ ਉਹਨਾਂ ਵੀ ਰਾਹ ਰੂ ਰੱਖਿਆ ਕਿ ਨਹੀਂ? ਸੰਧਾਲੀਆ ਸਾਹਿਬ, ਪਹਿਲੀ ਗੱਲ ਤਾਂ ਇਹ ਆ ਕਿ ਜਿਉਂ ਆਇਆ ਉਦੋਂ ਤੱਕ ਕੋਵਿਡ ਨੇ ਮੱਤ ਮਾਰ ਰੱਖੀ ਆ ਸਾਰੇ ਪਾਸੇ। ਬਹੁਤੀਆਂ ਥਾਵਾਂ ਦੇ ਉੱਤੇ ਜਾਣ ਹੀ ਨਹੀਂ ਦਿੰਦੇ ਅਗਲੇ, ਪਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿੱਥੇ ਜਾਣ ਦਿੰਦੇ ਆ, ਜਿਹਦਾ ਵੀ ਕੰਮ ਹੁੰਦਾ ਉਂਗਲੀ ਅਗਲੇ ਦੀ ਫੜ ਕੇ ਨਾਲ ਚੱਲ ਜਾਣਾ, ਮਾਸਕ ਪਾ ਲਓ, ਸਿਸਟਮ ਦੇਖੋ। ਹੁਣ ਜਿੱਥੇ ਕਿਤੇ ਵੀ ਜਾਣਾ, ਪਹਿਲੀ ਗੱਲ ਹੈ ਕਿ ਹੱਸ ਕੇ ਬੋਲਦੇ ਆ ਕਿ ਭਾਈ ਆਓ ਜੀ, ਵੈਲਕਮ, ਤੁਹਾਡਾ ਦੱਸੋ ਕੀ ਤੁਹਾਡੀ ਸੇਵਾ ਕਰ ਸਕਦੇ ਆ। ਉਹਦੇ ਤੋਂ ਬਾਅਦ ਜੇ ਕਿਸੇ ਦੇ ਕੋਲੇ ਕੋਈ ਕਾਗਜ਼ ਪੱਤਰ ਘੱਟ ਵੀ ਆ ਤਾਂ ਉਹਨੂੰ 20 ਰਾਹ ਦੱਸਦੇ ਆ ਕਿ ਭਾਈ ਕੋਈ ਗੱਲ ਨਹੀਂ, ਈਮੇਲ ਮੰਗਾ ਲਾ, WhatsApp ਮੰਗਾ ਲਾ, ਖੜੇ ਆ, ਤੇਰੀ ਵਾਰੀ ਪਹਿਲਾਂ। ਉਹਦੇ ਤੋਂ ਬਾਅਦ ਕੰਮਕਾਰ ਜਦੋਂ ਕਰਨਾ, ਨੋਟ ਤਾਂ ਕੀ ਦੇਣਾ, ਅਗਲੇ ਐਂ ਜਾਣੀ ਕਰਕੇ ਮੋੜਦੇ ਕਿ ਤੁਸੀਂ ਆਏ, ਸਾਡੇ ਤੋਂ ਕੰਮ ਕਰਾਇਆ, ਸਾਨ ਕੀਤਾ ਤੁਸੀਂ ਸਾਡੇ ਤੇ, ਧੰਨਵਾਦ, ਤੁਹਾਡਾ ਦਿਨ ਸ਼ੁਭ ਹੋਵੇ ਜੀ। ਮੈਨੂੰ ਤਾਂ ਕਦੇ ਕਦੇ ਸਮਝ ਨਹੀਂ ਆਉਂਦੀ ਹੁੰਦੀ ਕਿ ਭਾਈ ਇਹਨਾਂ ਦੀ ਕਿਹੜੀ ਗਰਾਰੀ ਪਾਈ, ਇਹਨਾਂ ਦੇ ਕਾਂ ਕੋ ਹੋਰ ਤਾਂ ਨਹੀਂ ਲੱਗਾ, ਅਸੀਂ ਕਿਤੇ ਗਲਤ ਫੈਕਟਰੀ ਦੇ ਵਿੱਚੋਂ ਕਾਂ ਤਾਂ ਨਹੀਂ ਲਵਾ ਕੇ ਲੈ ਆਉਂਦੇ ਜਿਹਦੇ ਵਿੱਚੋਂ ਇਹੀ ਨਿਕਲਦਾ 10 ਰੁਪਏ ਲੱਗਣਗੇ ਬਈ, 100 ਥੱਲਿਆਂ ਦੀ ਫੜਾ ਦੇ, ਬਾਹਰ ਚਾਹ ਵਾਲੇ ਖੋਖੇ ਵਾਲੇ ਨੂੰ ਇੰਨੇ ਫੜਾ ਦਿਓ। ਇਹ ਕੰਮ ਤਾਂ ਹੋ ਹੀ ਨਹੀਂ ਸਕਦਾ, ਅੱਜ ਤਾਂ ਕੰਮ ਹੀ ਬੜੇ ਨੇ, ਤੁਹਾਡੇ ਵਾਲੀ ਤਾਂ ਫੈਲ ਹੀ ਗੁੰਮ ਹੋ ਗਈ ਆ। ਪਹਿਲਾਂ ਉਹ ਬਾਬੂ ਜੀ ਨੂੰ ਮਿਲ ਕੇ ਆਓ, ਜਿਹੜੇ ਬਾਬੂ ਜੀ ਐਂ ਦੇਖਦੇ ਆ ਕਿ ਭਾਈ ਐਨਕਾਂ ਦੇ ਉੱਪਰ ਦੀ ਮੈਨੂੰ ਤਾਂ ਮਿਲ ਕੇ ਹੀ ਨਹੀਂ ਗਏ। ਇੱਦਾਂ ਦਾ ਅਜੇ ਤੱਕ ਇੱਕ ਵੀ ਜਿਹੜਾ ਮਾਮਲਾ ਸਾਹਮਣੇ ਨਹੀਂ ਆਇਆ। 9-9.5 ਮਹੀਨੇ ਜਿਹੜੇ ਹੋ ਚੱਲੇ ਆ, ਤੇ ਮੈਂ ਉਮੀਦ ਕਰਦਾ ਕਿ ਆਵੇ ਬਿਨਾਂ ਤੇ ਅਸੀਂ ਸਿੱਖਣ ਜੋਗੇ ਹੋ ਜਾਈਏ। ਯਾਰ ਆਹ ਜਿਹੜੀ ਗੱਲ ਤੁਸੀਂ ਦੱਸੀ ਹੈ ਨਾ ਬਾਠ ਸਾਹਿਬ, ਧਰਮੀ ਗੱਲ, ਮੈਨੂੰ ਨਾ ਰੋਣਾ ਹੀ ਆ ਗਿਆ ਵੀ ਯਾਰ ਇੱਦਾਂ ਵੀ ਹੁੰਦੀ ਹੈ ਕਿਤੇ ਗੱਲਬਾਤ। ਦੇਖੋ ਇੱਧਰ ਤੇ ਸਾਡੇ ਇਹ ਆ ਵੀ ਬੰਦੇ ਨੇ ਜੇ ਲਾਈਨ 'ਚ ਲੱਗਣਾ, ਹੋ ਸਕਦਾ ਵੀ 17ਵੀਂ 18ਵੀਂ ਉਹਦੀ ਵਾਰੀ ਹੋਵੇ ਤੇ ਕਦੀ ਬੰਦਾ ਐਂ ਦੀ ਵੇਖੀ ਜਾਵੇ, ਕਦੀ ਫਿਰ ਐਂ ਦੀ ਵੇਖੀ ਜਾਵੇ, ਕਦੀ ਢਾਕ ਤੇ ਹੱਥ ਰੱਖ ਕੇ ਵੇਖ ਲਵੇ। ਤੇ ਇੰਨਾ ਚਿਰ ਵੇਖਣ ਤੋਂ ਬਾਅਦ ਵੀ ਪਤਾ ਕੀ ਲੱਗਦਾ, ਉਹ ਯਾਰ ਵੇਖੋ ਬਾਊ ਆਇਆ ਕਿ ਨਹੀਂ ਆਇਆ ਜੇ ਸੀਟ ਤੇ। ਇਹ ਨਹੀਂ ਵੀ ਕੰਮ ਹੋ ਰਿਹਾ ਹੁੰਦਾ ਉੱਥੇ ਕੋਈ, ਉਹ ਵਿਚਾਰੇ ਲਾਈਨ 'ਚ ਇਸੇ ਕਰਕੇ ਲੱਗੇ ਹੁੰਦੇ ਵੀ ਬਾਊ ਡੀਕਣ ਡਿਆ, ਵੀ ਮੈਂ 17ਵੇਂ ਨੰਬਰ ਤੇ ਲਾ ਕੇ ਅਗਲਾ ਬਾਊ ਡੀਕਣ ਡਿਆ ਵੀ ਇਹਨੇ ਕਿੰਨੇ ਵਜੇ ਆਉਣਾ। ਫਿਰ ਅਗਲਾ ਆਖੂ ਵੀ ਹਾਂਜੀ ਡਿਊਟੀ ਕਿੰਨੇ ਵਜੇ ਸ਼ੁਰੂ ਹੁੰਦੀ, ਕਿਹੜਾ ਪੁੱਛਦਾ ਉੱਥੇ ਵੀ ਕਿਹੜੀ ਡਿਊਟੀ ਕਿੰਨੇ ਵਜੇ ਸ਼ੁਰੂ ਹੁੰਦੀ ਕੀ ਨਹੀਂ ਹੁੰਦੀ। ਕਾਗਜ਼ਾਂ 'ਚ ਹੀ ਪਾਉਣਾ ਵੀ ਫਲਾਨੀ ਮੀਟਿੰਗ 'ਚ ਜਾਂ ਢੀਂਗੜੇ ਸਾਹਿਬ ਨੇ ਸੱਦ ਲਿਆ। ਜੇ ਉੱਥੇ ਜਾ ਕੇ ਬੰਦਾ ਪਹੁੰਚ ਵੀ ਗਿਆ, ਉਹਨੂੰ ਨਹੀਂ, ਕਿਸੇ ਨੇ ਨਹੀਂ ਪੁੱਛਣਾ ਵੀ ਤੂੰ ਮਿੱਤਰਾ ਸਵੇਰੇ 5 ਵਜੇ ਪਿੰਡੋਂ ਤੁਰਿਆ, ਤੂੰ ਬੱਸ 'ਚ ਧੱਕੇ ਖਾਦੇ, ਤੂੰ ਟੈਂਪੂਆਂ 'ਤੇ ਚੜ੍ਹਿਆ, ਤੂੰ ਇੱਧਰ ਉੱਧਰ ਖੀਸੇ ਕਟਾਉਂਦਾ ਇੱਥੇ ਪਹੁੰਚ ਹੀ ਗਿਆ।
2 ਘੰਟੇ ਹੋ ਗਏ, 2.5 ਹੋ ਗਏ, ਕੋਈ ਪਾਣੀ ਤੇ ਨਹੀਂ ਪੀਣਾ, ਕੁੱਤੇ ਨੂੰ ਕੋਈ ਹਾਜਤ ਤੇ ਨਹੀਂ, ਕੋਈ ਵਾਸ਼ਰੂਮ ਤੇ ਨਹੀਂ ਜਾਣਾ, ਜਾਂ ਜੇ ਤੂੰ ਕਰ ਹੀ ਲਿਆ ਇਹ ਕੰਮ, ਤੂੰ ਸਾਡੇ ਕੋਲੇ ਆ ਹੀ ਗਿਆ ਕੁਛ ਬਣਾਉਣ ਦੇ ਲਈ, ਤੇ ਭਾਈ ਪਹਿਲਾਂ ਕਿੰਨੇ ਗੇੜੇ ਮਾਰੇ ਨਾ, ਬਸ ਉਹਦੀ ਵਾਰੀ ਤੇ ਜਦੋਂ ਸੜੇ ਬਲੇ ਬਾਊ ਨੇ ਆਣ ਕੇ ਆਉਣਾ ਤੇ ਉਹਨੇ 2 ਘਰਾਂ ਕਾਗਜ਼ਾਂ ਥੱਲ ਕੇ ਆਖਣਾ, ਉਹਨੇ ਨਹੀਂ ਇਹ ਨਹੀਂ ਹੋਣਾ ਕੰਮ, ਆ ਫਲਾਨੀ ਚੀਜ਼ ਲੈ ਕੇ ਆਓ, ਪਹਿਲਾਂ ਲੈ ਜਾਓ। ਉਹਨਾਂ ਨੇ ਜੀ ਮੈਨੂੰ ਕੋਈ ਦੱਸ ਦਿਓ, ਮੈਨੂੰ ਨਹੀਂ ਪਤਾ, ਉਹ ਬਾਹਰੋਂ ਪੁੱਛ ਲਓ, ਜਾਂ ਉਹ ਪੁੱਛ ਗਿੱਛ ਵਾਲੇ ਬੀਬੀ ਬੈਠੀ ਹੋਣੀ ਉੱਥੇ ਜਾ ਕੇ ਪੁੱਛ ਲਓ ਉਹਨੂੰ, ਪੁੱਛ ਗਿੱਛ ਵਾਲੀ ਬੀਬੀ ਤੇ ਜਦੋਂ ਉਹਨੇ ਜਾਣਾ ਤੇ ਪਹਿਲਾਂ ਵਿਚਾਰਾ 17ਵੀਂ ਵਾਰੀ ਤੋਂ ਜਦੋਂ ਉੱਥੇ ਜਾ ਕੇ ਪਤਾ ਲੈਣਾ ਤੇ 18ਵਾਂ 19ਵਾਂ ਨੰਬਰ ਫਿਰ ਉੱਥੇ ਹੋਣਾ, ਤੇ ਉਹਦੇ ਨਾਲ ਦੇ ਬੰਦੇ ਫਿਰ ਜਿਹੜੇ ਬੰਦੇ ਪਹਿਲਾਂ ਉਧਰਲੀ ਲੈਣ ਲੱਗੀ ਹੁੰਦੀ ਉਹ ਸਾਰੀ ਲੈਣ ਲਗਭਗ ਅੱਧੀ ਪਿੱਛੇ ਉਧਰ ਲੱਗੀ ਹੁੰਦੀ, ਮੁੜ ਕੇ ਵੀ ਉਧਰੋਂ ਕੀ ਆ, ਕਹਿੰਦੇ ਸਾਨੂੰ ਵੀ ਕਿਹਾ ਵੀ ਤੁਸੀਂ ਪੁੱਛ ਗਿੱਛ ਕਰ ਲਓ ਪਹਿਲਾਂ। ਇਹ ਪਤਾ ਨਹੀਂ ਕਿਉਂ ਇੱਦਾਂ ਦਾ ਸਿਸਟਮ ਇੱਥੇ ਬਣਾ ਕੇ ਰੱਖਿਆ, ਤੇ ਅਸੀਂ ਇੰਨੇ ਸਾਲਾਂ ਤੋਂ ਪੀੜ੍ਹੀਆਂ ਤੋਂ ਮੰਨੀ ਵੀ ਜਾਂਦੇ ਹਾਂ ਵੀ ਯਾਰ ਇੱਦਾਂ ਹੀ ਚੱਲਣਾ। ਇਹ ਕਾਰਨ ਕੀ ਹੈ, ਇਹ ਸਮਝ ਕਿਉਂ ਨਹੀਂ ਆਉਂਦਾ, ਆਪਣਾ ਧਿਆਨ ਕਿਉਂ ਨਹੀਂ ਜਾਂਦਾ ਇਸ ਪਾਸੇ? ਸੰਧਾਲੀਆ ਸਾਹਿਬ, ਜ਼ਮੀਨੀ ਹਕੀਕਤ ਤੇ ਕਾਗਜ਼ਾਂ ਪੱਤਰਾਂ 'ਚ ਬੜਾ ਫਰਕ ਹੈ। ਅੱਜ ਮੈਂ ਕਹਿੰਦਾ ਕਿ ਤੁਸੀਂ ਭੋਲੇ ਹੋ। ਅੱਜ ਜਦੋਂ ਭਾਰਤ 'ਚ ਬੇਰੁਜ਼ਗਾਰੀ ਦੱਸਦੇ ਹੁੰਦੇ ਨੇ ਕਿ 18%, 20%, 32% ਬੰਦੇ ਬੇਰੁਜ਼ਗਾਰ ਹੈ, ਆਹ ਨੌਕਰੀਆਂ ਦੇਤੀਆਂ, ਇਹਦੇ ਤੋਂ ਬਿਨਾਂ ਕੰਮ ਹੋਰ ਬੜੇ ਨੇ। ਨੌਕਰੀਆਂ ਸਰਕਾਰ ਨੇ ਬਹੁਤ ਕ੍ਰੀਏਟ ਕੀਤੀਆਂ। ਸਾਡੇ ਲੀਡਰ ਜਿਹੜੇ ਆ ਨਾ ਉਹ ਬੜੇ ਜਗਾੜੀ ਆ, ਐਡਜਸਟਮੈਂਟ ਬੜੀ ਕਰਦੇ। ਉਹਨਾਂ ਨੂੰ ਪਤਾ ਹੈ ਕਿ ਆਹ ਦਫ਼ਤਰ ਹੈ, ਕਲਰਕ 4 ਰੱਖਣੇ ਪੈਣੇ ਆ, ਤੇ ਨਿਆਣੇ ਸਾਡੇ ਬਾਹਰ ਜਿਹੜੇ 400 ਬੇਰੁਜ਼ਗਾਰ ਹੈ, ਉਹਨਾਂ ਨੇ ਫਿਰ 20 ਨੌਕਰੀਆਂ ਹੋਰ ਕ੍ਰੀਏਟ ਕੀਤੀਆਂ। ਹੁਣ ਪੁੱਛੋ ਕਿੱਦਾਂ? ਜਿਨ੍ਹਾਂ ਦਾ ਕਾਗਜ਼ਾਂ ਪੱਤਰਾਂ 'ਤੇ ਕੋਈ ਲੈਣਾ। ਤੁਸੀਂ ਜਿਹੜਾ 18ਵੇਂ ਨੰਬਰ ਦੇ ਉੱਤੇ ਆਪਣੇ ਆਪ ਨੂੰ ਰੱਖਿਆ ਨਾ, ਤੁਸੀਂ ਭੁੱਲ ਗਏ। ਤੁਹਾਡੇ ਲਾਈਨ ਦੇ ਵਿੱਚ ਲੱਗੇ ਨਾ 2 ਬੰਦੇ ਇੱਧਰ ਦੀ ਤੇ 2 ਬੰਦੇ ਇੱਧਰ ਦੀ ਹੌਲੀ ਦੇਣੀ ਆਣ ਕੇ ਉੱਧਰ ਕੰਮ ਕਰਾਉਣਾ ਕੰਮ 200 200 ਬਾਹਰ ਆ ਜਾਓ, ਕਾਊਂਟਰ ਪਰਲੇ ਪਾਸੇ ਉਹ ਡੇਕ ਦੇ ਥੱਲੇ। ਹੋਰ ਤਾਂ ਹੋਰ ਜਿਹੜਾ ਚਾਹ ਦਾ ਛਿਕੂ ਲੈ ਕੇ ਤੁਰਿਆ ਹੁੰਦਾ ਉਧਰਲੇ ਪਾਸੇ ਨੂੰ, ਉਹਦੇ ਬਾਊ ਜੀ ਨੂੰ ਦੇਣ, ਜਿਹੜੀ ਜੁੜਦੀ ਚਾਹ ਜਿਹਦੇ ਨਾਲ ਬੁੱਲ ਜੁੜਦੇ ਹੁੰਦੇ ਆ, ਉਹ ਵੀ ਹੌਲੀ ਦੇਣੀ ਐ ਤਾੜ ਜਾ ਕੇ ਬੰਦੇ ਨੂੰ। ਭਾਜੀ ਪਰਸੋਂ ਵੀ ਆਏ ਸੀ ਤੁਸੀਂ, ਮੈਂ ਦੇਖਿਆ ਤੁਹਾਨੂੰ ਪਰਸੋਂ ਵੀ ਆਏ ਸੀ, ਬਾਹਰ ਆ ਕੇ ਮਿਲ ਲਓ, ਇੱਥੇ ਨੂੰ ਬਾਬੂ ਸਿੱਧੀ ਗੱਲ ਆ, ਕੋਈ ਗੱਲ ਨਹੀਂ। ਉਹ ਜਿਹੜੇ 35 36 ਬੰਦੇ ਆਲੇ ਦੁਆਲੇ ਮੇਲਾ ਲਾ ਕੇ ਤੁਰੇ ਫਿਰਦੇ ਹੁੰਦੇ ਆ, ਕੋਈ ਚਾਹ ਬਣਾਉਣ ਵਾਲਾ, ਸਾਰੇ ਚਾਹ ਵਾਲੇ, ਮੈਂ ਮਾੜੇ ਨਹੀਂ ਕਹਿੰਦਾ, ਕੋਈ ਹੋਰ ਟੇਬਲ ਢਾਹ ਕੇ ਉੱਥੇ ਬੈਠਾ ਹੈ, ਕਿਸੇ ਨੇ ਕੋਈ ਮੂਹਰੇ ਫੱਟਾ ਲਾਇਆ। ਅਸਲ ਦੇ ਵਿੱਚ ਉਹ ਜਿਹੜੀ ਫਾਈਲ ਬਾਬੂ ਜੀ ਐਂ ਚੱਕ ਕੇ ਪਰੇ ਰੱਖ ਦਿੰਦੇ। ਇਹ ਨਹੀਂ ਹੋਣਾ, ਜੇ ਉਹ ਫਾਈਲ ਵਾਇਆ ਉਧਰ ਦੀ ਹੋ ਕੇ ਆਵੇ ਤਾਂ ਉਹ ਫਾਈਲ ਸਿੱਧੀ ਉੱਥੇ ਹੁੰਦੀ। ਕਹਿੰਦੇ ਇਹ ਕਿਉਂ ਨਹੀਂ ਹੋਣਾ, ਇਹ ਨਹੀਂ ਹੋਣਾ ਤੇ ਇਹ ਕਿਉਂ ਨਹੀਂ ਹੋਣਾ ਦੇ ਵਿੱਚੋਂ ਜਿਹੜੀਆਂ ਬਾਹਰਲੀਆਂ 35 40 ਨੌਕਰੀਆਂ ਤੁਰੀਆਂ ਫਿਰਦੀਆਂ ਨਾ, ਹਵਾ ਦੇ ਵਿੱਚ ਹੀ ਕੰਮ ਕਰਾਉਣਾ, ਹੋ ਜਾਣਾ ਕੰਮ, ਆ ਜਾਓ ਬਾਹਰ, ਕੋਈ ਗੱਲ ਨਹੀਂ। ਮੈਂ ਦੇਖਿਆ ਪਰਸੋਂ ਤੁਹਾਨੂੰ, ਉਹ ਬੰਦਿਆਂ ਦੀ ਜਿਹੜੀ ਡਿਊਟੀ ਹੈ ਨਾ ਉਹ ਕਮਾਲ ਦੀ ਹੈ। ਅਮਰੀਕਾ ਕੈਨੇਡਾ ਵਾਲੇ ਤਾਂ ਦਹੱਥੜੀਆਂ ਪਿੱਟੀ ਜਾਣ, ਇੱਥੇ ਦਰੀਆਂ ਵਿਛਾਲਣ, ਇਹਨਾਂ ਨੂੰ ਤਾਂ ਨਹੀਂ ਇੰਨੀ ਇੰਪਲੋਇਮੈਂਟ ਕ੍ਰੀਏਟ ਹੋਣੀ। ਦੇਖੋ ਗੱਲ ਹੈ ਭੱਟ ਸਾਹਿਬ, ਇਹ ਟੀਕਾ ਤੁਸੀਂ ਜਿਸ ਹਿਸਾਬ ਨਾਲ ਲਾਇਆ ਨਾ, ਉਹ ਵੇ ਚਿੜੀ ਤੇ ਨਿਆਣੇ ਦਾ ਧਿਆਨ ਚਿੜੀ ਵੱਲ ਨੂੰ ਤੇ ਚੱਲ ਠਾਹ ਟੀਕਾ, ਇਹ ਗੱਲ ਮਾੜੀ ਮਹਾਰਾਜ, ਇੱਦਾਂ ਨਾ ਕਰਿਆ ਕਰੋ। ਆਹੀ ਤੇ ਰੌਲਾ ਵੀ ਜਿਹੜੀ ਚੀਜ਼ ਬਾਹਰ ਤਖਤੇ ਦੇ ਉੱਪਰ ਲਿਖ ਕੇ ਲਾਈ ਹੁੰਦੀ ਆ, ਫਲਾਨਾ ਕੰਮ ਇੰਨੇ ਦਿਨਾਂ 'ਚ ਹੋਏਗਾ ਜੀ, ਫਲਾਨੇ ਕੰਮ ਦੀ ਸਿਰਫ ਇੰਨੀ ਫੀਸ ਜੀ। ਅੱਜ ਕੱਲ੍ਹ ਨੈੱਟ ਬੜਾ ਚੱਲ ਪਿਆ, ਹਰੇਕ ਕਿਸੇ ਪੋਲੀਟੀਸ਼ੀਅਨ ਨੂੰ ਪੁੱਛ ਲਓ, ਆਪਣੇ ਮਹਿਕਮੇ ਦਾ ਗੁਣਗਾਨ ਕਰਦਾ। ਅਸੀਂ ਤਾਂ ਸਾਰਾ ਕੋਈ ਵੈਬਸਾਈਟ 'ਤੇ ਕਰਤਾ, ਔਨਲਾਈਨ ਕਰਤਾ, ਜਾਓ ਔਨਲਾਈਨ, ਉੱਥੇ ਵੇਖੋ ਫੀਸ ਕਿੰਨੀ, 10 ਰੁਪਏ, 20 ਰੁਪਏ, 50 ਰੁਪਏ, 60 ਰੁਪਏ, 100 ਰੁਪਏ। ਇਹ ਸਰਕਾਰੀ ਫੀਸਾਂ ਨੇ। ਉਹੋ ਹੀ ਕੰਮ ਤੁਸੀਂ ਸਰਕਾਰੀ ਦਫ਼ਤਰ ਜਾ ਕੇ ਕਰਾਉਣਾ ਸ਼ੁਰੂ ਕਰ ਦਿਓ ਤੇ 1000 ਤੋਂ ਤਾਂ ਅਗਲੇ ਸ਼ੁਰੂ ਹੀ ਹੁੰਦੇ ਆ। ਇਹ ਕਾਹਦਾ ਜੀ, ਉਹ ਇੰਨੇ ਤਾਂ ਇੰਨੇ ਲੈਣੇ, ਇੰਨੇ ਲੈਣੇ, ਇੰਨੇ ਲੈਣੇ, ਇੰਨੇ ਕੁ ਫਿਰ ਆਪਣੇ ਵੀ ਹੋਣਗੇ। ਵੇਖ ਲਓ ਜੇ ਤੁਸੀਂ ਕਰਾਉਣਾ ਠੀਕ ਹੈ, ਨਹੀਂ ਤਾਂ ਫਿਰ ਤੁਸੀਂ ਆਪ ਕਰਾ ਲਓ ਜੇ ਤੁਹਾਨੂੰ ਜ਼ਿਆਦਾ ਪਤਾ। ਤੇ ਮੈਂ ਥੋੜ੍ਹੇ ਦਿਨ ਦੀ ਗੱਲ ਦੱਸਦਾ, ਇੱਥੇ ਆਪਣੇ ਦਫ਼ਤਰ ਤੋਂ ਇੱਕ ਬੰਦਾ, ਉਹ ਮੁੰਡਾ ਵਿਚਾਰਾ ਧੱਕੇ ਇਸ ਕਰਕੇ ਖਾ ਰਿਹਾ 2 ਮਹੀਨਿਆਂ ਤੋਂ, ਕਿਉਂਕਿ ਉਹਨੂੰ ਇਹ ਕਿਹਾ ਗਿਆ ਕਿ ਵੀ ਤੇਰਾ ਜਿਹੜਾ ਮੋਟਰਸਾਈਕਲ ਆ ਭਾਈ, ਉਹਦਾ ਜਿਹੜਾ ਚਲਾਨ ਹੋਇਆ ਸੀ ਤੇ ਆਰਸੀ ਸਾਹਿਬ ਨੇ ਰੱਖ ਲਈ ਸੀ, ਉਹ ਆਰਸੀ ਜਿੱਥੇ ਜਾ ਕੇ ਤੂੰ ਚਲਾਨ ਭੁਗਤਣਾ ਉੱਥੋਂ ਗਵਾਚ ਗਈ ਆ, ਹੁਣ ਤੂੰ ਆਰਸੀ ਬਣਾ ਲਾ ਦੋਰੇ ਜੀ। ਉਹ ਹੁਣ ਤੁਸੀਂ ਦੇਖੋ ਵੀ ਇੱਕ ਬੰਦਾ ਵਿਚਾਰਾ ਇੱਥੇ ਕੰਮ ਕਰਦਾ, ਉਹ ਜੇ ਇੱਥੋਂ ਜਾਊਗਾ ਜਾਂ ਹੋਰ ਇਹੋ ਜਿਹੇ ਹੋਰ ਵੀ ਆਪਾਂ ਲਾ ਲਓ ਵੀ ਕਿਸੇ ਵੀ ਭਾਵੇਂ ਕੋਈ ਪ੍ਰਾਈਵੇਟ ਨੌਕਰੀ, ਸਰਕਾਰੀ ਨੌਕਰੀ, ਦਿਹਾੜੀ ਛੱਡੂਗਾ, ਉੱਥੇ ਜਾ ਕੇ ਲਾਈਨ 'ਚ ਲੱਗੂਗਾ, ਲਾਈਨ 'ਚ ਲੱਗ ਕੇ ਜਾ ਕੇ ਪੁੱਛੂਗਾ ਵੀ ਹਾਂਜੀ ਭਾਈ ਸਾਹਿਬ ਮੇਰਾ ਕੰਮ, ਅਗਲਾ ਕਹੂ ਵੀ ਹੈ ਨਹੀਂ ਭਾਈ ਸਾਹਿਬ ਉੱਥੇ ਲੱਭ ਲਾ। ਹੁਣ ਉਹ ਜਿਹੜੀ ਆਰਸੀ ਗਵਾਚ ਗਈ। ਪਹਿਲੀ ਗੱਲ ਤਾਂ ਇਹ ਵੀ ਉਹਦਾ ਚਲਾਨ ਹੋਇਆ ਜੇ ਅਗਲਾ ਬੰਦਾ ਭੁਗਤਣ ਜਾਂਦਾ, ਠੀਕ ਹੈ ਤੁਸੀਂ ਜੁਰਮਾਨਾ ਪਵਾ ਦਿਓ, ਉਹਦੇ ਕਾਗਜ਼ ਨੂੰ ਦੇ ਦਿਓ, ਗੱਲ ਮੁੱਕ ਗਈ। ਪਰ 2 ਮਹੀਨੇ ਖੱਜਲ ਹੋਣ ਤੋਂ ਬਾਅਦ ਅਖੀਰ ਜਦੋਂ ਗੱਲ ਸਾਹਮਣੇ ਆਈ ਵੀ ਯਾਰ ਇਹਦਾ ਹੱਲ ਕੀ ਹੈ, ਤੇ ਉਹਨੇ ਚਲੋ ਪਹੁੰਚ ਕੀਤੀ। ਪਹੁੰਚ ਤੋਂ ਬਾਅਦ ਜਦੋਂ ਫੋਨ ਉੱਪਰੋਂ ਖੜਕਿਆ ਤੇ ਤੁਸੀਂ ਮੰਨੋਗੇ ਨਹੀਂ, 1 ਘੰਟੇ ਦੇ ਵਿੱਚ ਉਹ ਆਰਸੀ ਜਿਹੜੀ 2 ਮਹੀਨੇ ਤੋਂ ਗਵਾਚੀ ਸੀ ਉਹ ਲੱਭ ਵੀ ਗਈ, ਤੇ ਜਿੰਨਾ ਕੁ ਜੁਰਮਾਨਾ ਸੀ ਉਹ ਵੀ ਕੱਟ ਕੇ ਤੇ ਨਾਲ ਪਰਚੀ ਵੀ ਦੇ ਦਿੱਤੀ ਅਗਲੇ ਨੇ। ਹੁਣ ਮੈਨੂੰ ਸਮਝ ਨਹੀਂ ਆਈ ਉਹ ਜਿਹੜੇ ਬਾਊ ਜੀ ਨੂੰ 2 ਮਹੀਨਿਆਂ ਤੋਂ ਲੱਭਦੀ ਨਹੀਂ ਸੀ, ਉੱਥੇ ਆਰਸੀ ਪਈ, ਅਚਾਨਕ ਤੋਂ ਕਿੱਦਾਂ ਪ੍ਰਗਟ ਹੋ ਗਈ ਉਹਦੇ ਸਾਹਮਣੇ। ਦੇਖੋ ਹੱਥ ਹਿਲਾਉਣਾ ਨਾ ਬੜੀ ਵੱਡੀ ਕਲਾ, ਕਿ ਉੱਦਾਂ ਇੱਥੇ ਆ ਢੇਰ ਲੱਗਾ ਪਿਆ, ਹੱਥ ਹਿਲਾਵਾਂਗੇ। ਇਹਦੇ ਤੋਂ ਬਿਨਾਂ ਹੱਥ ਹਿਲਾਉਣ ਦੇ ਲਈ ਕਈ ਵਾਰੀ ਸਿਫਾਰਿਸ਼ ਕੰਮ ਆਉਂਦੀ ਹੈ, ਕਈ ਵਾਰੀ ਦਬਕਾ ਕੰਮ ਆਉਂਦਾ, ਤੇ ਕਈ ਵਾਰੀ ਆ ਪਤਾ ਨਹੀਂ ਆ ਕਾਗਜ਼ ਦੇ ਟੁਕੜਿਆਂ ਜਾਂ ਤੇ ਵਿਸ਼ੇਸ਼ ਤਰ੍ਹਾਂ ਦੀ ਇੱਕ ਛਪਾਈ ਹੁੰਦੀ ਹੈ, ਕਈ ਵਾਰੀ ਉਹ ਕੰਮ ਆ ਜਾਂਦੇ ਆ। ਸੰਧਾਲੀਆ ਸਾਹਿਬ, ਇਹ ਬੜੀ ਅਜੀਬ ਸਥਿਤੀ ਹੈ। ਲੋਕ ਤੰਗ ਬੜੇ ਹੁੰਦੇ ਆ, ਪਰੇਸ਼ਾਨ ਬੜੇ ਹੁੰਦੇ ਆ।
ਪੰਜਾਬ ਦੇ ਲੋਕਾਂ ਨੇ, ਭਾਰਤ ਦੇ ਲੋਕਾਂ ਨੇ ਐਡਜਸਟਮੈਂਟ ਵੀ ਸਿੱਖੀ। ਦੇਖੋ ਜਦੋਂ ਆਪਾਂ ਬਾਜਰਾ ਬੀਜੀਦਾ, ਜਦੋਂ ਛੋਟਾ ਹੀ ਹੁੰਦਾ ਪੱਠਿਆਂ ਦੀ ਲੋੜ ਹੁੰਦੀ ਹੈ, ਲਹਿਰਾ ਕਹਿੰਦੇ ਹੁੰਦੇ ਨੇ, ਲਹਿਰਾ ਆਵੇ ਬਾਜਰਾ ਆ ਜੇ, ਪਰ ਹੁਣ ਥੋੜੀ ਥੋੜੀ ਪੂਲੀ ਪੂਲੀ ਲਿਆਓ। ਅਸੀਂ ਉਦੋਂ ਜਦੋਂ ਬਾਜਰਾ ਵੱਢੀਦਾ ਇੱਕ ਤੀਲਾ ਵੀ ਡਿਗਣ ਨਹੀਂ ਦਈਦਾ ਕਿ ਨਾ ਯਾਰ ਅੱਗੇ ਥੋੜਾ ਹਜੇ ਲਹਿਰਾ ਲਹਿਰਾ ਵਧੀਆ। ਪਸ਼ੂ ਵੀ ਉਧਰੋਂ ਐ ਘੁਮਾ ਕੇ ਜਦੋਂ ਮੱਝ ਜਾਂ ਗਾਂ ਜੀਭ ਮਾਰ ਕੇ ਉਹਨੂੰ ਚੱਟਦੀ ਦਾ, ਖੁਰਲੀ ਐਨ ਸਾਫ਼ ਕੀਤੀ ਹੁੰਦੀ ਹੈ, ਤੁਹਾਨੂੰ ਦੁਬਾਰਾ ਹੱਥ ਮਾਰਨ ਦੀ ਲੋੜ ਨਹੀਂ ਉੱਥੇ। ਉਹੀ ਬਾਜਰਾ ਜਦੋਂ ਪੱਕ ਜਾਂਦਾ ਤੇ ਬੰਦਾ ਕਹਿੰਦਾ ਅੱਛਾ ਯਾਰ ਆ ਡੁੰਡ ਜਾਂ ਬਾਜਰੇ ਦੇ ਜਿਹੜੇ ਆ ਛਿੱਟੇ ਜਾਂ ਖਾਣੇ ਦਾ ਹੈ ਨਹੀਂ, ਐਂ ਕਰਕੇ ਜਦੋਂ ਦਾਤੀ ਮਾਰ ਮਾਰ ਕੇ ਵੱਢੀ ਦੀ ਤੇ ਨਾਲ ਅੱਧਾ ਕੁ ਫੁੱਟ ਬਾਜਰੇ ਦਾ ਉਹ ਉਦਾਂ ਹੀ ਲਾਹ ਦੀ ਦਾ ਲੜਫਾ ਜਿਹਾ। ਹੁਣ ਐਡਜਸਟਮੈਂਟ ਆ ਸਾਡੀ ਕਿ ਉਹੀ ਬਾਜਰਾ ਪਹਿਲਾਂ ਅਸੀਂ ਇੱਕ ਉਹਦਾ ਤੀਲਾ ਵੀ ਨਹੀਂ ਡਿੱਗਣ ਦਈਦਾ ਕਿ ਥੋੜਾ ਹੈ, ਬਾਅਦ ਵਿੱਚ ਬਾਜਰੇ ਦੇ ਉਹ ਜਿਹੜੇ ਡੰਡਲ ਜਿਹਾ ਜਦੋਂ ਕੱਟਣੇ ਆ ਤਾਂ ਨਾਲ ਕਿੰਨਾ ਕਿੰਨਾ ਉਦਾਂ ਹੀ ਲਾ ਕੇ ਸਿੱਟ ਦਈਦਾ। ਹੁਣ ਤੁਸੀਂ ਦੇਖੋ ਕਿ ਅਸੀਂ ਕਿੰਨੀ ਐਡਜਸਟਮੈਂਟ ਕਰਨੀ ਸਿੱਖਿਆ, ਖੱਜਲ ਨਹੀਂ ਹੋਣਾ ਚਾਹੁੰਦੇ ਕਿਉਂਕਿ ਤੰਗੀ ਬੜੀ ਆ ਸਾਨੂੰ। ਉੱਥੇ ਕਿ ਉਹਨਾਂ ਨੇ ਲੈ ਆਂਦਾ ਕਿ ਤੁਸੀਂ ਚੂੰ ਨਹੀਂ ਕਰਨਾ, ਟੀਕਾ ਲੱਗਣਾ ਹੀ ਲੱਗਣਾ, ਦੁੱਖ ਹੋਣਾ ਹੀ ਲੱਗਣਾ, ਜੇ ਸੀ ਕੀਤੀ ਫੇਰ ਦੇਖਿਓ। ਹੁਣ ਦੇਖੋ ਵਿਆਹ ਦੀ ਰਜਿਸਟ੍ਰੇਸ਼ਨ, ਬੜੇ ਪ੍ਰਵਾਸੀ ਆਉਂਦੇ ਆ, ਦਿਨ ਥੋੜੇ ਹੁੰਦੇ ਆ, ਮੁੜ ਕੇ ਹੋਰ ਕਾਗਜ਼ ਪੱਤਰ ਵੀ ਤਿਆਰ ਕਰਨੇ ਹੁੰਦੇ ਆ। ਹੁਣ ਵਿਆਹ ਦੇ ਲਈ ਜ਼ਰੂਰੀ ਕੀ ਹੈ ਕਿ ਭਾਈ 4 ਫੋਟੋਆਂ ਹੁਣ ਤੁਹਾਡੀਆਂ ਵਿਆਹ ਦੀਆਂ, ਆਨੰਦ ਕਾਰਜ ਦੀਆਂ, ਉੱਥੋਂ ਗੁਰੂ ਘਰ ਦਾ ਸਰਟੀਫਿਕੇਟ ਜਾਂ ਮੰਦਿਰ ਦਾ ਸਰਟੀਫਿਕੇਟ ਹੋਵੇ ਤੇ ਨਾਲ ਪਿੰਡ ਦਾ ਲੰਬੜਦਾਰ ਤੇ ਗਵਾਹ ਹੋਵੇ। ਹੁਣ ਜਦੋਂ ਉੱਥੇ ਜਿਹੜੇ ਬੰਦੇ ਉਹ ਬਾਹਰ ਬੈਠੇ ਹੁੰਦੇ ਆ ਕੰਮ ਕਰਾਉਣਾ ਜਾਂ ਜਿਹਨਾਂ ਦੀ ਡਿਊਟੀ ਹੁੰਦੀ ਹੈ, ਉਹ ਕਹਿੰਦੇ ਕਿ ਭਾਈ ਦੇਖੋ 5000 ਰੁਪਇਆ ਸਰਕਾਰੀ ਫੀਸ ਹੈ, 2000 ਰੁਪਇਆ ਕਾਗਜ਼ਾਂ ਪੱਤਰਾਂ ਦਾ ਅਸੀਂ ਲੈਣਾ, 7000 ਹੋ ਗਿਆ। ਲੰਬੜਦਾਰ ਜਿਹੜਾ ਬਹੁਤ ਜ਼ਰੂਰੀ ਆ ਉਹ ਤੁਸੀਂ ਪਿੰਡੋਂ ਨਾਲ ਲਿਆਉਣਾ, ਇੱਕ ਗਵਾਹ ਲਿਆਉਣਾ ਤੇ ਨਾਲ ਇਹ ਵੀ ਕਹਿ ਦੇਣਾ ਜੇ ਫਿਰ ਲੰਬੜਦਾਰ ਤੇ ਗਵਾਹ ਅਸੀਂ ਇੱਥੋਂ ਕਰਨੇ ਆ 3000 ਰੁਪਇਆ ਹੋਰ ਲੱਗੂਗਾ। ਜਾਣੀ ਫੇਰ ਸਿੱਧੀ ਗੇਮ 10 ਤੱਕ ਚਲੇ ਜਾਣੀ। ਲੰਬੜਦਾਰ ਉਧਰਲੇ ਪਾਸਿਓਂ ਵੀ ਆਉਣਾ ਤੇ ਉਧਰਲੇ ਪਾਸਿਓਂ ਵੀ ਆਉਣਾ, ਜਾਣੀ ਕੁੜੀ ਵਾਲੇ ਪਾਸਿਓਂ ਵੀ ਤੇ ਮੁੰਡੇ ਵਾਲੇ ਪਾਸਿਓਂ ਵੀ। ਉਹਨੇ ਸ਼ਾਦੀ ਭਰਨੀ ਕਿ ਇਹ ਸਾਡੇ ਪਿੰਡ ਦੇ ਰਹਿਣ ਵਾਲੇ ਨੇ। ਦੇਖੋ ਰੁਪਈਆ 3 4 5000 ਹੋਰ ਖਰਚੋ, ਸ਼ਹਿਰ ਦਾ ਲੰਬੜਦਾਰ ਪਿੰਡ ਦੇ ਬੰਦੇ ਦੀ ਤਸਦੀਕ ਕਰ ਦੂ ਕਿ ਭਾਈ ਮੈਨੂੰ ਪਤਾ ਹੈ ਇਹ ਬੰਦਾ ਉੱਥੇ ਦਾ ਹੀ ਰਹਿਣ ਵਾਲਾ। ਜਾਣੀ 2-2000 ਦੇ ਨੋਟ 2-3 ਤੁਸੀਂ ਹੋਰ ਰੱਖੋ, ਤੁਹਾਨੂੰ ਪਿੰਡ ਦੇ ਲੰਬੜਦਾਰ ਦੀ ਵੀ ਨਹੀਂ ਲੋੜ, ਤੁਹਾਡਾ ਕੰਮ ਵੀ ਛੇਤੀ ਹੋ ਜੂ, ਤੁਸੀਂ ਫੋਟੋ ਖਿਚਾ ਕੇ ਬਸ ਆ ਜਾਣਾ, ਸਰਟੀਫਿਕੇਟ ਅਗਲੇ ਘਰ ਪਹੁੰਚਾ ਦੇਣਗੇ। ਕਮਾਲ ਦੀਆਂ ਗੱਲਾਂ ਨੇ। ਇਹ ਤਾਂ ਬਾਟ ਸਾਹਿਬ ਚਲੋ ਫਿਰ ਵੀ ਦੋ ਪਰਿਵਾਰਾਂ ਦੇ ਮੇਲ ਦੀ ਗੱਲ ਹੈ। ਕੋਈ ਬੰਦਾ ਕਿਸੇ ਪੁੱਛ ਸਕਦਾ ਵੀ ਸਵਾਲ ਠੀਕ ਹੈ ਯਾਰ ਵੀ ਤੁਸੀਂ ਵੈਸੇ ਤਾਂ ਨਹੀਂ ਕਿਤੇ ਆਈ ਜਾਂਦੇ, ਤੁਹਾਡਾ ਵਿਆਹ ਵਾਕਿਆ ਹੋਇਆ ਕਿ ਨਹੀਂ ਹੋਇਆ, ਇਹਦਾ ਕੋਈ ਪ੍ਰਮਾਣ ਪੱਤਰ ਲੈ ਆਓ। ਇੱਥੇ ਤਾਂ ਜੰਮਣ ਦਾ ਤੇ ਮਰਨ ਦੇ ਸਰਟੀਫਿਕੇਟ ਦੇ ਉੱਪਰ ਬੰਦੇ ਦਾ ਜੰਮਣ ਮਰਨ ਹੋ ਜਾਂਦਾ। ਹੁਣ ਇਹ ਵੀ ਤਾਂ ਜਦੋਂ ਦਾ ਬਾਹਰ ਦਾ ਕੰਮ ਚੱਲਿਆ ਵੀ ਹਾਂ ਯਾਰ ਬਰਥ ਸਰਟੀਫਿਕੇਟ ਜ਼ਰੂਰ ਚਾਹੀਦਾ, ਅਗਲਿਆਂ ਨੂੰ ਪਤਾ ਲੱਗ ਗਿਆ ਵੀ ਇਹ ਚੀਜ਼ ਚਾਹੀਦੀ ਹੈ, ਉਹਨਾਂ ਨੇ ਧੰਦਾ ਬਣਾ ਲਿਆ। ਅੱਛਾ ਜਿਹੜਾ ਬੰਦਾ ਤੁਰ ਗਿਆ ਦੁਨੀਆ ਤੋਂ ਯਾਰ, ਜੇ ਹੁਣ ਚਲੇ ਗਿਆ, ਉਹਦੇ ਜਵਾਕ ਵਿਚਾਰੇ ਰੋਂਦੇ ਫਿਰਦੇ ਵੀ ਇੱਕ ਤਾਂ ਜੀ ਚਲਾ ਗਿਆ, ਦੂਜਾ ਤੁਸੀਂ ਕਾਗਜ਼ 'ਤੇ ਲਿਖ ਕੇ ਦੇਣ ਨੂੰ ਤਿਆਰ ਨੇ ਵੀ ਯਾਰ ਚਲੇ ਗਿਆ ਇਹ ਬੰਦਾ, ਉਹਨੂੰ ਵੀ ਧੰਦਾ ਬਣਾ ਲਿਆ। ਅਤੇ ਆਪਾਂ ਸਾਰਿਆਂ ਨੇ ਇਹਨੂੰ ਮੰਨ ਲਿਆ। ਵੱਡਾ ਨੁਕਸ ਇਹ ਨਹੀਂ ਆ ਵੀ ਉਹਨਾਂ ਨੇ ਧੰਦਾ ਬਣਾ ਲਿਆ, ਵੱਡਾ ਨੁਕਸ ਆ ਵੀ ਆਪਾਂ ਮੰਨ ਲਿਆ ਵੀ ਹਾਂਜੀ ਇਹ ਇੱਦਾਂ ਹੀ ਆ। ਇੱਦਾਂ ਕਿਉਂ? ਸੰਧਾਲੀਆ ਸਾਹਿਬ ਇਹ ਬਹੁਤ ਵੱਡਾ ਇੱਕ ਸਵਾਲ ਆ। ਇਹਦੇ ਦੋਨੇ ਹੀ ਪੱਖ ਵਿਚਾਰਨ ਵਾਲੇ ਆ। ਆਮ ਬੰਦਾ, ਸਾਡੇ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਨੇ, ਬਹੁਤ ਸਾਰੀਆਂ ਟਿੱਪਣੀਆਂ ਜ਼ਰੂਰ ਆਉਣਗੀਆਂ ਕਿ ਭਾਈ ਦਿਹਾੜੀ ਭੱਜਦੀ ਆ, ਖੱਜਲ ਹੁੰਨੇ ਆ, ਕੰਮ ਹੀ ਨਹੀਂ ਹੁੰਦਾ। ਜੇ ਭਾਰਤ 'ਚ ਵੀ ਬੰਦਾ ਰਹਿੰਦਾ, ਕੋਈ ਕੰਮਕਾਰ ਕਰਦਾ, 4 ਦਿਹਾੜੀਆਂ ਭੰਨਾਂਗੇ, ਉਧਰੋਂ 800-1000 ਰੁਪਈਆ ਖਰਾਬ ਕਰਾਂਗੇ, 3 ਗੇੜੇ ਲਾਵਾਂਗੇ, 500 ਦਾ ਤੇਲ ਲੱਗੂਗਾ, ਇਹਦੇ ਨਾਲ 1000 ਰੁਪਈਆ ਮੱਥਾ ਮਾਰ ਕੇ ਕੰਮ ਕਰਾਉਣਾ ਸੌਖਾ। ਤਾਂ ਜਿਹੜਾ ਬੰਦਾ ਬਾਹਰੋਂ ਗਿਆ ਹੁੰਦਾ ਉਹਨੂੰ ਤਾਂ ਹੁੰਦਾ ਕਿ ਮਹੀਨਾ ਛੁੱਟੀਆਂ ਭੂਆ ਨੂੰ ਵੀ ਮਿਲਣਾ, ਮਾਸੀ ਨੂੰ ਵੀ ਮਿਲਣਾ, ਖੇਤਾਂ ਦਾ ਵੀ ਬੰਨਾ ਕਢਾਉਣਾ। ਤੇ ਜੇ ਇਹਨਾਂ ਗੱਲਾਂ ਦੇ ਵਿੱਚ ਹੀ ਤੁਰਿਆ ਫਿਰਦਾ ਰਿਹਾ ਤਾਂ ਮੁੜ ਕੇ ਤਾਂ ਵਾਪਸ ਆਉਣ ਨੂੰ ਵੀ ਨਹੀਂ ਜੀ ਕਰਨਾ। ਮੱਥੇ ਮਾਰੋ, ਕੰਮ ਕਰਾਓ, ਚੁੱਪ ਕਰਕੇ ਘਰ ਨੂੰ ਆ ਜਾਓ। ਜਾਣੀ ਕਿ ਸਾਨੂੰ ਐਡਜਸਟਮੈਂਟ ਦੀ ਆਦਤ ਪਾਤੀ ਉਹਨਾਂ ਨੇ। ਉਹ ਕਹਿੰਦੇ ਕਿ ਭਾਈ ਜੇ ਕੰਮ ਕਰਾਓਗੇ, ਹੁਣ ਤੁਸੀਂ ਦੇਖੋ ਇੱਕ ਛੋਟੀ ਜਿਹੀ ਗੱਲ ਹੈ, ਕੋਈ ਕੰਮ ਹੋਵੇ ਸਰਕਾਰੀ ਸਧਾਰਨ, ਜੇ ਉਹਦੇ ਵਿੱਚ ਤੁਹਾਨੂੰ ਸਰਕਾਰੀ ਫੀਸ ਹੀ ਮਿਲੇ ਜਾਂ ਉਹਨਾਂ ਕੀ ਮੁਨਾਫਾ ਹੋਵੇ ਜਿੰਨਾ ਕੁ ਹੋਣਾ ਹੁੰਦਾ, ਤੇ ਜੇ ਕੋਈ ਪੁੱਛੇ ਕੰਮ ਕਿੱਦਾਂ ਗਿਆ, ਵੀ ਉਹ ਸਿਗਾ ਕੰਮ ਕਰਦੇ, ਹਾਂ ਠੰਡਾ ਹੀ, ਕੁਛ ਵੀ ਨਹੀਂ ਬਣਿਆ ਹੀ ਕੁਛ ਨਹੀਂ, ਉਹੀ ਸਰਕਾਰੀ ਫੀਸ। ਕਮਾਲ ਹੋ ਗਈ ਹੈ। ਉਹੀ ਸਰਕਾਰੀ ਫੀਸ ਦਾ ਕੀ ਮਤਲਬ ਬਈ? ਜਾਣੀ ਜਿਹਦੇ ਵਿੱਚੋਂ ਥਦੀਕ ਤੁਹਾਨੂੰ ਆਈ ਆ ਨਾ, ਉਹ ਕੰਮ ਵਧੀਆ, ਤੇ ਜਿਹੜਾ ਨਿਯਮ ਦੇ ਮੁਤਾਬਕ ਹੋ ਗਿਆ ਉਹ ਠੰਡਾ ਲੱਸੀ, ਬਣਿਆ ਹੀ ਕੱਖ ਨਹੀਂ, ਰੱਦੀ ਹੋ ਗਿਆ ਦਿਨ। ਇਦਾਂ ਦਾ ਦਿਨ ਤਾਂ ਰੱਬ ਮੁੜ ਕੇ ਲਿਆਵੇ ਹੀ ਨਾ। ਜਾਣੀ ਕਿ ਜਦੋਂ ਬੰਦਾ ਲਾਈਨ ਦੇ ਵਿੱਚ ਲੱਗਣੋਂ ਗਰੇਜ਼ ਕਰਦਾ, ਜਦੋਂ ਬੰਦੇ ਨੂੰ ਇਹ ਲੱਗਦਾ ਕਿ ਭਾਈ ਦਿਹਾੜੀ ਭੱਜਣੀ, ਵੈਸੇ ਜਿਹੜਾ ਮੇਰੇ ਵਰਗਾ ਵਿਹਲਾ ਵੀ ਆ ਨਾ, ਕੋਈ ਕੰਮ ਨਹੀਂ, ਉਹਨੇ ਸੱਥ 'ਚ ਜਾ ਕੇ ਤਾਸ਼ ਹੀ ਕੁੱਟਣੀਆਂ, ਨਿਆਣਿਆਂ ਦੇ ਕੰਨ ਤੇ ਚਪੇੜਾਂ ਸਿੱਟਣੀਆਂ, ਉਹ ਵੀ ਕਹਿੰਦਾ ਯਾਰ 100 ਰੁਪਈਆ ਦੇ ਕੇ ਕੰਮ ਕਰਾਓ, ਕਿਹੜਾ ਖੱਜਲ ਹੋਈ ਜੂ ਸਾਰੀ ਦਿਹਾੜੀ। ਸਾਡੀ ਕੁਛ ਮਾਨਸਿਕਤਾ ਇਦਾਂ ਦੀ ਵੀ ਆ ਗਈ ਆ। ਇਹ ਜਿਹੜੀ ਮਾਨਸਿਕਤਾ ਨਾ ਬਾਟ ਸਾਹਿਬ, ਇਹ ਆਪਾਂ ਨੂੰ ਹੋ ਸਕਦਾ ਕਿ ਨਿੱਕੀ ਚੀਜ਼ ਲੱਗਦੀ ਹੋਵੇ, ਪਰ ਅਸਲ ਦੇ ਵਿੱਚ ਇਸ ਮੁਲਕ ਦਾ ਬੇੜਾ ਗਰਕ ਕਰਨ ਪਿੱਛੇ ਇਹ ਸਭ ਤੋਂ ਵੱਡਾ ਰੋਗ ਹੈ। ਕੋਈ ਇਹਨੂੰ ਮੰਨੇ ਚਾਹੇ ਨਾ ਮੰਨੇ, ਪਰ ਅਸਲ ਕਹਾਣੀ ਜਿਹਦਾ ਕਰਕੇ ਜਿਹੜਾ ਮੁਲਕ ਹੈ ਉਹ ਤਰੱਕੀ ਨਹੀਂ ਕਰ ਰਿਹਾ, ਹਰ ਰੋਜ਼ ਆਪਾਂ ਗੁਰਬਤ 'ਚ ਤੁਰੇ ਜਾਂਦੇ ਹਾਂ,
ਪੈਸਾ ਟੈਕਸਾਂ ਦੇ ਰੂਪ 'ਚ ਕਰੋੜਾਂ ਅਰਬਾਂ ਰੁਪਈਆ ਇਕੱਠਾ ਹੁੰਦਾ, ਪਰ ਉਹ ਜਿਹੜਾ ਜਾਂਦਾ ਬਾਅਦ ਦੇ ਵਿੱਚ ਜਿਨ੍ਹਾਂ ਢਿੱਡਾਂ ਦੇ ਵਿੱਚ, ਆਪਾਂ ਉਹਨੂੰ ਪੁੱਛਦੇ ਨਹੀਂ, ਆਪਾਂ ਨੂੰ ਸਵਾਲ ਨਹੀਂ ਕਰਦੇ। ਇਸ ਕਰਕੇ ਆਹ ਹਾਲਾਤ ਆਪਣੇ ਬਣ ਗਏ। ਹੁਣ ਪੰਜਾਬ ਦੀਆਂ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ, ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ 'ਚ ਬਹੁਤ ਇਮਾਨਦਾਰ ਲੋਕ ਵੀ ਬੈਠੇ ਨੇ। ਜ਼ਰੂਰ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਵੀ ਇਹਦੇ 'ਤੇ ਵੀ ਆਪਾਂ ਆਈਏ, ਇਸ ਚੀਜ਼ ਦੇ ਉੱਪਰ ਆਵਾਜ਼ ਉਠਾਉਣ ਦੀ ਅੱਜ ਲੋੜ ਹੈ। ਕਿਉਂਕਿ ਜੇ ਹੁਣ ਉਹ ਆਵਾਜ਼ ਨਾ ਚੱਕੀ ਤੇ ਫਿਰ ਇਹ ਜਿੱਧਰ ਨੂੰ ਮਹਾਨ ਤੁਰ ਪਿਆ, ਇਹ ਨਾ ਹੋਵੇ ਵੀ ਕੱਲ੍ਹ ਨੂੰ ਇੰਨਾ ਕੁ ਵੱਡਾ ਇਹ ਹੜ੍ਹ ਆ ਜਾਵੇ ਸਾਰੇ ਕੁਛ ਦਾ, ਵੀ ਜਿਹੜੇ ਉਹ ਇਮਾਨਦਾਰ ਲੀਡਰਾਂ ਨੂੰ ਅੱਜ ਲੱਗਦਾ ਵੀ ਕੋਈ ਗੱਲ ਨਹੀਂ, ਕੁਰਸੀ ਦਾ ਕਰਕੇ ਸਾਡਾ ਕੰਮ ਤਾਂ ਚੱਲੀ ਜਾਂਦਾ, ਕੱਲ੍ਹ ਨੂੰ ਉਹ ਵੀ ਇਸੇ ਰਾਹ ਰੁੜ ਜਾਣ ਤੇ ਉਹਨਾਂ ਨੂੰ ਪਤਾ ਵੀ ਨਾ ਲੱਗੇ। ਹੁਣ ਇਹਦੇ 'ਚ ਇੱਕ ਦੋ ਜ਼ਿਕਰ ਹੋਰ ਮੈਂ ਕਰਾਂ ਬਾਠ ਸਾਹਿਬ। ਆਪਾਂ ਨੂੰ ਲੱਗਦਾ ਸ਼ਾਇਦ ਸਰਕਾਰੀ ਕੰਮ ਜਿਹੜੇ ਨੇ ਜੀ ਇਹਨਾਂ ਦੇ ਵਿੱਚ ਹੀ ਲੈਣ ਦੇਣ ਹੁੰਦਾ, ਜਾਂ ਵਧੋ ਵਧੀ ਅਗਲਾ ਬੰਦਾ ਫਾਈਲ ਦੱਬ ਕੇ ਰੱਖ ਛੱਡਦਾ, ਜਦੋਂ ਅਗਲਾ ਪਤਾ ਕਰਨ ਆਊਗਾ ਫਿਰ ਉਹਦੇ ਕੋਲ ਪੈਸੇ ਲੈ ਲਵਾਂਗੇ, ਏਡੀ ਕਿਹੜੀ ਗੱਲ ਹੈ। ਪਰ ਇਹ ਇੱਕ ਚੀਜ਼ 'ਚ ਨਹੀਂ ਆ ਨਾ, ਇਹ ਤਾਂ ਸਾਰੇ ਕੁਛ 'ਚ ਹੀ ਹੈ। ਹੁਣ ਤੁਸੀਂ ਦੇਖੋ, ਇਨਫਰਾਸਟਰਕਚਰ ਬਣਾਉਣਾ ਆਪਾਂ ਨੂੰ ਕਿਤੇ ਇਹ ਨਜ਼ਰ ਨਹੀਂ ਆਉਂਦਾ ਵੀ ਇਸ ਵਕਤ ਜੇ ਪਿੰਡਾਂ ਥਾਵਾਂ ਦੇ ਉੱਪਰ ਗਲੀਆਂ ਬਣਦੀਆਂ ਨੇ, ਨਾਲੀਆਂ ਬਣਦੀਆਂ ਨੇ, ਸੜਕਾਂ ਬਣਦੀਆਂ ਨੇ, ਜਿਹੜਾ ਇੰਟਰਲੋਕ ਟਾਈਲਾਂ ਲਾਉਂਦੇ ਨੇ, ਉਹ ਕਿੱਥੋਂ ਲੱਗਦੀਆਂ ਨੇ, ਕਿਹਦੀਆਂ ਲੱਗਦੀਆਂ ਨੇ, ਕਿਹਨੂੰ ਕਿਵੇਂ ਠੇਕਾ ਦੇਣਾ, ਕਿੰਨੇ ਕਿਹੜੇ ਠੇਕੇ 'ਚੋਂ ਕੀ ਛਕਣਾ ਛਕਾਉਣਾ, ਉਹ ਸਾਰਾ ਕੁਛ ਜੇ ਮੰਨ ਲਓ ਉੱਪਰੋਂ 100 ਰੁਪਈਆ ਸੈਂਕਸ਼ਨ ਹੁੰਦਾ, ਉਹਨੂੰ ਕਿਹੜਾ ਭ੍ਰਿਸ਼ਟਾਚਾਰ ਵਾਲੀ ਸਿਉਂਕ ਖਾਂਦੀ ਨਹੀਂ। ਥੱਲੇ ਤੱਕ ਆਉਂਦੇ ਜਦੋਂ 10 ਰੁਪਈਏ ਲੱਗਦੇ ਆ। ਹੁਣ ਜਿਹੜੀ ਕਾਗਜ਼ਾਂ 'ਚ 100 ਦੀ ਬਣੀ ਚੀਜ਼ ਹੈ, ਉਹ ਜਦੋਂ 10 'ਚ ਬਣੂਗੀ ਤੇ 90 ਵਿੱਚੋਂ ਖਾਧੇ ਜਾਣਗੇ, ਉਹ 90 ਖਾਣ ਵਾਲੇ ਤਾਂ ਮਾਰ ਕੇ ਡਕਾਰ ਨਿਕਲ ਗਏ। ਪਰ ਗੱਲ ਇਹ ਆ ਵੀ ਉਹ 100 ਰੁਪਈਆ ਆਇਆ ਕਿੱਥੋਂ ਸੀਗਾ। ਹੁਣ ਇਹ ਤਾਂ ਹੈ ਨਹੀਂ ਵੀ ਲੀਡਰਾਂ ਮਸ਼ੀਨ ਲਾਈ ਹੈ ਘਰੇ, ਯਾਰ ਮੈਂ ਘਰੋਂ ਛਾਪਿਆ ਫਿਰ ਕੀ ਫਰਕ ਪੈਂਦਾ ਹੋਏ। ਉਹ ਤਾਂ ਯਾਰ ਇਕੱਲੇ ਬੰਦੇ ਦੇ ਟੈਕਸ ਦਾ ਪੈਸਾ ਨਾ। ਅਤੇ ਹੁਣ ਦੇਖੋ, ਤੁਸੀਂ ਬਾਹਰਲੇ ਮੁਲਕਾਂ 'ਚ ਦੇਖਦੇ ਹੋ, ਹਰੇਕ ਬੰਦਾ ਆਪਣੇ ਟੈਕਸ ਪੇਅਰ ਹੋਣ ਦਾ ਕਰਕੇ ਸਵਾਲ ਪੁੱਛਦਾ ਵੀ ਭਾਈ ਮੇਰੇ ਟੈਕਸ ਦੇ ਪੈਸੇ ਦਾ ਕੀ ਬਣਿਆ। ਅਤੇ ਸਾਡੇ ਵਾਲਿਆਂ ਨੂੰ ਕੋਈ ਫਿਕਰ ਹੀ ਨਹੀਂ ਹੈਗਾ ਵੀ ਭਾਈ ਸਾਹਿਬ ਜਿਹੜੇ ਸਾਡੇ ਵਾਲੇ ਯਾਨੀ ਕਿ ਉਹ ਪੰਜਾਬੀ 'ਚ ਕਹਿੰਦੇ ਨੇ ਵੀ ਸਾਡਾ ਹੀ ਸਿਰ ਹੈ ਅਤੇ ਸਾਡੀਆਂ ਹੀ ਜੁੱਤੀਆਂ ਹੀ ਫਿਰ ਵੀ ਖਾਈ ਜਾਂਦੇ ਹਾਂ। ਹਾਊ ਪਰੇ ਦੋ ਸ਼ਬਦ ਹੁੰਦੇ ਆ, ਹਾਊ ਪਰੇ, ਚੱਲ ਕੋਈ ਨਾ, ਫੇ ਕੀ ਆ, ਅਸੀਂ ਕੀ ਲੈਣਾ, ਸਾਨੂੰ ਕੀ, ਜਾਣ ਦਿਓ, ਕਿਹੜਾ ਮੂੰਹ ਲਾਵੇ ਇਹਨਾਂ ਨਾਲ। ਪਰ ਜਿਨ੍ਹਾਂ ਦੇ ਸਮੱਸਿਆ ਹੋਈ ਆ ਆਪੇ ਹੀ ਨਜਿੱਠਣ। ਆ ਜਿਹੜੇ ਅਸੀਂ 10 ਕੁ ਸ਼ਬਦ ਸਿੱਖ ਲੈ ਨਾ ਤੇ ਦਿਹਾੜੀ ਦੇ ਵਿੱਚ 100 ਵਾਰੀ ਇਹਨਾਂ ਦਾ ਉਚਾਰਨ ਕਰਦੇ ਆ, ਇਹ ਠੀਕ ਹੈ। ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਆਮ ਬੰਦੇ ਦੀ ਪਹੁੰਚ ਵੀ ਨਹੀਂ ਹੁੰਦੀ, ਆਮ ਬੰਦੇ ਦਾ ਬੌਧਿਕ ਪੱਧਰ ਵੀ ਇੰਨਾ ਚੰਗਾ ਨਹੀਂ ਹੁੰਦਾ ਕਿ ਭਾਈ ਉਹ ਮੱਥਾ ਲਾ ਲਵੇ। ਪਰ ਸੰਧਾਲੀਆ ਸਾਹਿਬ, ਜਿਹੜੇ 100 ਰੁਪਈਏ ਦੀ ਤੁਸੀਂ ਗੱਲ ਕੀਤੀ ਕਿ ਲੀਡਰ ਕੋਲੋਂ ਨਹੀਂ ਛਾਪਦਾ, ਲੋਕਾਂ ਦੇ ਟੈਕਸ ਦਾ ਪੈਸਾ, ਲੋਕਾਂ ਦੀ ਕਮਾਈ ਦਾ ਇੱਕ ਹਿੱਸਾ ਜਿਹਦੇ ਤੋਂ ਜਾਂਦਾ। ਹੁਣ ਤੁਸੀਂ ਦੇਖੋ ਕਿ ਅਸੀਂ ਕਈ ਵਾਰੀ ਇੰਨਾ ਕੀ ਦੇਖਦੇ ਹਾਂ ਕਿ ਚੱਲ ਕੋਈ ਗੱਲ ਨਹੀਂ, ਗਲੀ ਬਣਾਈ ਆ, ਟੁੱਟ ਗਈ, ਫਿਰ ਕੀ ਕਰੀਏ ਯਾਰ, 6 ਮਹੀਨਿਆਂ 'ਚ ਟੁੱਟ ਗਈ। ਜਾਣੀ ਅਸੀਂ ਇੱਕ ਬਿਸ ਘੋਲਣਾ ਸ਼ਬਦ, ਤੂੰ ਕੀ ਯਾਰ ਬਿਸ ਜੀ ਘੋਲੀ ਜਾਂਦਾ, ਜਿਹੜਾ ਬੰਦਾ ਉੱਥੇ ਦੰਦ ਜਿਹਾ ਕਰੀਚੀ ਜਾਵੇ, ਇਹਨੂੰ ਗੁੱਸਾ ਆਵੇ। ਸਾਨੂੰ ਗੁੱਸਾ ਆਉਂਦਾ ਕਿ ਭਾਈ ਆ ਕੰਮ ਚੰਗਾ ਨਹੀਂ ਹੋਇਆ। ਸੜਕ ਬਣਦੀ ਬਾਅਦ 'ਚ ਲੁੱਕ ਪਾ ਕੇ ਜਾਂਦੇ ਆ, ਟੁੱਟ ਪਹਿਲਾਂ ਜਾਂਦੀ ਹੈ। ਮਸਲਾ ਕਰਨਾ ਇਹ ਨਹੀਂ ਕਿ ਭਾਈ ਇੱਕ ਠੇਕੇਦਾਰ ਨੇ ਠੇਕਾ ਲੈ ਲਿਆ, ਵਿੱਚੋਂ ਕਿਸੇ ਲੀਡਰ ਨੇ ਪੈਸੇ ਲੈ ਲਿਆ, ਠੇਕੇਦਾਰ ਕੁਝ ਖਾ ਗਿਆ ਤੇ ਮੁੜ ਕੇ ਸੜਕ ਟੁੱਟ ਗਈ ਨਾ। ਪ੍ਰਭਾਵ ਬਹੁਤ ਦੂਰ ਤੱਕ ਪੈਂਦੇ ਆ ਜੇ ਅਸੀਂ ਸਮਝੀਏ। ਹੁਣ ਦੇਖੋ ਸੰਧਾਲੀਆ ਸਾਹਿਬ, ਇੱਕ ਸੜਕ ਬਣੀ, ਉਹਦਾ ਠੇਕਾ ਦਿੱਤਾ, ਪਤਾ ਕਿ ਠੇਕੇਦਾਰ ਨੇ ਵਿੱਚੋਂ ਖਾਣਾ ਹੈ, ਇਹਦਾ ਮਤਲਬ ਹੈ ਕਿ ਪੈਸੇ ਉੱਪਰ ਵਾਲੇ ਨੂੰ ਗਏ। ਮੁੜ ਕੇ ਜਿਹੜੇ ਅਧਿਕਾਰੀ ਨੇ ਇਨਸਪੈਕਸ਼ਨ ਕਰਨ ਆਉਣਾ, ਇਹਦਾ ਮਤਲਬ ਕਿ ਪੈਸੇ ਉਹਨੂੰ ਗਏ। ਇਹਦਾ ਮਤਲਬ ਹੈ ਕਿ ਠੇਕੇਦਾਰ ਨੇ ਵੀ ਉਹ ਮਾੜੀ ਸੜਕ ਬਣਾ ਕੇ ਉਹ 'ਚੋਂ ਪੈਸੇ ਖਾਧੇ। ਇਹ ਤਾਂ ਹੋ ਗਿਆ ਖਾਧੇ ਕਿੰਨੇ ਆ। ਆਮ ਬੰਦੇ ਤੇ ਕੀ ਪ੍ਰਭਾਵ ਪੈਂਦਾ, ਸਾਡਾ ਦੇਸ਼ ਗਰਕਦਾ ਕਿਉਂ ਆ, ਆਮ ਬੰਦਾ ਨੁਕਸਾਨਿਆ ਕਿੱਦਾਂ ਜਾਂਦਾ। ਹੁਣ ਤੁਸੀਂ ਦੇਖੋ, ਸੜਕ ਟੁੱਟ ਗਈ, ਜੇ ਮਟੀਰੀਅਲ ਚੰਗਾ ਲਾਇਆ ਹੁੰਦਾ ਟੁੱਟਦੀ ਨਾ, ਮਾੜਾ ਮਟੀਰੀਅਲ ਲਾਇਆ, ਭ੍ਰਿਸ਼ਟਾਚਾਰ ਹੋਇਆ, ਸੜਕ ਟੁੱਟ ਗਈ। ਉਹਦੇ ਤੋਂ ਬਾਅਦ ਅਸੀਂ ਗੱਡਾ ਲੈ ਕੇ ਲੰਘੇ, ਅਸੀਂ ਸਾਈਕਲ ਲੈ ਕੇ ਲੰਘੇ, ਸਕੂਟਰ ਕਾਰ ਲੈ ਕੇ ਲੰਘੇ, ਟੋਏ ਪਏ ਆ ਤੇ ਕਾਰ ਉਹਦੇ ਵਿੱਚ ਵੱਜੀ, ਸਕੂਟਰ ਵੱਜਿਆ, ਭਾਵੇਂ ਅਸੀਂ ਡਿੱਗੇ ਨਹੀਂ ਪਰ ਕੁਛ ਨਾ ਕੁਛ ਟੁੱਟੂਗਾ। ਜਦੋਂ ਟੁੱਟੂਗਾ ਮੁਰੰਮਤ ਮੰਗੂ ਤਾਂ ਸਾਡੇ ਪੈਸੇ ਲੱਗਣਗੇ। ਇਹਦੇ ਨਾਲ ਖੱਡਿਆਂ ਖੁੱਡਿਆਂ ਦੇ ਵਿੱਚ ਪਾਣੀ ਖੜ ਜਾਂਦਾ, ਪਤਾ ਨਹੀਂ ਲੱਗਦਾ, ਕਾਰਾਂ ਵੀ ਸਿੱਧੀਆਂ ਮੂੰਹ ਹੋਈਆਂ ਹੁੰਦੀਆਂ, ਐਕਸੀਡੈਂਟ ਹੁੰਦੇ ਆ, ਜਾਨਾਂ ਜਾਂਦੀਆਂ, ਲੋਕੀ ਨਕਾਰਾ ਹੁੰਦੇ ਆ, ਘਰ ਦੇ ਕਮਾਊ ਜੀ ਚਲ ਜਾਂਦੇ ਆ। ਸਾਡੀ ਆਮਦਨ ਦਾ ਬਹੁਤ ਵੱਡਾ ਹਿੱਸਾ ਵਾਹਨਾਂ ਦੀ ਰਿਪੇਅਰ ਦੇ ਵਿੱਚ ਜਾਂਦਾ, ਦਵਾਈਆਂ ਤੇ ਜਾਂਦਾ ਕਿ ਭਾਈ ਐਕਸੀਡੈਂਟ ਹੋ ਗਿਆ ਸੀ, ਕਾਹਦੇ ਕਰਕੇ ਹੋਇਆ, ਕਿਉਂਕਿ ਸੜਕ ਮਾੜੀ ਸੀ। ਹੋਰ ਦੇਖੋ, ਜਦੋਂ ਤੁਸੀਂ ਸਾਫ਼ ਸੜਕ ਤੋਂ ਜਾਓਗੇ ਤੁਹਾਨੂੰ ਕੋਈ ਦਿੱਕਤ ਨਹੀਂ, ਤੁਸੀਂ ਸਟੀਅਰਿੰਗ ਐ ਨਹੀਂ ਘੁਮਾਉਣਾ, ਤੁਹਾਨੂੰ ਪਤਾ ਕਿ ਟੋਆ ਆਉਣਾ ਹੀ ਨਹੀਂ। ਪਰ ਜੇ ਤੁਸੀਂ ਟੁੱਟੀ ਸੜਕ ਤੋਂ ਜਾਣਾ, ਕਦੀ ਐ ਨੂੰ ਕਦੀ ਬ੍ਰੇਕ ਲਾ, ਅੱਧਾ ਦਿਮਾਗ ਤੁਹਾਡਾ ਨੌਕਰੀ ਤੇ ਜਾਂਦਿਆਂ ਦਾ ਹੀ ਖਰਾਬ ਹੋ ਜਾਣਾ। ਉੱਥੇ ਜਾ ਕੇ ਫਿਰ ਜਿਹੜੀ ਕੁਰਸੀ ਤੇ ਤੁਸੀਂ ਬਹਿਣਾ ਤੇ ਮੂਹਰੇ ਜਿਹੜੀ ਲਾਈਨ ਲੱਗੀ ਆ, ਤੁਸੀਂ ਫਿਰ ਟੁੱਟ ਕੇ ਪੈਣਾ, ਕਿਉਂਕਿ ਤੁਸੀਂ ਖਿਜਿਆ ਨਹੀਂ ਜਾਣਾ। ਤੇ ਰਾਹ ਦੇ ਵਿੱਚ ਜਦੋਂ ਤੁਸੀਂ ਲੇਟ ਹੋ ਜਾਣਾ, ਕਦੀ ਇਧਰਲੇ ਪਾਸੇ ਕੋਈ ਚੀਜ਼ ਟੁੱਟ ਗਈ ਤੇ ਤੁਸੀਂ ਅੱਧਾ ਘੰਟਾ ਲੇਟ ਹੋ ਗਏ ਰਿਪੇਅਰ ਕਰਾਉਂਦੇ, ਤਾਂ ਮੂਹਰਲੇ ਜਿਹੜੇ 18 ਬੰਦੇ ਤੁਹਾਡੇ ਵਰਗੇ ਖੜੇ ਆ ਉਹ ਤਾਂ ਪਿਓ ਹੋਣੇ ਆ। ਜਾਣੀ ਕਿ ਇੱਕ ਨਹੀਂ, ਸਾਡੇ ਮਾਨਸਿਕ ਤੌਰ ਦੇ ਉੱਤੇ ਸਾਨੂੰ ਪਰੇਸ਼ਾਨ ਵੀ ਕਰਦੀਆਂ ਚੀਜ਼ਾਂ, ਰਿਪੇਅਰ ਤੇ ਵੀ ਪੈਸੇ ਲੱਗਦੇ ਆ, ਸਾਡਾ ਸਮਾਂ ਵੀ ਖਰਾਬ ਹੁੰਦਾ ਹੈ, ਤੇ ਸਭ ਤੋਂ ਵੱਡੀ ਗੱਲ ਕਿ ਐਕਸੀਡੈਂਟ ਹੋ ਕੇ ਕਿੰਨਾ ਨਗਾਰ ਹੁੰਦਾ। ਤੇ ਮਸਲਾ ਕੀ ਹੈ, ਠੇਕੇਦਾਰ ਨੇ ਉੱਪਰਲੇ ਬੰਦਿਆਂ ਨਾਲ ਰਲ ਕੇ ਪੈਸੇ ਖਾਣੇ ਆ।
ਸਾਨੂੰ ਲੱਗਦਾ ਕਿ ਉਹ ਪੈਸੇ ਖਾ ਗਿਆ, ਸਾਨੂੰ ਕੀ, ਸਾਡੇ ਤੋਂ ਕੀ ਲੈ ਗਿਆ, ਪਰ ਸਾਡੇ ਤੋਂ ਤਾਂ ਉਹ ਬਹੁਤ ਕੁਝ ਲੈ ਗਿਆ। ਅਸੀਂ ਮਾਨਸਿਕ ਤੌਰ ਦੇ ਉੱਤੇ ਇੰਨੇ ਪਰੇਸ਼ਾਨ ਹੋ ਜਾਂਦੇ ਆ, ਅਸੀਂ ਟੁੱਟ ਕੇ ਪੈਂਦੇ ਆ, ਘਰੇ ਆ ਕੇ ਤੰਗ ਹੁੰਦੇ ਆ, ਨਿਆਣਿਆਂ ਦੇ ਚੰਡਾਂ ਜੜੀ ਜਾਂਦੇ, ਘਰ ਵਾਲੀ ਨਾਲ ਲੜੀ ਜਾਂਦੇ ਆ, ਕਿਉਂਕਿ ਕਿਤੇ ਨਾ ਕਿਤੇ ਸਾਨੂੰ ਪਤਾ ਨਹੀਂ ਹੁੰਦਾ, ਪਰ ਇੱਥੇ ਬੋਝ ਜਮਾ ਹੁੰਦਾ ਆ ਕੇ ਉਹਨਾਂ ਚੀਜ਼ਾਂ ਦਾ। ਇਹ ਭ੍ਰਿਸ਼ਟਾਚਾਰ ਦੀ ਉਦਾਹਰਨ ਨਾਲ ਉਹ ਤੱਤੀ ਤਾਜ਼ੀ ਦੇ ਦਿੰਦੇ ਆ। ਅਜੇ ਝੋਨੇ ਦਾ ਸੀਜ਼ਨ ਚੱਲੀ ਜਾਂਦਾ। ਹੁਣ ਝੋਨੇ ਦੇ ਸੀਜ਼ਨ 'ਚ ਪਿਛਲੀ ਵਾਰ ਤੋਂ ਵੀ ਰੌਲਾ ਪੈਂਦਾ ਸੀ, ਐਤਕੀ ਦਾ ਜਮਾ ਖੁੱਲ੍ਹ ਕੇ ਨਸ਼ਰ ਨੰਗਾ ਚਿੱਟਾ ਸੱਚ ਸਾਹਮਣੇ ਆ ਗਿਆ ਵੀ ਕਿਵੇਂ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਤੇ ਝੋਨਾ ਇੱਥੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਪੰਜਾਬ ਦਾ ਕਹਿ ਕੇ ਸਰਕਾਰੀ ਖਾਤੇ 'ਚ ਵੇਚ ਦਿੱਤਾ ਗਿਆ। 1100-1200 ਨੂੰ ਲਿਆਂਦਾ, ਕੋਈ 1200-1400 ਨੂੰ ਪੈ ਗਿਆ, 1800 1850 ਨੂੰ ਅਸੀਂ ਵੇਚ ਦਿੱਤਾ। ਉਹ ਜੋ ਕੁਛ ਵੀ ਚੱਲਿਆ ਉਹ ਕੀ ਗੱਲ ਭ੍ਰਿਸ਼ਟਾਚਾਰ ਨਹੀਂ ਹੋਊਗਾ? ਕਿਸੇ ਨੂੰ ਤਾਂ ਪਤਾ ਹੀ ਹੋਊਗਾ ਵੀ ਇਹ ਝੋਨਾ ਕਿੱਥੋਂ ਆਇਆ, ਕਿਸੇ ਨੂੰ ਤਾਂ ਪਤਾ ਹੀ ਹੋਊਗਾ ਵੀ ਇਹ ਜੇ ਟਰਾਲੀ ਇੱਥੋਂ ਆਈ ਆ ਅਤੇ ਕਿਹਦੇ ਨਾਂ ਦੇ ਉੱਪਰ ਕਿਹੜੇ ਕਾਗਜ਼ 'ਚ ਪਾ ਕੇ ਕਿਹੜੇ ਰਜਿਸਟਰ ਦਾ ਢਿੱਡ ਭਰ ਕੇ ਅਤੇ ਫਿਰ ਆਪਾਂ ਛਕਣਾ ਛਕਾਉਣਾ। ਉਹ ਸਾਰਾ ਕੁਛ ਹੋਇਆ। ਹੁਣ ਦੇਖੋ ਕੀ ਉਹ ਜਿਹੜਾ ਪੈਸਾ ਸੀ ਜਿਹੜਾ ਪੰਜਾਬ ਦੇ ਲਈ ਸੈਂਕਸ਼ਨ ਹੋਇਆ ਸੀ ਕੇਂਦਰ ਵਾਲੇ ਪਾਸਿਓਂ, ਉਹ ਚੰਦ ਢਿੱਡਾਂ 'ਚ ਜਿਹੜਾ ਪਿਆ ਉਹ ਭ੍ਰਿਸ਼ਟਾਚਾਰ ਦਾ ਕਰਕੇ ਪਿਆ। ਇਸ ਤੋਂ ਪਹਿਲਾਂ ਆਪਾਂ ਹੁਣ ਜੇ ਇਹ ਕਹੀਏ ਵੀ ਇਹਦੇ ਨਾਲ ਫਰਕ ਨਹੀਂ ਪਿਆ, ਤੇ ਫਰਕ ਪਿਆ। ਇਸ ਤੋਂ ਪਹਿਲਾਂ ਮੈਂ ਯਾਦ ਕਰਾਉਣ ਲੱਗਿਆ ਸੀ ਵੀ ਆਪਾਂ ਨੂੰ ਯਾਦ ਹੋਣਾ ਜਦੋਂ ਦਰਿਆ ਲਾਲ ਹੋ ਗਏ ਸੀ ਅਤੇ ਮੱਛੀਆਂ ਜਿਹੜੀਆਂ ਸੀ ਉਹ ਮਰ ਕੇ ਉੱਪਰ ਆ ਗਈਆਂ ਸੀ, ਉਸ ਚੀਜ਼ ਦਾ ਕਿੰਨਾ ਕੁਛ ਬਣਿਆ। ਆਖਰਕਾਰ ਤਾਂ ਉਹ ਫੈਕਟਰੀ ਕਿਤੇ ਲੱਗੀ ਹੋਊਗੀ, ਉਹ ਪਾਣੀ ਕਿਸੇ ਨੇ ਛੱਡਿਆ ਹੀ ਹੋਊਗਾ, ਅਤੇ ਉਹ ਕੇਸ ਕਿਸੇ ਨਾ ਕਿਸੇ ਠੱਪਿਆ ਹੀ ਗਿਆ ਹੋਊਗਾ, ਅਤੇ ਉਹ ਕੋਈ ਕਿਸੇ ਦਾ ਮਾਸੀ ਦਾ ਪੁੱਤ ਭਰਾ 'ਤੇ ਲੱਗਦਾ ਨਹੀਂ। ਅਖੀਰ ਤਾਂ ਜਾ ਕੇ ਖੇਡ ਤਾਂ ਮਾਇਆ ਵਾਲੀ ਚੱਲੀ ਹੋਣੀ ਆ, ਭ੍ਰਿਸ਼ਟਾਚਾਰ ਵਾਲੀ ਚੱਲੀ ਹੋਣੀ ਆ। ਅਜੇ ਆਪਾਂ ਨੂੰ ਉਹ ਵੀ ਯਾਦ ਆ ਵੀ 100 ਤੋਂ ਉੱਪਰ ਵੱਧ ਲੋਕ ਆ ਜਿਹੜੀ ਨਾਜਾਇਜ਼ ਜਾਂ ਕਹਿ ਲਓ ਕਿ ਨਕਲੀ ਸ਼ਰਾਬ ਪੀ ਕੇ ਮਰ ਗਏ ਸੀ। ਜਿਨ੍ਹਾਂ ਦੇ ਤੁਰ ਗਏ ਉਹ ਤਾਂ ਤੁਰ ਗਏ। ਸਰਕਾਰ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਪੈਸੇ ਵੀ ਦੇ ਦਿੱਤੇ ਪਰਿਵਾਰਾਂ ਨੂੰ, ਵੀ ਆ ਲਓ ਚੱਕੋ। ਪਰ ਉਹ ਧੰਦਾ ਕੀ ਗੱਲ ਬੰਦ ਹੋ ਗਿਆ ਜਾਂ ਉਸ ਤੋਂ ਪਹਿਲਾਂ ਕਿਤੇ ਚੱਲਦਾ ਨਹੀਂ ਸੀ? ਜੇ ਉਹ ਚੱਲਦਾ ਸੀ, ਉਹ ਧੰਦਾ ਹੁਣ ਵੀ ਚੱਲ ਰਿਹਾ ਹੋਵੇਗਾ। ਜਾਂ ਨਸ਼ਿਆਂ ਦੀ ਆਪਾਂ ਗੱਲ ਕਰ ਲਈਏ, ਕੁਝ ਬੰਦੇ ਤਾਂ ਹੋਣਗੇ ਜਿਨ੍ਹਾਂ ਦੀ ਡਿਊਟੀ ਲੱਗੀ ਹੋਊਗੀ ਵੀ ਯਾਰ ਤੁਸੀਂ ਆਹ ਸਾਰਾ ਕੁਛ ਵੇਖਣਾ, ਕਿਉਂਕਿ ਇਹ ਸਾਰਾ ਕੁਛ ਲੋਕਾਂ ਨੂੰ ਨੁਕਸਾਨ ਕਰਦਾ, ਇਸ ਕਰਕੇ ਨਾ ਹੋਵੇ। ਅਸੀਂ ਤੁਹਾਨੂੰ ਤਨਖਾਹ ਦਿੰਦੇ ਹਾਂ ਅਤੇ ਤੁਸੀਂ ਇਹਦੇ 'ਤੇ ਨਿਗਾਹ ਰੱਖਿਓ। ਤਨਖਾਹ ਕਿੱਥੋਂ ਆਉਂਦੀ ਹੈ? ਲੀਡਰ ਕਿਹੜਾ ਘਰੋਂ ਛਾਪ ਕੇ ਨੋਟ ਉਹਦੀ ਜੇਬ 'ਚ ਪਾਉਂਦਾ? ਉਹ ਤਨਖਾਹ ਵੀ ਲੋਕਾਂ ਦੇ ਟੈਕਸ ਦੇ ਪੈਸੇ ਦੀ ਆਉਂਦੀ ਹੈ। ਉਹ ਬੰਦਾ ਨੌਕਰੀ ਵੀ ਕਰ ਰਿਹਾ, ਉਹਦੇ ਨਿਆਣੇ ਵੀ ਪਲ ਰਹੇ, ਉਹ ਨਜ਼ਾਰੇ ਵੀ ਲੈ ਰਿਹਾ, ਅਤੇ ਉਸ ਨੌਕਰੀ ਦੇ ਪੈਸਿਆਂ ਦੇ ਨਾਲ ਉਹ ਉੱਪਰੋਂ ਵੀ ਕਮਾਈ ਕਰ ਰਿਹਾ। ਵੀ ਠੀਕ ਹੈ, ਵੀ ਮੇਰੀ ਡਿਊਟੀ ਅੱਖਾਂ ਖੋਲ੍ਹ ਕੇ ਰੱਖਣ ਦੀ ਆ, ਮੈਂ ਅੱਖਾਂ ਬੰਦ ਕਰਨ ਦੇ ਪੈਸੇ ਲੈ ਲਈ ਨਾ, ਤੁਸੀਂ ਆਪਣਾ ਕੰਮ ਚਲਾਈ ਜਾਓ। ਹੈ ਨਹੀਂ ਲੋਕਾਂ ਨੂੰ ਦੋਹਰੀ ਮਾਰ, ਪਰ ਆਪਾਂ ਫਿਰ ਵੀ ਚੁੱਪ ਹਾਂ। ਬਿਲਕੁਲ ਸੰਧਾਲੀਆ ਸਾਹਿਬ, ਇਹ ਬੜੀਆਂ ਮਾਰਾਂ ਨੇ, ਦੋਹਰੀ ਤੀਹਰੀ ਚੌਹਰੀ ਮਾਰ ਹੈ। ਆਮ ਬੰਦਾ ਜਿਹੜਾ ਨੁਕਸਾਨਿਆ ਜਾ ਰਿਹਾ, ਵੱਢਿਆ ਟੁੱਕਿਆ ਜਾ ਰਿਹਾ, ਪਰ ਅਸੀਂ ਚੁੱਪ ਕਰਨਾ ਸਿੱਖ ਗਏ ਕਿ ਨਹੀਂ ਭਾਈ ਕੋਈ ਗੱਲ ਨਹੀਂ, ਇਕੱਠੇ ਹੁੰਦੇ ਹੀ ਨਹੀਂ। 18 ਬੰਦੇ ਜਿਹੜੇ ਕਤਾਰ 'ਚ ਖੜੇ ਆ ਕਦੇ ਇਕੱਠੇ ਨਹੀਂ ਹੁੰਦੇ। ਆਪਣਾ ਕੰਮ ਕਰਾ ਕੇ ਬੰਦਾ ਸ਼ੂਟ ਵੱਟਦਾ, ਇਹ ਨਹੀਂ ਦੇਖਦਾ ਕਿ ਹੁਣ 18ਵਾਂ ਜਿਹੜਾ ਲੱਗਾ ਜਾਂ ਕਿਤੇ 36 ਤਾਂ ਨਹੀਂ ਹੋ ਗਿਆ ਮੇਰੇ ਪਿੱਛੇ, ਕਿਉਂਕਿ ਸਾਡੇ ਕੋਲੇ ਸਮਾਂ ਵੀ ਘੱਟ ਹੁੰਦਾ, ਬੰਦਾ ਉੱਥੋਂ ਨਿਕਲ ਨਹੀਂ ਕਰਦਾ। ਯਾਰ ਇਹ ਦਫ਼ਤਰ ਮੁੜ ਕੇ ਵੜਨਾ, ਰੱਬਾ ਕਿਤੇ ਇੱਥੇ ਮੁੜ ਕੇ ਨਾ ਬਾੜੀ, ਇੱਕ ਵਾਰੀ ਛੁੱਟ ਗਏ। ਸੰਧਾਲੀਆ ਸਾਹਿਬ, ਇੱਕ ਵਾਰੀ ਇੱਕ ਬੜਾ ਆਦਰਸ਼ ਪਰਿਵਾਰ ਐਨ ਕਹਿੰਦਾ ਕਹਾਉਂਦਾ, ਧਾਰਮਿਕ ਤੌਰ ਦੇ ਉੱਤੇ ਵੀ ਵਧੀਆ ਕਿ ਭਾਈ ਬਾਬੇ 'ਚ ਆਸਥਾ ਰੱਖਣ ਵਾਲਾ, ਕਦੇ ਕੋਈ ਮਾੜੀ ਚੀਜ਼ ਖਾਣੀ ਨਹੀਂ, ਵਧੀਆ ਸੰਕੋਚ ਕੇ। ਹੁਣ ਮੁੰਡਾ ਪਹਿਲਾਂ ਅਸੀਂ ਐਡਜਸਟਮੈਂਟ ਕਿੱਦਾਂ ਕਰਦੇ ਹਾਂ, ਵੱਡਾ ਮੁੰਡਾ ਜਿਹੜਾ ਉਹ ਹੌਲੀ ਹੌਲੀ ਮਾੜਾ ਜਿਹਾ ਪਰਿਵਾਰ ਤੋਂ ਇੱਧਰ ਉੱਧਰ ਹੋਇਆ, ਕਿਉਂਕਿ ਕਿੱਥੇ ਜਾ ਕੇ ਚੂਲਾਂ ਕਿੰਨੀਆਂ ਵਿੰਗੀਆਂ ਹੋ ਜਾਂਦੀਆਂ। ਤਾਂ ਫਿਰ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਮਾੜਾ ਮੋਟਾ ਇੱਦਾਂ ਹੀ ਹੁੰਦਾ, ਨਿਆਣਿਆਂ ਪਾਊਡਰ ਖਾ ਕੇ ਡੋਲ ਡੋਲੇ ਬਣਾਉਂਦੇ ਹੁੰਦੇ ਆ। ਇੱਕ ਸਮਾਂ ਇੱਦਾਂ ਦਾ ਆ ਗਿਆ ਕਿ ਪਤਾ ਲੱਗਣ ਲੱਗ ਪਿਆ ਕਿ ਆ ਬਾਹਰੋਂ ਮੁੰਡਾ ਨਾ ਘੁੱਟ ਲਾਉਣ ਲੱਗ ਪਿਆ, ਪੈਗ ਪੁਗ ਲਾਉਣ ਲੱਗ ਪਿਆ। ਇੱਕ ਦੋ ਵਾਰੀ ਕਿਹਾ ਤੇ ਪਹਿਲਾਂ ਤਾਂ ਉਹ 'ਤੇ ਬੜੇ ਗੁੱਸੇ, ਫਿਰ ਪਤਾ ਲੱਗਾ ਕਿ ਮੁੰਡਾ ਵੱਡੀਆਂ ਚੀਜ਼ਾਂ ਛਕਣ ਛਕਾਉਣ ਲੱਗ ਪਿਆ, ਜਿਹੜੀਆਂ ਕਹਿੰਦੇ ਬਾਰਡਰੋਂ ਪਾਰ ਆਉਂਦੀਆਂ। ਫਿਰ ਇੱਥੋਂ ਤੱਕ ਨੌਬਤ ਆ ਗਈ, ਉਹ ਕਹਿਣ ਪੇਟੀ ਤੈਨੂੰ ਘਰੇ ਲਿਆ ਦਿਆ ਕਰਾਂਗੇ, ਉਹ ਸੂਟੇ ਸਾਟੇ ਜਿਹਾ ਲਾਉਣੇ ਛੱਡ ਦੇ। ਯਾਨੀ ਅਸੀਂ ਇੰਨੀ ਐਡਜਸਟਮੈਂਟ ਨਹੀਂ ਕਰਨੀ, ਆਪਾਂ ਇੱਥੇ ਤੱਕ ਨਹੀਂ ਪਹੁੰਚਣ ਦੇਣਾ ਕਿ ਭਾਈ ਜਿਹੜੇ ਬੰਦੇ ਕਦੇ ਘਰ ਨਹੀਂ ਸੀ ਜਿਹੜੀ ਚੀਜ਼ ਬਾੜਦੇ, ਤੇ ਮਜਬੂਰੀ ਬਸ ਸਾਨੂੰ ਮੁੜ ਕੇ ਇਹ ਕਹਿਣਾ ਪਵੇ ਕਿ ਆਪਣੇ ਪੈਸਿਆਂ ਦੀ ਪੇਟੀ ਤੈਨੂੰ ਆਪ ਲਿਆ ਕੇ ਦੇਵਾਂਗੇ, ਪਰ ਉਹ ਚੀਜ਼ ਨਾ ਖਾ ਪੀ ਲਈ ਜਿਹਦੇ ਨਾਲ ਤੂੰ ਤਬਾਹ ਹੀ ਹੋ ਜਾਵੇਂ। ਅੱਜ ਅਸੀਂ ਉਸ ਥਾਂ ਦੇ ਉੱਤੇ ਪਹੁੰਚਣ ਵਾਲੇ ਹਾਂ। ਤੁਸੀਂ ਦੇਖੋ, ਮੇਰੇ ਵਰਗਾ ਬੰਦਾ ਲੁਧਿਆਣੇ ਵਿੱਚ ਦੀ ਲੰਘੇ, ਤੁਸੀਂ ਲੰਘੋ, ਇੱਕ ਵਾਰੀ ਬੁੱਢੇ ਨਾਲੇ ਦੇ ਕੋਲ ਦੀ ਲੰਘ ਜਾਓ, ਜਿਹਨੂੰ ਕਦੇ ਦਰਿਆ ਕਹਿੰਦੇ ਸੀ, ਉਸ ਬੁੱਢੇ ਨਾਲੇ ਦੇ ਕੋਲ ਦੀ ਲੰਘ ਕੇ 2 ਮਿੰਟ ਜਾ ਕਿੱਦਾਂ ਮੁਸ਼ਕ ਆਉਂਦਾ, ਸੜਿਆਂ ਅੰਦਰ ਆਹ ਕੀ ਕੀਤਾ, 5 ਮਿੰਟ ਜਦੋਂ ਉਹਦੇ ਤੋਂ ਪਰੇ ਚਲ ਗਿਆ ਚੁੱਪ। ਹੁਣ ਤੁਸੀਂ ਦੇਖੋ 25 30 40 150 200 ਫੈਕਟਰੀਆਂ ਹੋਣੀਆਂ, ਪਾਈਪ ਪਾ ਕੇ ਬਿਨਾਂ ਟਰੀਟ ਕੀਤਿਆਂ ਸੀਵਰੇਜ ਦਾ ਪਾਣੀ ਵਿੱਚ ਛੱਡਦੇ ਆ, ਜਿਹੜਾ ਉਹਨਾਂ ਫੈਕਟਰੀਆਂ 'ਚ ਵਰਤਿਆ, ਤੇ ਉਹਦੇ ਕਰਕੇ ਬੁੱਢੇ ਨਾਲੇ ਦੇ ਵਿੱਚ ਗੰਦਗੀ ਹੈ। ਸਾਡੇ ਤੇ ਪ੍ਰਭਾਵ ਕੀ ਹੈ? ਮੁੜ ਕੇ ਸਤਲੁਜ 'ਚ ਪੈਂਦਾ, ਸਤਲੁਜ ਦੇ ਆਲੇ ਦੁਆਲੇ ਪਿੰਡ ਹੋਣੇ ਆ, ਪਾਣੀ ਥੱਲੇ ਧਰਤੀ 'ਚ ਵੀ ਜਾਂਦਾ ਹੋਣਾ, ਆਲੇ ਦੁਆਲੇ ਦੀ ਫਸਲਬਾੜੀ 'ਚ ਵੀ ਜਾਂਦਾ ਹੋਣਾ, ਉਹ ਰਾਜਸਥਾਨ ਤੱਕ ਜਾਂਦਾ, ਨਹਿਰਾਂ ਨਿਕਲਦੀਆਂ। ਕੀ ਪਤਾ ਉਹ ਪਾਣੀ ਦੀ ਵਰਤੋਂ ਕਿਹੜੀ ਫਸਲ ਦੇ ਲਈ ਹੋਈ ਹੈ, ਕਿਹੜੀ ਸਬਜ਼ੀ ਦੇ ਲਈ ਹੋਈ ਹੈ, ਕਿਹੜੇ ਫਰੂਟ ਦੇ ਲਈ ਹੋਈ ਹੈ, ਤੇ ਉਹ ਫਿਰ ਉਧਰਲੇ ਪਾਸਿਓਂ ਹੁੰਦਾ ਬਾਜ਼ਾਰਾਂ ਦੇ ਵਿੱਚ ਆ ਕੇ ਉਸ ਦਾ ਤੁਹਾਡੇ ਢਿੱਡ 'ਚ ਹੀ ਆਉਣਾ। ਤੇ ਜਿਹੜਾ ਪਾਣੀ ਸਾਰੇ ਸਤਲੁਜ ਨੂੰ ਖਰਾਬ ਕਰ ਦੂਗਾ, ਭਾਵੇਂ ਪਾਕਿਸਤਾਨ ਨੂੰ ਜਾਵੇ,
ਦੁਨੀਆ ਦੇ ਕਿਸੇ ਵੀ ਖਿੱਤੇ ਜਾਵੇ, ਨੁਕਸਾਨ ਤਾਂ ਆਮ ਬੰਦੇ ਦਾ ਨਾ। ਅਸੀਂ ਕਿੰਨੇ ਕੁ ਫਿਲਟਰ ਲਵਾ ਲੈਣੇ ਆ, ਅਸੀਂ ਕਿੰਨੇ ਕੁ ਘਰਾਂ ਦੇ ਕਮਰਿਆਂ ਦੇ ਵਿੱਚ ਹਵਾ ਨੂੰ ਸ਼ੁੱਧ ਕਰਨ ਵਾਲੇ ਯੰਤਰ ਲਵਾ ਲੈਣੇ ਆ। ਸਾਡੇ ਤੋਂ ਇਲਾਜ ਲੂਜ ਨਹੀਂ ਮੁੜ ਕੇ ਕਰਾ ਹੋਣੇ। ਅੱਜ ਸਾਰਾ ਹੀ ਪੰਜਾਬ ਚੁੱਪ ਆ। ਆ 2-4 ਜਥੇਬੰਦੀਆਂ ਕੰਮ ਕਰਦੀਆਂ ਕਿ ਭਾਈ ਬੁੱਢੇ ਨਾਲੇ ਨੂੰ ਠੀਕ ਕਰਨਾ, ਬੁੱਢੇ ਨਾਲੇ ਨੂੰ ਠੀਕ ਕਰਨਾ। ਕਈ ਸਰਕਾਰਾਂ ਆਈਆਂ, ਕਈ ਵੱਡੇ ਢਿੱਡਾਂ ਵਾਲੇ ਸਰਕਾਰਾਂ ਚ ਆਏ, ਕਈ ਗਏ, ਕਈ ਹੈਗੇ। ਬੁੱਢਾ ਨਾਲਾ ਨਹੀਂ ਇਹਨਾਂ ਤੋਂ ਸਾਫ਼ ਹੋਇਆ। ਇਹਦੇ ਤੋਂ ਵੱਡਾ ਭ੍ਰਿਸ਼ਟਾਚਾਰ ਕੀ ਹੋ ਸਕਦਾ? ਨਹੀਂ, ਇਹ ਭ੍ਰਿਸ਼ਟਾਚਾਰ ਹੀ ਹੈ। ਦੇਖੋ, ਮੁਸ਼ਕਲ ਤੇ ਇਹ ਵੀ ਹੈ ਨਾ ਵੀ ਜਦੋਂ ਹੁਣ ਕੈਂਸਰ ਟ੍ਰੇਨ ਜਿਹਨੂੰ ਆਪਾਂ ਕਹਿਣ ਲੱਗ ਪਏ, ਉਹ ਭਰ ਕੇ ਜਾਂਦੀ ਹੈ ਰਾਜਸਥਾਨ ਨੂੰ, ਤੇ ਉਦੋਂ ਆਪਾਂ ਉੱਥੇ ਇਹ ਵਿਚਾਰ ਥੋੜ੍ਹਾ ਕਰਦੇ ਹੁੰਦੇ ਹਾਂ ਵੀ ਇਹ ਆਈ ਕਿੱਥੋਂ ਹੋਏਗੀ ਅਲਾਮਤ, ਇਹ ਸਾਨੂੰ ਰੋਗ ਲੱਗ ਕਿੱਥੋਂ ਗਿਆ। ਉੱਥੇ ਤੇ ਫਿਰ ਅਸੀਂ ਇਹੀ ਸੋਚੀ ਜਾਂਦੇ ਹਾਂ ਵੀ ਮਹਾਰਾਜ ਨੇ ਕਿਤੇ ਕਰਮਾਂ ਦਾ ਰੋਗ ਦੇ ਦਿੱਤਾ ਇਹੋ ਜਿਹਾ, ਕੀ ਕਰੀਏ ਹੁਣ ਮਹਾਰਾਜ, ਅਸੀਂ ਪਤਾ ਨਹੀਂ ਕੀ ਤੇਰਾ ਮਾੜਾ ਕੀਤਾ ਸੀ ਵੀ ਸਾਡੇ ਕੋਲੋਂ ਕਿਹੜਾ ਪਾਪ ਹੋ ਗਿਆ ਸੀ। ਉਹ ਵਿਚਾਰਾ ਫਿਰ ਆਪਣੇ ਆਪ ਨੂੰ ਦੋਸ਼ੀ ਸਮਝੀ ਜਾਂਦਾ ਵੀ ਸ਼ਾਇਦ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਜਿਹਦਾ ਕਰਕੇ ਮੈਨੂੰ ਆਹ ਸਜ਼ਾ ਮਿਲੀ ਹੈ। ਪਰ ਇਹਦੇ ਵੱਲ ਕੋਈ ਧਿਆਨ ਨਹੀਂ ਹੈਗਾ ਵੀ ਇਹ ਜੋ ਕੁਛ ਕੀਤਾ ਕਰਾਇਆ ਜਾ ਰਿਹਾ, ਇਹਦੇ ਨਾਲ ਆਮ ਲੋਕਾਂ ਦੇ ਹਾਲਾਤ ਕੀ ਆ। ਤੁਸੀਂ ਦੇਖੋ ਬਾਠ ਸਾਹਿਬ, ਇਹ ਤੇ ਆਪਾਂ ਨੂੰ ਥੱਲੇ ਵਾਲੀਆਂ ਗੱਲਾਂ ਲੱਗਦੀਆਂ। ਕਿੰਨੀਆਂ ਡੀਲਾਂ ਆਪਾਂ ਦੇਖੀਆਂ ਜਿਹੜੀਆਂ ਵੱਡੇ ਲੈਵਲ ਦੇ ਉੱਪਰ ਹੋਈਆਂ। ਡੀਲਾਂ ਦਾ ਮਤਲਬ ਕਿ ਵੀ ਦੇਸ਼ ਦੀ ਰੱਖਿਆ ਦੇ ਲਈ ਕੀ ਲੈਣਾ ਜੀ, ਤੋਪਾਂ ਲੈਣੀਆਂ, ਕੀ ਲੈਣਾ ਜੀ, ਹੈਲੀਕਾਪਟਰ ਲੈਣੇ, ਹੁਣ ਕੀ ਲੈਣਾ ਜੀ, ਜਹਾਜ਼ ਲੈਣੇ ਜਿਹੜੇ ਬਹੁਤ ਗਾਂਹ ਦੇ ਹੋਣ। ਕਿਹੜੀ ਡੀਲ ਹੈ ਜਿਹੜੀ ਡੀਲ ਦੇ ਵਿੱਚ ਦਲਾਲੀ ਦਾ ਰੌਲਾ ਨਹੀਂ ਪਿਆ? ਕਿਹੜੀ ਡੀਲ ਹੈ ਜਿਹੜੀ ਡੀਲ ਦੇ ਵਿੱਚ ਇਹ ਨਹੀਂ ਰੌਲਾ ਪਿਆ ਕਿ ਵੀ ਪੈਸੇ ਨਹੀਂ ਖਾਧੇ ਗਏ? ਹੁਣ ਜੇ ਲੀਡਰ ਤਬਕਾ ਜਾਂ ਜਿਹੜੇ ਉੱਪਰ ਰਾਜ ਕਰਨ ਵਾਲੀਆਂ ਧਿਰਾਂ ਨੇ, ਚਾਹੇ ਉਹ ਕਿਸੇ ਵੀ ਪਾਰਟੀ ਦੀਆਂ ਹੋਣ, ਜੇ ਉਹ ਇੱਥੋਂ ਤੱਕ ਅੱਪੜ ਗਈਆਂ ਵੀ ਜਿਸ ਦੇਸ਼ ਦੇ ਸੰਵਿਧਾਨ ਦੀ ਸਹੁੰ ਖਾ ਕੇ ਤੇ ਆਪਾਂ ਉਸ ਦੇਸ਼ ਦੀ ਰਾਖੀ ਦੇ ਲਈ ਚੀਜ਼ਾਂ ਖਰੀਦ ਲਏ ਆ, ਉਹਦੇ ਵਿੱਚੋਂ ਵੀ ਆਪਾਂ ਪੈਸੇ ਭਾਲਦੇ ਤੇ ਦਲਾਲੀ ਭਾਲਦੇ ਆ, ਤੇ ਫਿਰ ਕਿੱਡਾ ਕੁ ਕਿਰਦਾਰ ਰਹਿ ਗਿਆ ਆਪਣਾ, ਤੇ ਲੋਕ ਫਿਰ ਵੀ ਚੁੱਪ ਨੇ। ਇਹ ਬੜੀ ਅਜੀਬ ਸਥਿਤੀ ਆ। ਤੁਸੀਂ ਦੇਖੋ ਸੰਧਾਲੀਆ ਸਾਹਿਬ, ਮੈਨੂੰ ਕੀ, ਅਸੀਂ ਉੱਥੇ ਬਹਿ ਗਏ, ਗੁਆਂਢੀਆਂ ਦੇ ਘਰ ਛੱਤਰ ਪੋਲਾ ਹੁੰਦਾ, ਕੋਈ ਜਨਾਨੀ ਕੁੱਟੀ ਜਾਂਦਾ, ਕੋਈ ਨਿਆਣਾ ਕੁੱਟੀ ਜਾਂਦਾ, ਮੈਨੂੰ ਕੀ, ਚੁੱਪ ਕਰਕੇ ਬੈਠੋ। ਆਪਾਂ ਕਾਹਤੋਂ ਲੜਾਈ ਮੁੱਲ ਲੈਣੀ? ਅਗਲੇ ਦੇ ਘਰ ਦੀ ਆ, ਸਾਨੂੰ ਕੀ? ਕਿਸੇ ਦਾ ਨਿੱਕਾ ਨਿਆਣਾ ਕੁਝ ਖਾਣ ਲੱਗ ਪਿਆ, ਸਾਨੂੰ ਕੀ? ਹੁਣ ਐਡੀ ਵੱਡੀ ਗੱਲ ਹੋਈ ਆ। ਤੁਸੀਂ ਜਿਹੜੀ ਦੇਸ਼ ਦੀ ਦਲਾਲੀ ਦੀ ਗੱਲ ਕੀਤੀ ਆ ਕਿ ਭਾਈ ਉੱਪਰਲੇ ਪਾਸੇ ਆਉਂਦੇ ਆ ਤੇ ਵਿਦੇਸ਼ਾਂ 'ਚੋਂ ਪੈਸੇ ਪੂਹੇ ਚੱਕੀ ਜਾਂਦੇ ਆ ਕਿ ਭਾਈ ਸਾਡਾ ਘਰ ਭਰੇ। ਇੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਜੀਫੇ ਦੀ ਗੱਲ ਤੁਰੀ। 3 ਲੱਖ ਵਿਦਿਆਰਥੀ, 3 ਲੱਖ ਵਿਦਿਆਰਥੀ ਤੋਂ ਭਾਵ 3 ਲੱਖ ਪਰਿਵਾਰ, 3 ਲੱਖ ਪਰਿਵਾਰਾਂ ਤੋਂ ਭਾਵ ਕਿ ਜੇ 5 ਜੀ ਵੀ ਔਸਤਨ ਲਾ ਦਈਏ ਤਾਂ 5 15 ਲੱਖ ਬੰਦਾ ਬਣਦਾ, ਜਿਨ੍ਹਾਂ ਨੇ 15 ਲੱਖ ਪੰਜਾਬ ਦੇ ਲੋਕਾਂ ਤੇ ਜਿਸ ਸਕੀਮ ਨੇ ਪ੍ਰਭਾਵ ਪਾਉਣਾ ਸੀ, ਪੈਸੇ ਹੀ ਨਹੀਂ ਆਏ। ਯਾਨੀ ਐਡਾ ਵੱਡਾ ਭ੍ਰਿਸ਼ਟਾਚਾਰ। ਨਿੱਕੇ ਨਿਆਣਿਆਂ ਨੇ ਪੜ੍ਹਨਾ ਹੋਵੇ, ਉਹਨਾਂ ਨੂੰ ਕਾਲਜ ਯੂਨੀਵਰਸਿਟੀਆਂ ਕਹਿਣ ਕਿ ਤੁਹਾਡੀ ਫੀਸ ਨਾ ਸਰਕਾਰ ਨੇ ਦਿੱਤੀ ਆ, ਤੁਸੀਂ ਵੀ ਨਹੀਂ ਦਿੱਤੀ, ਅਸੀਂ ਡਿਗਰੀ ਨਹੀਂ ਦਿੰਦੇ, ਅਸੀਂ ਡਿਪਲੋਮਾ ਨਹੀਂ ਦਿੰਦੇ, ਪਹਿਲਾਂ ਇੱਥੇ ਪੈਸੇ ਜਮ੍ਹਾਂ ਕਰਾਓ। ਜਦ ਸਰਕਾਰ ਦੀ ਸਕੀਮ ਹੈ ਕਿ ਪੈਸੇ ਆਉਣੇ, ਕਾਲਜ ਨੇ ਖਾਧੇ ਆ, ਕਾਲਜ ਦੇ ਪ੍ਰਬੰਧਕਾਂ ਦੀਆਂ ਮੁਸ਼ਕਾਂ ਕੱਸੋ। ਸਰਕਾਰ ਨੇ ਹੋਰ ਕਿਤੇ ਵਰਤ ਲਏ ਆ, ਸਰਕਾਰ ਤੇ ਕਾਰਵਾਈ ਕਰੋ। ਜੇ ਕਿਸੇ ਕਲਰਕ ਨੇ ਇੱਧਰ ਉੱਧਰ ਵਰਤ ਲਿਆ, ਉਹ ਤੇ ਕਾਰਵਾਈ ਕਰੋ। ਨਿਆਣੇ ਦਾ ਕਸੂਰ ਕੀ ਆ? ਤੁਸੀਂ 3-3 ਸਾਲ ਪੰਜਾਬ ਦੇ 2-3 ਲੱਖ ਨਿਆਣੇ ਦਾ ਭਵਿੱਖ ਇੱਧਰ ਉੱਧਰ ਕਰਤਾ। ਹੋਇਆ ਕੀ? ਅਜੇ ਵੀ ਕੁਛ ਨਹੀਂ। ਸਾਡੀ ਸਕੀਮ ਬਣਾਤੀ ਜੀ, ਕੇਂਦਰ ਨੇ ਬੰਦ ਕਰ ਦਿੱਤੀ ਜੀ। ਉਹ ਪਹਿਲਾਂ ਪਤਾ ਤਾਂ ਕਰੋ। ਜਿਹੜਾ ਕੋਈ ਲੀਡਰ ਸੱਜੇ ਖੱਬੇ ਹੁੰਦਾ, ਫਲਾਣੇ ਲੀਡਰ ਦੇ ਵੀ ਕਾਲਜ ਆ, ਉੱਥੇ ਛਾਪਾ ਮਰਾ ਦਿਓ। ਪਹਿਲਾਂ ਨਹੀਂ ਸੀ ਪਤਾ। ਸੰਧਾਲੀਆ ਸਾਹਿਬ, ਆ ਜਿਹੜੀਆਂ ਭ੍ਰਿਸ਼ਟਾਚਾਰ ਦੀਆਂ ਤੰਦਾਂ ਸਾਡਾ ਭਵਿੱਖ ਤਬਾਹ ਕਰਦੀਆਂ। ਹੁਣ ਨਿਆਣੇ ਨੇ 3 ਸਾਲਾਂ 'ਚ ਨੌਕਰੀਆਂ ਤੇ ਵੀ ਲੱਗ ਜਾਣਾ ਸੀ, ਵਿਆਹ ਜੋਗੇ ਵੀ ਹੋ ਜਾਣਾ। ਉਹਨਾਂ 3 ਸਾਲਾਂ ਦੇ ਵਿੱਚ ਉਹਨਾਂ ਦੇ ਦਿਮਾਗ ਤੇ ਪ੍ਰਭਾਵ ਕੀ ਹੋਊਗਾ? ਕਿੰਨਾ ਕੁ ਸਟੇਬਲ ਹੋ ਜਾਣਗੇ? ਕਿੰਨਾ ਕੁ ਆਮ ਜੀਵਨ ਜਿਉ ਸਕਣਗੇ? ਕਈਆਂ ਦੀ ਤਾਂ ਉਮਰ ਵੀ ਨੌਕਰੀ ਤੋਂ ਲੰਘ ਗਈ ਹੋਣੀ ਹੈ। ਕਈਆਂ ਨੇ ਤਾਂ ਪਤਾ ਨਹੀਂ ਕਿੰਨੇ ਕਰਾਹੇ ਵੀ ਕੋਈ ਨਾ ਕੋਈ ਹੋ ਸਕਦਾ ਪੈ ਗਿਆ ਹੋਵੇ, ਦਿਮਾਗੋਂ ਪਰੇਸ਼ਾਨ ਹੋ ਗਿਆ ਹੋਵੇ ਕੋਈ ਬੰਦਾ ਕਿ ਭਾਈ ਮੈਂ 3 ਸਾਲ ਪੜ੍ਹਦਾ ਵੀ ਰਿਹਾ, ਆਹੀ ਸਮਾਂ ਸੀ, ਬਾਪੂ ਦਾ ਕਰਜ਼ਾ ਲਾਉਣਾ ਸੀ, ਮੈਨੂੰ ਸੀਗਾ ਕਿ ਹੋ ਸਕਦਾ ਮੈਂ ਕਿ ਕੰਮ ਜੋਗਾ ਹੋ ਜਾਵਾਂ, ਤੇ ਮੋਹਰਿਓਂ ਕਦੇ ਐਸ ਮੰਤਰੀ ਤੇ ਦੋਸ਼ ਲੱਗ ਗਿਆ, ਕਦੇ ਕੇਂਦਰ ਦੀ ਸਰਕਾਰ ਤੇ ਦੋਸ਼ ਲੱਗ ਗਿਆ। 7-8 ਧਰਨੇ ਦਿੱਤੇ, ਤੁਸੀਂ ਦੇਖੋ 7-8 ਧਰਨੇ। ਨਿਆਣਿਆਂ ਦਾ ਕੀ ਹੋਇਆ? ਕੱਖ ਵੀ ਨਹੀਂ। ਆਹੀ ਤਾਂ ਗੱਲ ਹੈ ਜੀ। ਇਹ ਚੀਜ਼ਾਂ ਅਸੀਂ ਅੱਜ ਆਪ ਜੀ ਦੇ ਨਾਲ ਤਾਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਇਹ ਗੱਲਾਂ ਉਹ ਨੇ ਜਿਨ੍ਹਾਂ ਗੱਲਾਂ ਦਾ ਕਰਕੇ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਨੇ। ਇਹ ਸਾਰੇ ਕੁਛ ਨੂੰ ਲੋਕ ਜਾਂ ਲੀਡਰ ਸਾਹਿਬ ਜਾਂ ਕਈ ਵਾਰ ਬਿਆਨ ਦੇਣ ਵਾਲੇ ਇੱਕ ਅੰਗਰੇਜ਼ੀ ਤੇ ਇੱਕ ਪੰਜਾਬੀ ਦੇ ਸ਼ਬਦ ਦੇ ਵਿੱਚ ਸਮੇਟ ਦਿੰਦੇ। ਜਾਂ ਤਾਂ ਜੀ ਇਹ ਕਰਪਸ਼ਨ ਹੋ ਗਈ ਜਾਂ ਇਹ ਭ੍ਰਿਸ਼ਟਾਚਾਰ ਹੋ ਗਿਆ। ਚੀਜ਼ ਇੱਕੋ ਹੀ ਹੈ, ਭਾਵੇਂ ਅੰਗਰੇਜ਼ੀ 'ਚ ਕਹਿ ਲਓ ਭਾਵੇਂ ਪੰਜਾਬੀ 'ਚ ਕਹਿ ਲਓ। ਆਪਾਂ ਨੂੰ ਵੀ ਹੁਣ ਆਦਤ ਪੈ ਗਈ ਵੀ ਕਰਪਸ਼ਨ ਹੈ, ਭ੍ਰਿਸ਼ਟਾਚਾਰ ਹੈ, ਪਰ ਉਹ ਕਿਸ ਹੱਦ ਤੱਕ ਚੱਲ ਗਿਆ ਆਪਾਂ ਉਹਦੇ ਵੱਲ ਧਿਆਨ ਹੀ ਨਹੀਂ ਦਿੰਦੇ। ਐਂਡ ਉਹਦਾ ਕਿਸੇ ਲੀਡਰ ਨੂੰ ਕੋਈ ਨੁਕਸਾਨ ਨਹੀਂ। ਅਖੀਰ ਜੇ ਨੁਕਸਾਨ ਹੋ ਰਿਹਾ ਉਹ ਤੋਂ ਸਾਨੂੰ ਹੋ ਰਿਹਾ, ਕਾਂ ਸਾਡੇ ਨਿਆਣਿਆਂ ਨੂੰ ਹੋ ਰਿਹਾ। ਆਪਾਂ ਭ੍ਰਿਸ਼ਟਾਚਾਰ ਤੋਂ ਮੈਨੂੰ ਗੱਲ ਯਾਦ ਆ ਗਈ ਬਾਠ ਸਾਹਿਬ, ਇਸ ਵਕਤ ਇੱਕ ਬਹੁਤ ਵੱਡਾ ਧਾਰਮਿਕ ਮਸਲਾ ਬਣਿਆ ਹੋਇਆ। 1 ਸਦੀ ਬੀਤਣ ਤੋਂ ਬਾਅਦ ਬਹੁਤ ਵੱਡੇ ਸਮਾਗਮ ਦੇ ਵਿੱਚ ਸਭ ਤੋਂ ਉੱਚੀ ਪਦਵੀ 'ਤੇ ਬੈਠੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਕਹਿਣਾ ਪਿਆ ਕਿ ਵੀ ਉਹ ਜਿਹੜਾ ਮਸਲਾ ਤੁਸੀਂ ਬਣਾ ਲਿਆ ਗੁਰੂ ਗ੍ਰੰਥ ਸਾਹਿਬ ਦਾ, ਉਹ ਬੇਅਦਬੀ ਦਾ ਨਹੀਂ, ਉਹ ਕਰਪਸ਼ਨ ਦਾ ਹੈ। ਤੁਸੀਂ ਦੇਖੋ ਕਿ ਭ੍ਰਿਸ਼ਟਾਚਾਰ ਸ਼ਬਦ ਇੱਕ ਏਡੀ ਵੱਡੀ ਸੰਸਥਾ ਦੇ ਏਡੇ ਵੱਡੇ ਸਮਾਗਮ ਦੇ ਵਿੱਚ ਸਭ ਤੋਂ ਉੱਚੇ ਅਹੁਦੇ 'ਤੇ ਬੈਠੇ ਬੰਦੇ ਦੇ ਮੂੰਹੋਂ ਵੀ ਨਿਕਲਣ ਲੱਗ ਪਵੇ
ਤੇ ਉਹ ਕਿੱਥੇ ਕੁ ਪਹੁੰਚ ਗਏ ਆਪਾਂ। ਮੈਂ ਤਾਂ ਉਹਨਾਂ ਬੰਦਿਆਂ ਦੇ ਹੈਰਾਨ ਆ। ਚਲੋ ਆਪਾਂ ਜਥੇਦਾਰ ਸਾਹਿਬ ਦੀ ਮੰਨ ਲਈਏ, ਜਿਵੇਂ ਉਹ ਕਹਿੰਦੇ ਆ ਵੀ ਸਰੂਪ ਆਏ ਸੀ, ਸਰੂਪ ਉੱਥੇ ਕਿਸੇ ਨੂੰ ਭੇਟ ਕੀਤੇ ਗਏ, ਉਹਦੀ ਜਿਹੜੀ ਭੇਟਾ ਆਈ ਉਸ ਭੇਟਾ ਦੀ ਉਹਨਾਂ ਨੇ ਜਮ੍ਹਾਂ ਨਹੀਂ ਕਰਾਏ ਤੇ ਆਪਣੀ ਜੇਬ 'ਚ ਪਾ ਲਏ। ਤੁਸੀਂ ਦੇਖੋ ਯਾਰ ਉਹ ਬੰਦੇ ਤੇ ਕੀ ਬੀਤਦੀ ਹੋਊਗੀ। ਮੰਨ ਲਓ ਗੱਡੀ 'ਚ ਉਤਰਿਆ ਹੋਊਗਾ, ਕਿਸੇ ਨੂੰ ਕਿਹਾ ਹੋ ਵੀ ਇੱਥੋਂ ਕੇਲੇ ਪਾ ਦੇ ਬਈ, ਸੇਬ ਪਾ ਦੇ ਬਈ, ਆਹ ਲੈ 500 ਰੁਪਈਆ। ਇੱਕ ਵਾਰ ਸੋਚਣਾ ਆਈ ਹੋਊਗੀ ਤੇ ਦਿਮਾਗ 'ਚ ਵੀ ਇਹ 500 ਰੁਪਈਆ ਜਿਹੜਾ ਮੈਂ ਇਸ ਵਕਤ ਕੇਲੇ ਸੇਬ ਖਰੀਦ ਕੇ ਤੇ ਆਪਣੇ ਨਿਆਣਿਆਂ ਨੂੰ ਖਵਾਉਣ ਲੱਗਾ, ਇਹ 500 ਆਇਆ ਕਿੱਥੋਂ? ਮੈਂ ਗੁਰੂ ਵੇਚਿਆ ਉਹਲੇ, ਉਸ ਚੀਜ਼ ਦੇ ਪੈਸੇ ਆ। ਆਪਾਂ ਨੂੰ ਸੋਚ ਹੀ ਨਹੀਂ ਆਉਂਦੀ। ਤਾਂ ਮਤਲਬ ਇਸ ਹੱਦ ਤੱਕ ਆਪਾਂ ਗਰਕ ਗਏ ਹਾਂ। ਤੁਸੀਂ ਤਾਂ ਬਹੁਤ ਦੂਰ ਚਲ ਗਏ ਕੇਲਿਆਂ ਵਾਲੀ ਰੇਹੜੀ ਤੇ। ਉਹ ਕੇਲਿਆਂ ਵਾਲੀ ਰੇਹੜੀ ਤੇ ਜਾਣ ਤੋਂ ਪਹਿਲਾਂ ਜਿੱਥੋਂ ਉਹਨੇ ਸਰੂਪ ਦਿੱਤਾ ਹੋਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ, ਉਸ ਕਮਰੇ 'ਚੋਂ, ਉਸ ਦਫ਼ਤਰ 'ਚੋਂ ਬਾਹਰ ਨਿਕਲ ਲੱਗਿਆ ਉਸੇ ਤਰ੍ਹਾਂ ਦੇ ਦੂਸਰੇ ਸਰੂਪ ਦੇ ਸਾਹਮਣੇ ਝੁੱਕ ਕੇ ਮੱਥਾ ਟੇਕਿਆ, ਵਾਹਿਗੁਰੂ ਭਲਾ ਕਰੇ। ਐ ਵੀ ਕਿਹਾ ਹੋਣਾ। ਜਿਹਨੂੰ ਉਸ ਵੇਲੇ ਨਾ ਚੇਤਾ, ਉਹਨੂੰ ਕੇਲਿਆਂ ਦੀ ਰੇਹੜੀ ਤੇ ਜਾ ਕੇ ਤਾਂ ਸੰਧਾਲੀਆ ਸਾਹਿਬ ਚੇਤਾ ਕੀ ਆਉਣਾ। ਜਿਹਨੂੰ ਉਸ ਵੇਲੇ ਇਸ ਗੱਲ ਦਾ ਚੇਤਾ ਨਾ ਆਇਆ ਵੀ ਮੈਂ ਕੀ ਕਰਨ ਲੱਗਿਆ। ਤੁਸੀਂ ਦੇਖੋ ਕਮਾਲ ਦੀ ਗੱਲ ਹੈ ਕਿ ਸਬਜ਼ੀਆਂ ਇਹ ਵਧੀਆ ਜੀ, ਉਹ ਕਿਹੜਾ ਪੈਸੇ ਉਸ ਵੇਲੇ ਮੋਗੇ ਹੋਣੇ। ਹੋ ਸਕਦਾ ਬਾਅਦ ਦੇ ਵਿੱਚ ਕਿਤੇ ਸਮਾਗਮ ਤੇ ਜਾ ਕੇ ਉਹਨਾਂ ਹੀ ਪੈਸਿਆਂ 'ਚ ਮੱਥਾ ਟੇਕ ਕੇ ਦੁਬਾਰਾ ਟੇਕਿਆ ਹੋਵੇ ਵੀ ਮਹਾਰਾਜ ਭਲੀ ਕਰੀ, ਪਾਪ ਬਖਸ਼ ਲਈ। ਤਾਂ ਇਹ ਇੱਕ ਵਾਰ ਵੀ ਦਿਮਾਗ 'ਚ ਨਹੀਂ ਆਇਆ ਹੋਊਗਾ ਵੀ ਇਹ ਪੈਸੇ ਜਿਹੜੇ ਐਵੇਂ ਮੱਥਾ ਟੇਕਣੇ ਕਿੱਥੋਂ ਆਏ ਸੀ ਬਈ। ਨਹੀਂ, ਇੱਦਾਂ ਵੀ ਹੋ ਜਾਂਦਾ ਕਈ ਵਾਰੀ। ਉਹ ਬੰਦੇ ਜਾਂਦੇ, ਹੁਣ ਛਬੀਲ ਲੱਗੀ ਹੋਵੇ, ਆ ਮੇਰੇ ਵੱਲੋਂ ਵੀ 100 ਰੁਪਈਆ ਵਿੱਚ ਯੋਗਦਾਨ ਪਾ ਲਓ, ਜਾਣੀ ਕੋਈ ਗੱਲ ਥੋੜ੍ਹੀ ਹੈ। ਹੋ ਸਕਦਾ ਉਹ ਬੰਦਾ ਉੱਥੇ ਕਹਿੰਦਾ ਹੋਵੇ ਆ ਨਾਂ ਜ਼ਰੂਰ ਅਨਾਊਂਸ ਕਰਾ ਦਿਓ, ਉੱਥੇ ਭੇਜਿਆ ਮੈਂ, ਜਾਣੀ ਕਈ ਗੱਲਾਂ ਚੱਲਣੀਆਂ। ਉਹ ਤਾਂ ਉਧਰਲੇ ਪਾਸੇ ਨੂੰ ਧਿਆਨ ਹੈ ਨਹੀਂ। ਹੁਣ ਮੈਂ ਇੱਕ ਹੋਰ ਨੁਕਤਾ ਸੰਧਾਲੀਆ ਸਾਹਿਬ ਤੁਹਾਡੇ ਨਾਲ ਸਾਂਝਾ ਕਰਨਾ ਕਿ ਜਦੋਂ ਭ੍ਰਿਸ਼ਟਾਚਾਰ ਦੀ ਗੱਲ ਆਉਂਦੀ ਹੈ ਨਾ, ਤਾਂ ਸਾਨੂੰ ਐਂ ਲੱਗਦਾ ਕਿ ਭਾਈ ਇਹ ਚੀਜ਼ਾਂ ਸੰਭਵ ਨਹੀਂ ਹੈ। ਹੁਣ ਦੇਖੋ ਕਿਸਾਨੀ ਦਾ ਘੋਲ ਚੱਲਦਾ ਸੀ। ਹੁਣ ਕਿਸਾਨੀ ਦੇ ਘੋਲ ਦੇ ਵਿੱਚ ਵੀ ਜਾਂ ਹੋਰ ਕਈ ਤਰ੍ਹਾਂ ਦੀਆਂ ਐਜੀਟੇਸ਼ਨ ਚੱਲਦੀਆਂ ਹੁੰਦੀਆਂ, ਲੋਕ ਇਕੱਠੇ ਹੋ ਜਾਂਦੇ ਆ। ਮੈਂ ਇਹ ਸੋਚਦਾ ਸੀ ਕਿ ਆਪਾਂ ਬੰਨਾ ਕਢਾਉਣਾ ਹੁੰਦਾ, ਆਪਾਂ ਫਰਦ ਲੈਣੀ ਹੁੰਦੀ ਆ, ਆਪਾਂ ਬੈਂਕ ਤੋਂ ਕਰਜ਼ਾ ਲੈਣਾ ਹੁੰਦਾ, ਆਪਾਂ ਥਾਣੇ ਕਚਹਿਰੀ ਕੰਮ ਹੁੰਦਾ ਜਾਇਜ਼, ਜਿਹੜਾ ਠੀਕ ਕਾਨੂੰਨੀ ਤੌਰ ਤੇ। ਆਪਾਂ ਸਾਰਾ ਪਿੰਡ ਇਕੱਠਾ ਕਿਉਂ ਨਹੀਂ ਹੁੰਦੇ? ਕਿਉਂਕਿ ਦੇਰ ਸਵੇਰ ਕਿਸੇ ਨਾ ਕਿਸੇ ਦੀ ਤਾਂ ਸਮੱਸਿਆ ਆਉਣੀ ਆ। ਦੇਰ ਸਵੇਰ ਅੱਜ ਮੈਨੂੰ ਕੰਮ ਹੈ, ਭਲਕ ਨੂੰ ਕਿਸੇ ਹੋਰ ਨੂੰ ਕੰਮ ਹੈ, ਤੇ ਉਹਨਾਂ ਨੂੰ ਪਤਾ ਹੋਵੇ ਕਿ ਭਾਈ ਫਲਾਨੇ ਪਿੰਡ ਦਾ ਜਿਹੜਾ ਕਲਰਕ ਨੂੰ ਵੀ ਪਤਾ ਹੋਵੇ, ਥਾਣੇ ਵਾਲੇ ਨੂੰ ਵੀ ਪਤਾ ਹੋਵੇ, ਤਹਿਸੀਲ ਦੇ ਵਿੱਚ ਵੀ ਪਤਾ ਹੋਵੇ ਕਿ ਉਸ ਪਿੰਡ ਦੇ ਲੋਕਾਂ ਦਾ ਏਕਾ ਬਹੁਤ ਹੈ। ਜੇ ਆਪਾਂ ਉਹਨਾਂ ਤੋਂ ਰੁਪਈਆ ਧੇਲਾ ਲੈਣ ਲੱਗੇ, ਉਹ ਪਿੰਡ ਵਾਲੇ ਇਕੱਠੇ ਹੋ ਕੇ ਆ ਜਾਂਦੇ ਆ ਤੇ ਘੰਟੇ ਦੇ ਵਿੱਚ ਹੀ ਸਾਰੇ ਟੱਬਰ ਦੇ ਵਿੱਚ ਰੌਲਾ ਪੈ ਜਾਣਾ, ਸਾਰੇ ਪੰਜਾਬ 'ਚ ਉਸੇ ਵੇਲੇ ਬਦਲੀਆਂ ਹੋ ਜਾਣੀਆਂ। ਜਾਣੀ ਅਸੀਂ ਸਾਰੀਆਂ ਚੀਜ਼ਾਂ ਤੇ ਇਕੱਠੇ ਹੋ ਜਾਂਦੇ ਆ। ਅਸੀਂ ਮਾੜਾ ਜਿਹਾ ਇੱਥੇ ਵੀ ਇਕੱਠੇ ਹੋਈਏ। ਤੇ ਇੱਕ ਗੱਲ ਹੋਰ ਬਹੁਤ ਇੰਪੋਰਟੈਂਟ ਹੈ, ਜੇ ਭ੍ਰਿਸ਼ਟਾਚਾਰ ਸੰਧਾਲੀਆ ਸਾਹਿਬ ਮਾੜਾ ਮੋਟਾ ਉਹਨੂੰ ਗੰਢ ਗੁੰਡ ਬੰਨਣੀ ਹੈ, ਕਿਉਂਕਿ ਕਈ ਵਾਰੀ ਹੁੰਦਾ ਨਾ ਕਿ ਚੀਜ਼ ਘਰ ਦੇ ਵਿੱਚੋਂ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ, ਪ੍ਰਾਹੁਣੇ ਆ ਕੇ ਖੜੇ ਹੁੰਦੇ ਸਿਰ ਤੇ, ਤਾਂ ਬੀਬੀਆਂ ਦਾ ਕੰਮ ਹੁੰਦਾ ਮੂਹਰੇ ਹੂੰਜ ਲਈਏ, ਤਾਂ ਮਾੜਾ ਜਿਹਾ ਨਾ ਸੋਫੇ ਦੇ ਥੱਲੇ ਹੀ ਭਾਵੇਂ ਖਲਾਰਾ ਕਰ ਦਈਏ। ਜੇ ਉਹ ਸੋਫੇ ਦੇ ਥੱਲੇ ਵੀ ਖਲਾਰਾ ਕਰਨਾ, ਲੀਡਰਾਂ ਨੇ ਤੁਹਾਡੇ ਕੋਲੇ ਆਉਣਾ। ਉਹਨਾਂ ਨੂੰ ਇੱਕ ਗੱਲ ਆਖੋ ਕਿ ਸਾਡੇ ਪਿੰਡ ਦੇ ਵਿੱਚ ਆਹ ਇੱਕ ਥਾਂ ਆ, ਇੱਕ ਇੱਕ ਪੋਸਟਰ ਲਾ ਕੇ ਜਾਇਓ। ਜੇ ਦੂਜਾ ਪੋਸਟਰ ਇੱਥੇ ਲੱਗ ਗਿਆ ਫੇਰ ਦੇਖਿਓ, ਸਾਨੂੰ ਕੋਈ ਫਲੈਕਸ ਦੀ ਲੋੜ ਨਹੀਂ। ਇੱਥੇ 50 ਗੱਡੀਆਂ ਲੈ ਕੇ ਜੇ ਤੁਹਾਡੇ 'ਚ ਕੋਈ ਬੜਿਆ ਤਾਂ ਫੇਰ ਦੇਖਿਓ, ਕਿਉਂਕਿ ਜਿਨ੍ਹਾਂ ਨੇ 50 ਗੱਡੀਆਂ ਲੈ ਕੇ ਆਉਣਾ ਹੈ, ਜਿਨ੍ਹਾਂ ਨੇ 500 ਪੋਸਟਰ ਤੁਹਾਡੇ ਪਿੰਡ ਲਾਉਣਾ ਹੈ, ਜਿਨ੍ਹਾਂ ਨੇ ਆਪਣੀ ਰੈਲੀ ਦੇ ਲਈ ਬੱਸ ਤੁਹਾਡੇ ਕੋਲੇ ਭੇਜਣੀ ਹੈ, ਜਾਂ ਸ਼ਾਮ ਨੂੰ ਉਹ ਸੰਤਰਾ ਮਾਰਕਾ ਸੌਦਾ ਪੱਤਾ ਤੁਹਾਡੇ ਕੋਲੇ ਭੇਜਣਾ, ਤੁਹਾਡੇ ਹੱਡਾਂ 'ਚੋਂ ਕੱਢਣਾ ਉਹਨਾਂ ਨੇ। ਇਲੈਕਸ਼ਨ ਮਹਿੰਗੀ ਭ੍ਰਿਸ਼ਟਾਚਾਰ ਦੀ ਜੜ ਹੈ ਭਾਈ। ਉਹਨਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਇਲੈਕਸ਼ਨਾਂ ਨਹੀਂ ਲੜਨੀਆਂ। ਐਤਕੀ 50 ਲੱਖ ਲਾਇਆ ਤੇ ਅਗਲੀ ਵਾਰ ਦੇ ਲਈ ਕਰੋੜ ਇਕੱਠਾ ਕਰਨਾ, ਕਿਉਂਕਿ ਇਲੈਕਸ਼ਨ 25 ਸਾਲੀ ਫੇਰ ਆ ਜਾਣੀ ਹੈ। ਤੇ ਜਿੰਨੀ ਦੇਰ ਅਸੀਂ ਇਸ ਗੱਲ ਦੇ ਉੱਤੇ ਬੋਲੇ ਇਕੱਠ, ਕਿਤੇ ਲੰਗਰ ਸਵਾਦੀ ਪੈਕ ਲੰਗਰ ਦਿੱਤਾ ਤੇ ਆਉਣ ਲੱਗਿਆਂ ਨੂੰ ਕਈ ਕੁਝ ਹੋਰ ਵੀ, ਜਿੰਨੀ ਦੇਰ ਇਸ ਗੱਲ ਦੇ ਵਿੱਚ ਰਹੇ ਨਾ ਕਿ ਕਾਫਲਾ ਹੀ ਬੜਾ ਵੱਡਾ ਸੀ, ਲੀਡਰ ਦੀ ਕਿਤੇ ਗੱਡੀ 200 ਬੰਦਾ ਤੋਂ ਉਹਦੇ ਨਾਲ ਬੰਦੂਕਾਂ ਵਾਲਾ ਤੁਰਿਆ ਸੀ। ਜਦੋਂ ਤੱਕ ਇਸ ਗੱਲ ਦੇ ਵਿੱਚ ਆਪਾਂ ਬੱਲੇ ਕਰਾਂਗੇ ਤਾਂ ਕਰਾਵਾਂਗੇ। ਸੰਧਾਲੀਆ ਸਾਹਿਬ ਕਰਪਸ਼ਨ ਨਹੀਂ ਮੁੱਕਣੀ। ਇਲੈਕਸ਼ਨ ਸਸਤੀ ਕਰਾਉਣੀ ਲੋਕਾਂ ਦੇ ਹੱਥ ਹੈ, ਉਸ ਤੋਂ ਬਿਨਾਂ ਗੱਲ ਨਹੀਂ ਚੱਲਣੀ। ਉਹ ਗੱਲ ਹੈ ਬਾਠ ਸਾਹਿਬ, ਇਹ ਸਾਰੇ ਕੁਛ ਦੇ ਵਿੱਚ ਹੁਣ ਇਹ ਸਾਰੀਆਂ ਉਂਗਲਾਂ ਆਪਾਂ ਲੋਕਾਂ ਵਾਲੇ ਪਾਸੇ ਤੋਂ ਸਾਹਮਣੇ ਵਾਲੇ ਪਾਸੇ ਕਰਦੇ ਹਾਂ ਵੀ ਬਾਊ ਵੀ ਗਲਤ ਹੈ, ਪੁਲਿਸ ਵੀ ਗਲਤ ਹੈ, ਲੀਡਰ ਵੀ ਗਲਤ ਨੇ, ਠੇਕੇਦਾਰ ਵੀ ਗਲਤ ਹੈ, ਹਰ ਬੰਦਾ ਗਲਤ ਹੈ। ਤਾਂ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਕਿ ਵੀ ਉਹ ਇਲੈਕਸ਼ਨ ਮਹਿੰਗੀ ਹੋ ਗਈ, ਤਾਂ ਇਲੈਕਸ਼ਨ ਮਹਿੰਗੀ ਕਿਉਂ ਹੋ ਗਈ? ਮੇਰਾ ਖਿਆਲ ਇੱਕ ਅੱਧੀ ਉਂਗਲ ਆਪਣੇ ਵਾਲੇ ਪਾਸੇ ਵੀ ਆਉਂਦੀ ਆ, ਆਪਾਂ ਨੂੰ ਉਹ ਵੀ ਤਾਂ ਵਿਚਾਰ ਲੈਣੀ ਚਾਹੀਦੀ ਹੈ ਗੱਲ, ਕਿ ਨਹੀਂ? ਕਿਉਂਕਿ ਦੇਖੋ ਆਪਾਂ ਜਿਹੜੀ ਕਰਪਸ਼ਨ ਹੈ, ਮੈਨੂੰ ਇਹ ਵੀ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਸਾਨੂੰ ਸੂਟ ਕਰਦੀ ਹੈ, ਇਸ ਕਰਕੇ ਅਸੀਂ ਉਹਨੂੰ ਬੰਦ ਨਹੀਂ ਕਰਨਾ ਚਾਹੁੰਦੇ, ਜਾਂ ਅਸੀਂ ਚਾਹੁੰਦੇ ਨਹੀਂ ਵੀ ਉਹ ਬੰਦ ਹੋਵੇ। ਆਮ ਬੰਦੇ ਨੂੰ ਭਾਵੇਂ 25 ਸਾਲ ਹੀ ਲੋੜ ਪਵੇ, ਪਰ ਜਿਹੜੀ ਉਹਨੂੰ ਇੱਕ ਦਿਨ ਵੀ ਉਹ ਲੋੜ ਪੈਂਦੀ, ਉਹਨੂੰ ਲੱਗਦਾ ਵੀ ਹਾਂ ਯਾਰ ਇਹਦਾ ਕਰਕੇ ਕੰਮ ਵਧੀਆ ਚੱਲਦਾ, ਭਾਵੇਂ ਉਹਨੂੰ ਬੋਤਲ ਮਿਲ ਗਈ, ਭਾਵੇਂ 4 ਨੋਟ ਮਿਲ ਗਏ, ਜਾਂ ਜੇ ਉਹਦਾ ਕੋਈ ਨਿੱਕਾ ਮੋਟਾ ਹੋਰ ਕੋਈ ਕੰਮ ਨਹੀਂ। ਅੱਛਾ ਜੀ, ਮੁੰਡਾ ਸੀ ਆਪਣਾ, ਕਾਕਾ ਸੀ, ਨਵਾਂ ਮੋਟਰਸਾਈਕਲ ਲਿਆ, ਨਾਲੇ ਤੋਂ ਪਟਾਕੇ ਪਾਉਂਦਾ ਸੀ, ਨਾਲੇ ਵਾਲਾਂ ਨੂੰ ਜੈਲ ਲਾਈ ਸੀ,
ਉੱਥੇ ਨਾਕੇ ਤੇ ਰੋਕ ਕੇ ਜੇ ਚਲਾਨ ਉਹਦਾ ਇੱਕ ਵਾਰੀ ਕੱਟ ਦੇਣ ਤੇ ਮੇਰੇ ਖਿਆਲ ਨਾਲ ਬਾਪੂ ਨੂੰ ਦਬਕੇ ਮਾਰਨ ਦੀ ਲੋੜ ਨਹੀਂ ਪੈਣੀ। ਪਰ ਨਾ ਉੱਥੇ ਉਹ ਨਾ ਕੱਟਿਆ ਜਾਵੇ, ਇਸ ਕਰਕੇ ਸਾਡਾ ਅੰਦਰ ਖਾਤੇ ਕੁਝ ਦੇ ਕੇ ਸਰ ਜਾਵੇ ਵੀ ਫਲਾਨਾ ਸੋਂ ਦਾ ਮੁੰਡਾ ਇੱਦਾਂ ਕਿੱਦਾਂ ਅਸੀਂ ਫਿਰ ਮਤਲਬ ਚਲਾਨ ਕਟਾ ਲਾਂਗੇ। ਬੰਦਾ ਪੁੱਛੇ ਚਲਾਨ ਜੇ ਨਹੀਂ ਤੇ ਪੈਸੇ ਤੇ ਦਿੱਤੇ ਹੀ ਆ। ਗੱਲ ਤੇ ਅਕਲ ਦੀ ਆ ਵੀ ਜੇ ਆਪਾਂ ਸਿੱਖ ਲਈਏ ਥੋੜ੍ਹੀ ਜਿਹੀ ਤੇ ਆਪਾਂ ਨੂੰ ਨਾ ਇਹਨਾਂ ਕੰਮਾਂ 'ਚ ਪੈਣਾ ਪਵੇ। ਮੇਰੇ ਖਿਆਲ ਨਾਲ ਉਹ ਵੀ ਇੱਕ ਵਾਰ ਵਿਚਾਰ ਲੈਣੀ ਚਾਹੀਦੀ ਗੱਲ। ਸਾਰਾ ਕੁਝ ਆਪਾਂ ਅਗਲਿਆਂ ਦੇ ਸਿਰ ਨਾਲ ਨਾ ਭਾਂਡਾ ਭੰਨੀ ਜਾਈਏ। ਨਹੀਂ ਲੋੜ ਹੀ ਨਹੀਂ, ਆਪਣੇ ਚੋਂ ਹੀ ਨਹੀਂ, ਉਹਨਾਂ ਨੂੰ ਪਤਾ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਬੜੀ ਸਿੱਧੀ ਪੱਧਰੀ ਹੈ, ਕੋਈ ਪਰਿਵਾਰ ਦਾ ਜੀ ਗੁੱਸੇ ਰਾਜੀ ਵੀ ਹੋ ਸਕਦਾ, ਆਪਾਂ ਮਨਾ ਲਾਂਗੇ, ਆਪਾਂ ਅਗਲੇ ਪ੍ਰੋਗਰਾਮਾਂ 'ਚ ਮਨਾ ਲੈਣਾ। ਗੱਲ ਕਿਹੜੀ ਆ, ਹੁਣ ਪਰਿਵਾਰ ਦਾ ਜੀ ਕੋਈ ਗੁੱਸੇ ਰਾਜੀ ਹੋ ਜਾਏ ਕੋਈ ਗੱਲ ਨਹੀਂ, ਪਰ ਇੱਕ ਗੱਲ ਚੰਗੇ ਤਰੀਕੇ ਅਸੀਂ ਸਮਝ ਲੈਣੀ ਆ, ਉਹ ਇਹ ਆ ਕਿ ਉਦੋਂ ਤੱਕ ਲੀਡਰ ਜਿਹੜੇ ਆ ਸਾਨੂੰ ਕਾਣਾ ਸਮਝਦੇ ਆ। ਜਿੰਨੀ ਦੇਰ ਅਸੀਂ ਲੀਡਰ ਨੂੰ ਇਹ ਟੈਲੀਫੋਨ ਕਰਨ ਸਾਡੀ ਗਲੀ ਫੇ ਪਹਿਲਾਂ ਬਣਨੀ ਚਾਹੀਦੀ ਆ, ਬਾਕੀ ਪਿੰਡ ਦਾ ਕੋਈ ਨਹੀਂ। ਜਿੰਨੀ ਦੇਰ ਅਸੀਂ ਲੀਡਰ ਤੋਂ ਗੁਆਂਢੀਆਂ ਦੇ ਮੁੰਡੇ ਤੇ ਪਰਚਾ ਪਾਉਣਾ ਤੇ ਆਪਣੇ ਮੁੰਡੇ ਦੇ ਨਾਂ ਜਿਹੜਾ ਪਰਚੇ ਦੇ ਵਿੱਚੋਂ ਬਾਹਰ ਕਢਾਉਣਾ, ਜਿੰਨੀ ਦੇਰ ਅਸੀਂ ਇਹ ਗੱਲ ਕਹਿੰਦੇ ਰਹਿਣਾ ਕਿ ਭਾਈ ਸਾਡਾ ਕੰਮ ਜਿਹੜਾ ਥਾਣੇਦਾਰ ਸਾਹਿਬ ਸਾਨੂੰ ਜਾਂਦਿਆਂ ਨੂੰ ਕੁਰਸੀ ਦੇਣ, ਜਿੰਨੀ ਦੇਰ ਅਸੀਂ ਆਹ ਸਾਰਾ ਕੁਝ ਕਹੀ ਜਾਣਾ ਨਾ ਕਿ ਭਾਈ ਸਾਡੇ ਵਾਲੇ ਪਾਸੇ ਸਭ ਕੁਝ ਹੋ ਜਾਵੇ, ਉਨੀ ਦੇਰ ਲੀਡਰਾਂ ਨੂੰ ਪਤਾ ਕਿ ਭਾਈ ਜੇ ਇਹ ਬੰਦੇ 15 ਰੁਪਈਆਂ ਦਾ ਕੰਮ ਕਰਾਉਂਦੇ ਤਾਂ ਅਸੀਂ 15 ਲੱਖ ਇੱਧਰ ਉੱਧਰ ਕਰ ਵੀ ਜਾਈਏ ਤਾਂ ਕੋਈ ਨਹੀਂ, ਉਹਨਾਂ ਨੂੰ ਕੋਈ ਲੋੜ ਨਹੀਂ ਤੁਹਾਨੂੰ ਨੌਕਰੀ ਲਵਾਉਣ ਦੇ ਲਈ ਵਿੱਚੋਂ 50,000 ਲਈਏ 40 ਲਈਏ, ਲੋੜ ਹੀ ਕੋਈ ਨਹੀਂ। ਅਗਲਿਆਂ ਨੂੰ ਪਤਾ ਇੱਥੋਂ ਦੀ ਸੜਕ ਨਿਕਲਣੀ ਆ ਤੇ ਉਹਦੇ ਤੋਂ ਪਹਿਲਾਂ ਬਿਰਲਾ ਬਣ ਜਾਂ ਟੱਕ ਜਿਹੜਾ ਇੱਧਰਲਾ ਖਰੀਦ ਲਓ, ਅੱਜ 5 ਦਾ ਖਰੀਦਿਆ ਭਲਕ ਨੂੰ 55 ਦਾ ਵਿਕ ਜੂ। ਉਹਨਾਂ ਨੂੰ ਪਤਾ ਹੈ ਕਿ ਭਾਈ ਆ ਸਾਰੀ ਸੜਕ ਬਣਨੀ ਆ, ਆਲੇ ਦੁਆਲੇ ਦਰਖਤ 5 ਲੱਖ ਆ, ਕਾਗਜ਼ਾਂ ਦੇ ਵਿੱਚ 2 ਲੱਖ ਕਹਾ ਦੋ ਕੋ, ਬਾਕੀ ਤਾਂ ਮਰਿਓ ਜਾਈ ਹੈ ਜੋ ਤਾਂ ਬਾਲਣੀ ਆ। ਅਗਲਿਆਂ ਨੂੰ ਉਹਦੇ ਵਿੱਚੋਂ ਸੂਤ ਸਾਤ ਆ ਜਾਣਾ ਕੰਮ। ਅਗਲਿਆਂ ਨੇ 5-7 ਠੇਕੇ ਲੈ ਲਿਆ, ਪਰਮਿਟ ਲੈ ਲਿਆ, ਇੱਧਰੋਂ ਉੱਧਰੋਂ ਖੱਡਾਂ ਖੁੱਡਾਂ ਮਿਲ ਗਈਆਂ, ਉਹਨਾਂ ਨੇ ਕਰਨਾ। ਅਸੀਂ ਇੰਨੇ 'ਚ ਹੀ ਇਮਾਨਦਾਰ ਕਹੀ ਜਾਂਦੇ ਹਾਂ। ਜਾਣੀ ਜੇ ਅਸੀਂ ਕਾਣੇ ਹੋ ਗਏ ਨਾ, ਜਦਾਂ ਸੰਧਾਲੀਆ ਸਾਹਿਬ ਨੇ ਕਿਹਾ ਕਿ ਬੋਤਲ ਲੈ ਲਈਦੀ ਆ ਜੀ, ਆਹ ਕਰ ਲਈਦਾ ਜੀ, ਇਸੇ ਗੱਲ ਦੇ ਉੱਤੇ ਚੌੜੇ ਹੋਏ ਰਹੀਦਾ ਕਿ ਘਰ ਆਏ ਸੀ ਆਪਣੇ, ਅੱਧਾ ਪੰਜਾਬ ਇਸ ਗੱਲ ਦੇ ਵਿੱਚ ਕਮਲਾ ਹੋ ਗਿਆ। ਉਹ ਆਪਣੇ ਖਾਸ ਬੰਦੇ ਆ, ਸਾਡੀਆਂ 4 ਵੋਟਾਂ ਜੇ ਨਾ ਪੈਂਦੀਆਂ ਤੇ ਹਰ ਗਏ। ਆਦਮਪੁਰ ਵਿਧਾਨ ਸਭਾ ਹਲਕਾ ਸੰਧਾਲੀਆ ਸਾਹਿਬ, ਮੈਂ ਸੋਚਦਾ ਸੀ ਕਿ ਅਸੀਂ ਕਿਉਂ ਕਰਕੇ ਆ ਉੱਥੋਂ ਜਦੋਂ ਕਮਲਜੀਤ ਸਿੰਘ ਲਾਲੀ 6 ਵੋਟਾਂ ਨਾਲ ਜਿੱਤਿਆ ਕਾਂਗਰਸ ਦਾ ਉਮੀਦਵਾਰ ਦਲਵੀਰ ਸਿੰਘ ਧੀਰਵਾਲ ਨੂੰ ਹਰਾ ਕੇ, ਅੱਧਾ ਆਦਮਪੁਰ ਵਿਧਾਨ ਸਭਾ ਹਲਕਾ ਇਹੀ ਕਹੀ ਜਾਵੇ ਉਹ ਅਸੀਂ ਤਾਂ ਗੁੱਸੇ ਰਾਜੀ ਹੀ ਨਾ, ਆਖਰੀ ਦਿਨ ਆ ਕੇ ਸਾਨੂੰ ਮਨਾਉਂਦਾ ਸਾਡੀਆਂ 11 ਵੋਟਾਂ ਗਈਆਂ ਸੀ ਦੂਜੇ ਪਾਸੇ, ਫੇਰ ਨਹੀਂ ਜਿੱਤਦਾ ਸੀ ਕਮਲਜੀਤ ਸਿੰਘ ਲਾਲੀ। ਅੱਧਾ ਆਦਮਪੁਰ ਵਿਧਾਨ ਸਭਾ ਹਲਕਾ ਇਦਾਂ ਹੀ ਕਰੀ ਜਾਵੇ, ਸਾਡੀਆਂ 46 ਵੋਟਾਂ ਬਾਪੂ ਜੀ ਦੇ ਕਹਿਣ ਤੇ ਪੈਂਦੀਆਂ ਸੀ। ਫਿਰ ਭਾਈ ਇਦਾਂ ਤਾਂ ਸਾਰੇ ਕਹੀ ਜਾਂਦੇ ਆ, ਕੁਝ ਨਾ ਕੁਝ ਤਾਂ ਹਿਸਾਬ ਜਿਹਾ ਲਾਈਏ ਨਾ। ਨਹੀਂ ਗੱਲ ਇਹ ਆ ਵੀ ਆਪਣੇ ਕੋਲੇ ਤਾਂ ਇਹੋ ਹੀ ਆ ਨਾ ਵੀ ਐਂ ਕਰ ਦਵਾਂਗੇ ਤੇ ਜਿਉਂ ਕਰ ਦਵਾਂਗੇ, ਜਿਹੜਾ ਐਂ ਕਰ ਦਵਾਂਗੇ ਜਿਉਂ ਕਰ ਦਵਾਂਗੇ ਨਾ, ਇਹ 1 ਮਿੰਟ ਦੀ ਜਿਹੜੀ ਟਾਰ ਮਾਰੀ ਆ ਨਾ ਉਹ ਬਹੁਤ ਮਹਿੰਗੀ ਪੈਂਦੀ ਆ। ਉਹ ਉਮਰਾਂ ਲੈ ਜਾਂਦੀ, ਉਹ ਪੀੜ੍ਹੀਆਂ ਲੈ ਜਾਂਦੀ। ਆਪਾਂ ਨੂੰ ਇਹ ਸੋਚਣਾ ਪੈਣਾ। ਮੈਨੂੰ ਨਾ ਇੱਕ ਗੱਲ ਯਾਦ ਆ ਗਈ, ਸ਼ਾਇਦ ਤੁਸੀਂ ਵੀ ਪ੍ਰੋਗਰਾਮ 'ਚ ਸੁਣੀ ਹੋਵੇ, ਪਰ ਮੈਂ ਤਾਂ ਢੀਂਡਸਾ ਹੋਰੀ ਜਦੋਂ ਆਏ ਸੀ ਨਾ ਉਹ ਪ੍ਰਾਈਮ ਪੋਲੀਟਿਕਸ ਪ੍ਰੋਗਰਾਮ 'ਚ, ਗੱਲ ਕਰਦਿਆਂ ਉਹਨਾਂ ਕਿਹਾ ਵੀ ਉਹਨਾਂ ਦੇ ਹਲਕੇ 'ਚ ਨਾ ਕੋਈ 6-7 ਪਿੰਡ ਹੈ ਜਿਹੜੇ ਚੌਧਰੀਆਂ ਦੇ ਪਿੰਡ ਵੱਜਦੇ। ਚੌਧਰੀਆਂ ਦੇ ਪਿੰਡਾਂ ਤੋਂ ਭਾਵ ਕਿ ਉਹਨਾਂ ਦੇ ਜਿਹੜਾ ਕਲਚਰ ਹੈ ਉਹ ਹਰਿਆਣੇ ਦੇ ਨਾਲ ਮਿਲਦਾ। ਅਤੇ ਹਰਿਆਣੇ ਦਾ ਆਪਾਂ ਕਲਚਰ ਜਾਣਦੇ ਹਾਂ ਕਿ ਵੀ ਉੱਥੇ ਪੰਚਾਇਤਾਂ ਜਾਂ ਜਿਹੜੇ ਵੱਡੇ ਬਜ਼ੁਰਗ ਨੇ ਪਿੰਡ ਦੇ, ਉਹਨਾਂ ਦਾ ਬੜਾ ਦਬਦਬਾ ਵੀ ਜਿਹੜੀ ਚੀਜ਼ ਆ ਉਹ ਪਿੰਡ ਦੀ ਉਹ ਪਿੰਡ 'ਚ ਹੱਲ ਹੋਊਗੀ, ਪੁਲਿਸ ਸਾਡੇ ਪਿੰਡ 'ਚ ਨਾ ਵੜੇ। ਉਹ ਕਹਿੰਦੇ ਵੀ ਨਾ ਤਾਂ ਉਹ ਕੋਈ ਥਾਣੇ ਜਾਣ ਦਿੰਦੇ ਕਿਸੇ ਨੂੰ, ਜੇ ਕੋਈ ਜਾਂਦਾ ਤਾਂ ਪੰਚਾਇਤ ਉਹਨੂੰ ਪਹਿਲਾਂ ਸਾਦੇ ਵੀ ਤੈਨੂੰ ਕੀ ਗੱਲ, ਤੂੰ ਮੂੰਹ ਚੁੱਕ ਕੇ ਥਾਣੇ ਚੱਲ ਗਿਆ, ਤੈਨੂੰ ਨਹੀਂ ਅਸੀਂ ਨਹੀਂ ਦੀਦੇ, ਅਸੀਂ ਆਪੇ ਹੱਲ ਕਰ ਲਾਂਗੇ। ਜੇ ਕੋਈ ਲੀਡਰ ਜਾਵੇ ਤਾਂ ਉੱਥੇ ਵੀ ਉਹ ਕਹਿੰਦੇ ਵੀ ਤੁਸੀਂ ਆਪਣਾ ਬਾਹਰ ਰਹੋ, ਸਾਡੇ ਪਿੰਡ ਦਾ ਮਸਲਾ ਸਾਨੂੰ ਆਪ ਹੱਲ ਕਰ ਲੈਣ ਦਿਓ। ਹੁਣ ਜੇ ਪੰਜਾਬ ਦੇ ਵਿੱਚ ਹੀ ਉਹ ਪਿੰਡ ਨੇ ਜਿਨ੍ਹਾਂ ਦੀ ਉਦਾਹਰਨ ਇੱਕ ਵੱਡੇ ਲੀਡਰ ਨੇ ਦਿੱਤੀ, ਉਹ ਪਿੰਡ ਉੱਥੇ ਐਗਜ਼ਿਸਟ ਕਰਦੇ ਨੇ, ਉਹ ਵੀ ਉਹੀ ਹਵਾ ਲੈਂਦੇ ਆ, ਉਹੀ ਪਾਣੀ ਪੀਂਦੇ, ਉਹੀ ਰੋਟੀ ਖਾਂਦੇ ਆ। ਜੇ ਉਹਨਾਂ 'ਚ ਏਕਾ ਹੋ ਸਕਦਾ ਤਾਂ ਸਾਡੇ ਪੰਜਾਬੀਆਂ ਦੇ ਕਿਹੜਾ ਉਹ ਵੱਖਰਾ ਟੀਕਾ ਲਾਤਾ ਨਿੱਕੇ ਹੁੰਦਿਆਂ ਦੇ ਵੀ ਸਾਡੇ 'ਚ ਏਕਾ ਹੀ ਮੁੱਕ ਗਿਆ ਜੀ। ਇਹ ਬੜੀ ਇੰਪੋਰਟੈਂਟ ਗੱਲ ਹੈ ਜੀ। ਡਾਕਟਰ ਗਿਆਨ ਸਿੰਘ ਹੋਰਾਂ ਨੂੰ ਕਈ ਵਾਰੀ ਪ੍ਰੋਗਰਾਮ ਪ੍ਰਾਈਮ ਸਵੇਰ ਦੇ ਵਿੱਚ ਲਿਆ, ਉਹ ਇਜ਼ਰਾਈਲ ਦੀ ਉਦਾਹਰਨ ਦਿੰਦੇ ਹੁੰਦੇ ਕਿ ਉੱਥੇ 3-4 ਕਬੀਲੇ ਨੇ, ਅਸੀਂ ਪੰਜਾਬੀ ਵੀ ਕਬੀਲਾ ਹੀ ਸਹੀ, ਕਿ ਉੱਥੇ ਕੋਈ ਬੰਦਾ ਕਰਜ਼ੇ ਉਠਾ ਜਾਵੇ, ਕਿਸੇ ਦਾ ਕਾਰੋਬਾਰ ਤਬਾਹ ਹੋ ਜਾਵੇ, ਕੋਈ ਲੜਾਈ ਝਗੜਾ ਹੋ ਜਾਵੇ, ਉਹ ਆਪਸ 'ਚ ਨਜਿੱਠਦੇ ਆ, ਕਦੇ ਰੌਲਾ ਪੈਂਦਾ ਹੀ ਨਹੀਂ। ਸਾਨੂੰ ਕੀ ਹੋਇਆ, ਅਸੀਂ ਸਰਪੰਚੀ ਰਿਜ਼ਰਵ ਕਰਾਉਣੀ ਆ ਜੀ, ਅਸੀਂ ਬੀਬੀਆਂ ਲਈ ਰਿਜ਼ਰਵ ਕਰਾਉਣੀ ਆ ਜੀ, ਅਸੀਂ ਫਲਾਨਿਆਂ ਲਈ ਰਿਜ਼ਰਵ ਕਰਾਉਣੀ ਆ, ਅਸੀਂ ਉਸੇ ਝਗੜੇ 'ਚ ਹੀ ਲੰਬੜਦਾਰ ਐਤਕੀ ਸਾਡੇ 'ਚੋਂ ਬਣਨਾ ਚਾਹੀਦਾ। ਇਸੇ ਗੱਲ ਦੇ 20 ਝਗੜੇ ਨੇ। ਇਹਨਾਂ ਨੇ ਜੀ ਢੋਲ ਵਜਾ ਕੇ ਲੋਕਾਂ ਨੂੰ ਦੱਸਿਆ ਨਹੀਂ, ਆਪਾਂ ਹੀ ਕਾਗਜ਼ ਭਰ ਦਿੱਤੇ। ਲੈਣਾ ਕੀ ਆ, ਕਾਹਦੇ ਪਰਚੇ ਪੁਰਚੇ ਵੀ ਕਾਹਦੀਆਂ, ਜਾ ਕੇ ਅੱਧਾ ਪਿੰਡ ਜਿਹੜਾ ਉੱਥੇ ਜਾ ਕੇ ਲੰਬੜਦਾਰੀ ਲੈਣ ਦੇ ਲਈ ਤਸੀਲੇ ਬੈਠਾ ਹੁੰਦਾ, ਅਦਾਲਤਾਂ 'ਚ ਬੈਠਾ ਹੁੰਦਾ, ਕਾਹਦੇ ਲਈ? ਉਸ ਗੱਲ ਦੇ ਵਿੱਚੋਂ ਕਿਤੇ ਨਾ ਕਿਤੇ ਬਾਹਰ ਤਾਂ ਨਿਕਲੀਏ ਨਾ। ਵੈਸੇ ਵੀ ਸੰਧਾਲੀਆ ਸਾਹਿਬ, ਜਦੋਂ ਸਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਕਿ ਅਸੀਂ ਜਦੋਂ ਨਿੱਕੇ ਨਿਆਣੇ ਬਾਹਰ ਤੋਰਦੇ ਹਾਂ, ਕੋਈ ਵੱਡਾ ਕੰਮ ਕਰਨਾ ਹੁੰਦਾ, ਸਾਨੂੰ ਗੁਆਂਢੀਆਂ ਤੋਂ ਵੀ ਚੋਰੀ ਕਿਉਂ ਰੱਖਣੀ ਪੈਂਦੀ ਹੈ? ਸਾਨੂੰ ਪੰਜਾਬੀਆਂ ਨੂੰ ਜਿਹੜੇ ਹਰ ਗੱਲ ਖੜਕੇ ਦੜਕੇ ਨਾ ਕਰਦੇ ਸੀ, ਦੱਸ ਕੇ ਕਰਦੇ ਸੀ, ਅਸੀਂ ਹੁਣ
ਆਪਣੇ ਗੁਆਂਢੀਆਂ ਤੋਂ, ਚਾਚਿਆਂ ਤਾਇਆਂ ਤੋਂ ਵੀ ਡਰਨ ਕਿਉਂ ਲੱਗ ਪਿਆ ਕਿ ਭਾਈ ਭਾਨੀ ਮਾਰ ਦੇਣ ਲੱਗੇ ਆ, ਰਾਹ 'ਚ ਜਾਂਦਿਆਂ ਨੂੰ ਰੋਕ ਦੇਣ ਲੱਗੇ? ਇਦਾਂ ਕਿਉਂ ਹੋ ਗਿਆ? ਥੋੜਾ ਜਿਹਾ ਤਾਂ ਕਿਤੇ ਨਾ ਕਿਤੇ ਵਿਚਾਰਨਾ ਪਊਗਾ ਨਾ ਕਿ ਕੋਈ ਨਾ ਕੋਈ ਕਮੀ ਬੇਸ਼ੀ ਹੈਗੀ ਹੈ। ਹਾਲਾਂਕਿ ਕਸੂਰਵਾਰ ਸਾਰਾ ਆਮ ਲੋਕਾਂ ਦਾ ਨਹੀਂ ਕਸੂਰ ਹੈਗਾ, ਪਰ ਕਿਤੇ ਨਾ ਕਿਤੇ ਕੋਈ ਕਮੀਆਂ ਹੈਗੀਆਂ ਜਿਹੜੀਆਂ ਪਹਿਲਾਂ ਦੂਰ ਕਰ ਲਈਏ। ਨਹੀਂ ਇਹ ਜਿਹੜਾ ਅਗਲਿਆਂ ਦਾ ਛੱਟਾ ਦਿੱਤਾ ਸੀ ਨਾ ਗੋਰਿਆਂ ਦਾ, ਉਹ ਪਾੜੋ ਤੇ ਰਾਜ ਕਰੋ। ਦੇਖੋ ਉਦੋਂ ਜਿਹੜਾ ਬੀਜ ਬੀਜਿਆ ਸੀ, ਉਦੋਂ ਕਿਤੇ ਵਿਰਲਾ ਵਾਂਝਾ ਬੂਟਾ ਹੋਊਗਾ, ਹੌਲੀ ਹੌਲੀ ਬੂਟੇ ਤੋਂ ਬਾਅਦ ਫੁੱਲ ਲੱਗੇ, ਫੁੱਲ ਤੋਂ ਬਾਅਦ ਫਲ, ਫਲਾਂ ਤੋਂ ਬਾਅਦ ਫਿਰ ਬੀਜ ਪਿਆ, ਫਿਰ ਬੂਟੇ ਹੋਏ। ਉਹ ਜਿਹੜਾ ਫੈਲਦਾ ਹੁਣ ਤਾਂ ਘਰਾਂ ਤੱਕ ਪਹੁੰਚ ਗਿਆ। ਇਸੇ ਕਰਕੇ ਉਹਨਾਂ ਨੂੰ ਇਹ ਸੂਟ ਬੈਠਦੀ ਹੈ ਗੱਲ ਵੀ ਲੋਕ ਆਪਸ ਦੇ ਵਿੱਚ ਪਾਟੀ ਰਹਿਣ, ਭਾਵੇਂ ਉਹ ਕੰਧ ਤੋਂ ਲੜੇ ਰਹਿਣ, ਭਾਵੇਂ ਪਾਥੀਆਂ ਤੋਂ ਲੜੇ ਰਹਿਣ, ਭਾਵੇਂ ਪਥਕਣ ਤੋਂ ਲੜੇ ਰਹਿਣ, ਭਾਵੇਂ ਉਧਰ ਕੱਟੀ ਬੰਨ੍ਹਤੀ ਸੀ ਉਹ ਤੋਂ ਲੜੇ ਰਹਿਣ, ਭਾਵੇਂ ਫਲਾਨਿਆਂ ਦਾ ਮੁੰਡਾ ਮੋੜ ਤੇ ਹਾਰਨ ਮਾਰ ਕੇ ਲੰਘਦਾ ਉਹ ਤੋਂ ਲੜੇ ਰਹਿਣ, ਕਿਸੇ ਗੱਲੋਂ ਲੜੇ ਰਹਿਣ। ਵੱਟ ਬਨੇ ਦਾ ਰੌਲਾ ਹੋਵੇ, ਜੋ ਮਰਜ਼ੀ ਹੋਵੇ, ਪਰ ਉਹ ਇਕੱਠੇ ਨਾ ਹੋਣ। ਜੇ ਉਹ ਇਕੱਠੇ ਹੋ ਗਏ ਤੇ ਫਿਰ ਇਕੱਠੇ ਹੋ ਕੇ ਉਹ ਗੱਲਾਂ ਸੋਚਣਗੇ ਵੀ ਸਾਨੂੰ ਕਿੱਥੇ ਕਿੱਥੇ ਸਾਡਾ ਸਿਰ ਮੁੰਨਿਆ ਜਾ ਰਿਹਾ, ਤੇ ਉਹ ਫਿਰ ਉਹ ਜਿਹੜੀਆਂ ਸੀਰਾਂ ਪੈਂਦੀਆਂ ਇਹਨਾਂ ਨੂੰ ਨੱਪਣ ਤੁਰ ਪੈਣਗੇ। ਇਸੇ ਕਰਕੇ ਉਸ ਵਾਲੇ ਪਾਸੇ ਧਿਆਨ ਨਹੀਂ ਜਾਣ ਦਿੱਤਾ ਜਾਂਦਾ। ਹੁਣ ਪਿੰਡ ਦਾ ਸਰਪੰਚ ਹੈ WhatsApp, ਆਮ ਹੀ ਗੱਲਾਂ ਦੇ ਉਹ ਲੈ ਵੀ ਹੁਣ ਫਲਾਨਾ ਬਣ ਗਿਆ ਸਰਪੰਚ, ਵੀ ਉਹ ਲੇੜੂਗਾ ਹੁਣ, ਵੀ ਪਹਿਲਾਂ ਫਲਾਨਾ ਹੁੰਦਾ ਸੀ, ਪਹਿਲਾਂ ਉਹਨੇ ਕੋਠੀ ਪਾ ਲਈ, ਲੈ ਵੀ ਹੁਣ ਫਲਾਨਾ ਬਣਾਓ। ਅੱਛਾ ਅਸੀਂ ਇਹ ਦੱਸਦੇ ਹਾਂ, ਪਰ ਕਦੀ ਇਹ ਸੋਚਦੇ ਨਹੀਂ ਯਾਰ ਇੱਦਾਂ ਕਿਉਂ, ਇਹ ਕਿਉਂ ਹੋਊਗਾ? ਸਰਪੰਚ ਕੋਠੀ ਪਾਉਣ ਲਈ ਥੋੜ੍ਹਾ ਬਣਦਾ। ਜਾਂ ਜੇ ਫਲਾਨਾ ਲੀਡਰ ਹੁਣ ਫਲਾਨੀ ਥਾਂ 'ਤੇ ਲੈ ਵੀ ਫਲਾਨਾ ਜਿੱਤ ਗਿਆ, ਹੁਣ ਫਲਾਨੀ ਦੀ ਸਰਕਾਰ ਆ ਗਈ, ਲੈ ਵੀ ਉਹਨੇ ਬਣਾਉਣਾ ਹੁਣ ਕਾਰੋਬਾਰ। ਫਲਾਨੇ ਦਾ ਮੁੰਡਾ ਪਹਿਲਾਂ ਗੱਡੀ ਚਲਾਉਂਦਾ ਸੀ ਉਹਨਾਂ ਦੀ, ਅੱਜ ਕੱਲ੍ਹ ਉਹਨੇ ਵੀ ਫਲਾਨੀ ਚੀਜ਼ 'ਚ ਹਿੱਸਾ ਪਾ ਲਿਆ, ਲੈ ਵੀ ਹੁਣ ਉਹਦੇ ਕੋਲੋਂ ਵੀ ਆਪਣੀ ਗੱਡੀ ਹੋ ਗਈ। ਅੱਛਾ ਆਪਾਂ ਦੱਸਦੇ ਹਾਂ ਵੀ ਇਹ ਸਾਰਾ ਕੁਛ ਇਹਦੇ ਤੋਂ ਹੁੰਦਾ ਹੈ, ਬਣਦਾ, ਆਪਾਂ ਨੂੰ ਪਤਾ, ਪਰ ਫਿਰ ਵੀ ਆਪਾਂ ਦੱਸਦੇ ਕਿਉਂ? ਆਪਾਂ ਚੁੱਪ ਕਿਉਂ ਆ? ਕਿ ਆਪਾਂ ਨੂੰ ਲੱਗਦਾ ਵੀ ਇਹ ਸਹੀ ਆ, ਆਪਾਂ ਉਹ ਸਾਰੇ ਕੁਛ ਦੇ ਉੱਪਰ ਸੈਂਕਸ਼ਨ ਕਰ ਚੁੱਕੇ ਹਾਂ ਵੀ ਹਾਂ ਭਾਈ ਸਾਡੇ ਵੱਲੋਂ ਅਪਰੂਵਲ ਹੈ, ਕਰੀ ਜਾਓ ਤੁਸੀਂ। ਸੰਧਾਲੀਆ ਸਭ ਕਈ ਚੀਜ਼ਾਂ ਹੁੰਦੀਆਂ। ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਕਿ ਕੁਛ ਸਮੱਸਿਆਵਾਂ ਬਾਹਰੋਂ ਆਉਂਦੀਆਂ ਤੇ ਕੁਛ ਅਸੀਂ ਘਰੋਂ ਪੈਦਾ ਕਰਦੇ ਹਾਂ। ਜਿਹੜੀਆਂ ਘਰੋਂ ਪੈਦਾ ਕਰਦੇ ਘੱਟੋ ਘੱਟ ਉਹ ਬੰਦ ਕਰ ਦਈਏ। ਜੇ ਉਹ ਬੰਦ ਨਾ ਕੀਤੀਆਂ ਤਾਂ ਫਿਰ ਅਸੀਂ ਕਸੂਰਵਾਰ ਹਾਂ। ਇੱਕ ਉਦਾਹਰਣ ਹੈ ਜੀ, ਥਾਣੇ 'ਚ ਪੈਸੇ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ, ਬੜੇ ਪੈਸੇ ਲੱਗਦੇ ਆ ਜੀ, ਸਿਫਾਰਿਸ਼ ਲਿਜਾਣੀ ਪੈਂਦੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਥਾਣੇ ਜਾਣਾ ਕਿਉਂ ਪੈਂਦਾ? ਕੀ ਕਾਰਨ ਹੈ ਕਿ ਅਸੀਂ ਥਾਣੇ ਜਾਂਦੇ ਹਾਂ? ਕਹਾਣੀ ਦਾ ਪਤਾ ਲੱਗੇ ਨਾ। ਸਾਡੀਆਂ 80% ਥਾਣੇ ਜਾਣ ਦੀਆਂ ਗਤੀਵਿਧੀਆਂ ਦੇ ਪਿੱਛੇ ਕਾਰਨ ਕੀ ਹੈ? ਵੱਟ ਪਿੱਛੇ ਲੜ ਪਏ, ਘਰ ਦੇ ਵਿੱਚ ਕੰਧ ਕਿਹਦੀ ਉਹਦੇ ਪਿੱਛੇ ਲੜ ਪਏ, ਕਿਸੇ ਨੇ ਖੰਗੂਰਾ ਮਾਰਿਆ ਉਹਦੇ ਪਿੱਛੇ ਲੜ ਪਏ, ਪੰਚੀ ਸਰਪੰਚੀ ਦਾ ਰੌਲਾ ਉਹਦੇ ਪਿੱਛੇ ਲੜ ਪਏ, ਪੋਲਿੰਗ ਬੂਥ ਕਿੰਨੇ ਕਿੱਥੇ ਲਾਉਣਾ ਸੀ ਉਹਦੇ ਪਿੱਛੇ ਲੜ ਪਏ। ਹੋਰ ਤੁਸੀਂ ਦੱਸੋ ਕਿ ਲੜਾਈ ਕਾਹਦੀ ਹੁੰਦੀ ਹੈ? ਜਾਣੀ ਉਹ ਤੁਹਾਡੇ ਕੋਲੋਂ ਆ ਕੇ ਘਰੋਂ ਖੋਹ ਕੇ ਨਹੀਂ ਲੈ ਜਾਂਦੇ। ਅਸੀਂ ਉੱਥੇ ਜਾਣਾ ਹੀ ਘੱਟ ਕਰ ਦਈਏ ਬਈ। ਅਸੀਂ ਕਿਉਂ ਜਾਂਦੇ ਹਾਂ ਉੱਥੇ? ਸਾਨੂੰ ਜਾਣਾ ਹੀ ਕਿਉਂ ਪਵੇ? ਅਸੀਂ ਆਪਸ ਦੇ ਵਿੱਚ ਛੱਤਰਪੌਲਾ ਹੋਣਾ ਕਿਉਂ ਨਹੀਂ ਛੱਡਦੇ? ਯਾਨੀ ਤੁਸੀਂ ਆਪਦੇ ਪਿੰਡ ਦਾ ਹਿਸਾਬ ਲਾ ਲਓ ਕਿ ਪਿਛਲੇ 6 ਮਹੀਨਿਆਂ 'ਚ ਜਾਂ ਪਿਛਲੇ 1 ਸਾਲ ਦੇ ਵਿੱਚ ਜਿੰਨੀ ਵਾਰੀ ਵੀ ਪਿੰਡ ਦੇ ਲੋਕਾਂ ਨੂੰ ਕਿਤੇ ਥਾਣੇ ਜਾਣਾ ਪਿਆ, ਚਲੋ ਮੋਬਾਈਲ ਗੁੰਮ ਹੋ ਜਾਵੇ ਮੰਨਿਆ, ਕੋਈ ਹੋਰ ਜਿਹੜੀ ਸਰਕਾਰੀ ਤੌਰ ਤੇ ਰਜਿਸਟ੍ਰੇਸ਼ਨ ਕਰਾਉਣੀ ਹੈ ਮੰਨਿਆ, ਜਿੱਥੇ ਥਾਣੇ ਦੀ ਪ੍ਰਕਿਰਿਆ 'ਚ ਲੰਘਣਾ ਪੈਣਾ ਮੰਨਿਆ, ਪਰ ਅਸੀਂ ਝਗੜੇ ਲੈ ਕੇ ਕਿਉਂ ਜਾਈਏ? ਕਿਹਨੂੰ ਨਹੀਂ ਪਤਾ ਹੁੰਦਾ ਕਿ ਭਾਈ ਆ ਬੰਨਾ ਕਿਹਦਾ? ਕਿਹਨੂੰ ਨਹੀਂ ਪਤਾ ਹੁੰਦਾ ਕਿ ਟਾਲੀ ਕਿਹਨੇ ਲਾਈ ਹੈ? ਕਿਹਨੂੰ ਨਹੀਂ ਪਤਾ ਹੁੰਦਾ ਕਿ ਗਲੀ? ਅੱਧੇ ਪਿੰਡਾਂ ਦੇ ਵਿੱਚ ਇਸੇ ਗੱਲ ਦੀ ਲੜਾਈ ਹੈ ਕਿ ਘਰਾਂ ਦੇ ਬਾਹਰ ਗੇਟ ਤੋਂ ਬਾਹਰ ਥੜੀਆਂ ਬਾਹਰ ਨੂੰ ਕੱਢੀਆਂ। ਕਿਸੇ ਦੀ ਮਜਬੂਰੀ ਹੋ ਸਕਦੀ ਹੈ ਤੇ ਕਿਸੇ ਦੀ ਧੌਂਸ ਹੋ ਸਕਦੀ ਹੈ। ਉਸੇ ਗੱਲ ਦੇ ਲਈ ਤਹਿਸੀਲਦਾਰ ਸਾਹਿਬ ਵੀ ਉੱਥੇ, BDPO ਸਾਹਿਬ ਵੀ ਉੱਥੇ, ਤਾਂ ਫਿਰ ਥਾਣੇਦਾਰ ਸਾਹਿਬ ਨੇ ਤਾਂ ਪੁੱਛਣ ਵੱਟ ਦੇਣਾ ਹੀ ਆ ਭਾਈ। ਅਸੀਂ ਆਪ ਜਦ ਆਪਣੀ ਜੇਬ ਉਹਨਾਂ ਦੇ ਮੂਹਰੇ ਖੋਲ ਕੇ ਆ ਕਰ ਦੇਣੀ ਆ ਕਿ ਸਾਡੇ ਹੱਕ 'ਚ ਹੋਣਾ ਚਾਹੀਦਾ, ਨਹੀਂ ਤਾਂ ਗੱਲ ਕੋਈ ਨਹੀਂ। ਪੈਸੇ ਜਿੰਨੇ ਮਰਜ਼ੀ ਲੱਗ ਜਾਣ, ਆ ਜਿੰਨੀ ਦੇਰ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਵਾਲੀ ਗੱਲ ਨਹੀਂ ਜਾਂਦੀ ਨਾ, ਫਿਰ ਉਨੀ ਦੇਰ ਤਾਂ ਸੋਚਣਾ ਪਊਗਾ। ਆਪਣਾ ਇੱਕ ਤਜਰਬਾ ਦੱਸਦਾ ਤੁਹਾਨੂੰ, ਬਹੁਤ ਸਾਲ ਪੁਰਾਣਾ। ਬੈਠਿਆਂ ਨਾ ਥਾਣੇ ਦੇ ਵਿੱਚ ਬਾਹਰੋਂ ਇੱਕ ਭਾਈ ਸਾਹਿਬ ਆਏ, ਉਹਨੇ ਜੇਬ 'ਚੋਂ ਦਰਖਾਸਤ ਕੱਢੀ, ਕਾਗਜ਼ ਜਿਹਾ ਕੱਢਿਆ, ਕਿਸੇ ਦਾ ਦਿੱਤਾ ਹੋਊਗਾ। ਕਹਿੰਦਾ ਫਲਾਣਾ ਕੀ ਕਰਦਾ ਓਏ? ਕਹਿੰਦਾ ਵਿਹਲਾ ਹੀ ਆ, ਆਹ ਫੜ ਫਿਰ ਮਾਮਾ 500 ਪੱਕਾ ਹੀ। ਉਹ ਨਹੀਂ 500 ਵਾਲੀ ਰਹਿਣ ਦੇ ਯਾਰ, ਮੈਂ ਤਾਂ 1500 ਵਾਲੀ ਹੁਣੇ ਮੋੜੀ ਹੈ। ਉਹ ਗੱਲਾਂ ਉਹਨਾਂ ਦੀਆਂ ਅੰਦਰ ਇੱਦਾਂ ਚੱਲਦੀਆਂ। ਹੁਣ 500 ਵਾਲੀ ਕੀ ਤੇ 1500 ਵਾਲੀ ਕੀ? ਮਤਲਬ ਇਹ ਵੀ ਕਿਹੋ ਜਿਹਾ ਝਗੜਾ, ਕਿਹੋ ਜਿਹੇ ਲੋਕਾਂ ਨੇ ਸ਼ਿਕਾਇਤ ਕੀਤੀ ਆ ਤੇ ਕਿੰਨੇ ਕੁ ਪੈਸੇ ਉਹਦੇ 'ਚੋਂ ਬਣ ਸਕਦੇ ਆ। ਇਹ ਚਰਚਾਵਾਂ ਜੇ ਉੱਥੇ ਚੱਲਦੀਆਂ ਹੋਣਗੀਆਂ ਤਾਂ ਤੁਸੀਂ ਆਪ ਅੰਦਾਜ਼ਾ ਲਾਓ ਵੀ ਕਿੰਨੇ ਕੁ ਤੁਸੀਂ ਆਸ ਕਰ ਸਕਦੇ ਹੋ ਵੀ ਇਹ ਜੋ ਜਿੱਧਰ ਨੂੰ ਜਾ ਰਿਹਾ ਤੰਤਰ, ਇਹ ਬਹੁਤ ਵਧੀਆ ਚੱਲੂਗਾ। ਪਰ ਇੱਕ ਗੱਲ ਹੈਗੀ ਆ ਬਾਠ ਸਾਹਿਬ, ਇਹ ਸਾਰੇ ਕੁਛ ਨੂੰ ਜੇ ਕੋਈ ਠੀਕ ਕਰ ਸਕਦਾ ਨਾ ਤਾਂ ਲੋਕ ਕਰ ਸਕਦੇ ਨੇ। ਪਹਿਲਾਂ ਇੱਕ ਉਦਾਹਰਨ ਹੁੰਦੀ ਸੀ, ਉਹ ਕਹਾਣੀ ਸ਼ਾਇਦ ਅਜੇ ਵੀ ਕਿਤੇ ਨਿੱਕੇ ਨਿਆਣਿਆਂ ਨੂੰ ਪੜ੍ਹਾਉਂਦੇ ਹੋਣ ਵੀ ਇੱਕ ਬੁੱਢਾ ਸੀ, ਉਹਦੇ 4 ਨਿਆਣੇ ਸੀ, ਉਹ ਆਪਸ 'ਚ ਰਲ ਕੇ ਨਹੀਂ ਸੀ ਬਹਿੰਦੇ। ਫਿਰ ਉਹਨੇ ਲੱਕੜਾਂ ਜਿਹੀਆਂ ਲਿਆਂਦੀਆਂ, ਫਿਰ ਲੱਕੜਾਂ ਨੂੰ ਨਹਿ ਕੱਲੀ ਤੋੜੋ, ਉਹਨਾਂ ਨੇ ਤੋੜਤੀ, ਫਿਰ ਉਹਨੇ ਗੱਠ ਬੰਨ੍ਹਤੀ, ਕਹਿੰਦਾ ਹੁਣ ਤੋੜੋ, ਉਹ ਟੁੱਟੀ ਨਾ। ਫਿਰ ਉਹਨੇ ਸਮਝਾਇਆ ਇੱਕੇ 'ਚ ਬਰਕਤ ਹੁੰਦੀ ਹੈ। ਮੇਰੇ ਖਿਆਲ ਨਾਲ ਉਹ ਕਹਾਣੀ ਤਾਂ ਸ਼ਾਇਦ ਹੋ ਸਕਦਾ ਲੋਕਾਂ ਨੂੰ ਇੱਦਾਂ ਲੱਗਦਾ ਹੋਵੇ ਵੀ ਪਤਾ ਨਹੀਂ ਕਿਸੇ ਨੇ ਲਿਖੀ ਹੋਊਗੀ ਸਮਝਾਉਣ ਲਈ, ਪਰ ਹੁਣ ਤਾਂ ਪੰਜਾਬ ਦੀ ਧਰਤੀ 'ਤੇ ਵਾਪਰ ਗਿਆ। ਹੁਣ 30-31 ਕਿਸਾਨ ਜਥੇਬੰਦੀਆਂ ਜਿਹੜੀਆਂ, ਉਹਨਾਂ ਨੇ ਜਿਸ ਹਿਸਾਬ ਨਾਲ ਏਕਾ ਕਰਕੇ ਤੇ ਇੰਨਾ ਲੰਮਾ ਸੰਘਰਸ਼ ਚਲਾਤਾ, ਉਸ ਸਾਰੇ ਕੁਛ ਤੋਂ ਮੇਰੇ ਖਿਆਲ ਨਾਲ ਇੱਕ ਉਦਾਹਰਨ 'ਤੇ ਲੈ ਲੈਣੀ ਚਾਹੀਦੀ ਹੈ ਨਾ ਵੀ ਯਾਰ ਉਹ ਬੰਦੇ
ਜਿਹੜੇ ਕਿ ਇਸ ਵਕਤ ਇਕੱਠੇ ਹੋਏ ਨੇ, ਹੈ ਵੱਖ-ਵੱਖ ਜਥੇਬੰਦੀਆਂ ਨੇ ਪੂਰੇ ਪੰਜਾਬ 'ਚੋਂ, ਵੱਖ-ਵੱਖ ਪਿੰਡਾਂ ਨੂੰ ਬਿਲੋਂਗ ਕਰਦੇ ਨੇ, ਉਹਨਾਂ ਦੇ ਵੀ ਉਸੇ ਤਰ੍ਹਾਂ ਦੇ ਘਰ ਨੇ, ਉਸੇ ਤਰ੍ਹਾਂ ਦੀਆਂ ਸੋਚਾਂ ਨੇ, ਉਸੇ ਤਰ੍ਹਾਂ ਦੀਆਂ ਲੋੜਾਂ ਨੇ, ਉਸੇ ਤਰ੍ਹਾਂ ਦੀਆਂ ਮੁਸ਼ਕਲਾਂ ਨੇ। ਜੇ ਉਹ ਇੱਕ ਸੰਘਰਸ਼ ਇਕੱਠਿਆਂ ਚਲਾਇਆ ਜਾ ਸਕਦਾ ਕਿ ਰਾਜਨੀਤਿਕ ਪਾਰਟੀਆਂ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪੈ ਗਿਆ ਵੀ ਯਾਰ ਇਹਨਾਂ 'ਚ ਏਕਾ ਹੈਗਾ, ਤੇ ਫਿਰ ਇਹਦਾ ਮਤਲਬ ਆਪਾਂ ਇਕੱਠੇ ਹੋ ਸਕਦੇ ਹਾਂ ਬਹੁਤ ਸਾਰੇ ਮਸਲਿਆਂ ਦੇ ਉੱਪਰ, ਕਿ ਨਹੀਂ? ਬਿਲਕੁਲ ਸੰਧਾਲੀਆ ਸਾਹਿਬ, ਇਹ ਇੱਕ ਐਸਾ ਮਸਲਾ ਹੈ, ਪਿੰਡ ਇਕੱਠਾ ਹੋ ਜਾਵੇ, ਇਲੈਕਸ਼ਨ ਆਪੇ ਸਸਤੀ ਹੋ ਜੂ। ਜਦੋਂ ਤੁਸੀਂ ਇਕੱਠੇ ਹੋ ਗਏ, ਤੁਸੀਂ ਸਾਰਿਆਂ ਨੂੰ ਕਹਿਤਾ ਜੀ 4 ਵਜੇ ਇੰਨੀ ਤਰੀਕ ਨੂੰ ਅਸੀਂ ਇੱਥੇ ਬਹਿਣਾ, ਸਾਰੇ ਲੀਡਰ ਆ ਕੇ ਆਪੋ ਆਪਣਾ ਭਾਸ਼ਣ ਦੇ ਕੇ ਚਲੋ ਜਾਓ, ਮੁੜ ਕੇ ਸਾਡੇ ਪਿੰਡ ਵੱਲੋਂ ਆਉਣ ਦੀ ਲੋੜ ਕੋਈ ਨਹੀਂ, ਅਸੀਂ ਦੇਖਾਂਗੇ ਵੋਟ ਕਿਹਨੂੰ ਪਾਉਣੀ ਆ। ਇਹਦੇ ਤੋਂ ਬਿਨਾਂ ਜਦੋਂ ਇਕੱਠੇ ਹੀ ਹੋ ਗਏ, ਫਿਰ ਕਿਹਦੇ ਘਰ ਦੇ ਮੋਹਰ ਦੀ ਜਾਗੋ ਦੇ ਵਿੱਚ ਕੌਣ ਜ਼ਿਆਦਾ ਉੱਚੀ ਬੋਲ ਕੇ ਗਿਆ, ਫਿਰ ਤਾਂ ਰੌਲਾ ਹੀ ਨਹੀਂ ਪੈਣਾ, ਫਿਰ ਤਾਂ ਵੱਟ ਬੰਨੇ ਤਾਂ ਰੌਲਾ। ਗੱਲ ਇੰਨੀ ਕੀ ਹੁੰਦੀ ਆ, ਅਸੀਂ ਅੱਗ ਲਾ ਕੇ ਉਹਨੂੰ ਵਧਾਉਣੇ ਆ, ਤੇ ਮੁੜ ਕੇ ਕਈਆਂ ਨੂੰ ਤਾਂ ਖਾਣ ਪੀਣ ਹੀ ਉੱਥੋਂ ਚੱਲਦਾ ਕਿ ਜਿੰਨੇ ਪਿੰਡ 'ਚੋਂ ਕੇਸ ਥਾਣੇ ਜਾਣਗੇ ਉਨਾ ਹੀ ਉਹਦਾ ਚੁੱਲ੍ਹਾ ਜਿਹੜਾ ਵੱਧ ਮਗਣਾ। ਉਹਨਾਂ ਗੱਲਾਂ ਤੋਂ ਬਚ ਗਿਆ। ਮੈਂ ਸੰਧਾਲੀਆ ਸਾਹਿਬ ਇਹ ਕਹਿਣਾ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਤੁਸੀਂ ਬਹੁਤ ਸਿਆਣੇ ਹੋ, ਤੁਸੀਂ ਬਹੁਤ ਵਾਰੀ ਬਹੁਤ ਵੱਡੇ ਵੱਡੇ ਮਸਲੇ ਹੱਲ ਕਰਤੇ। ਇੱਕੋ ਜੋ ਆਪਣੇ ਝਗੜੇ ਜਿਹੜੇ ਕਰਨੇ, ਐਵੇਂ ਜਿਹੜੀ ਫੂਫਾਂ ਵਾਲੀ ਗੱਲ ਆ ਉਹਨੂੰ ਬੰਦ ਕਰ ਦਿਓ। ਲੰਬੜਦਾਰੀ ਲਈ, ਸਰਪੰਚੀ ਲਈ, ਸਿਆਸੀ ਲੀਡਰਾਂ ਪਿੱਛੇ, ਡੇਰਿਆਂ ਪਿੱਛੇ, ਜਾਤਾਂ ਧਰਮਾਂ ਪਿੱਛੇ ਲੜਨਾ ਬੰਦ ਕਰ ਦਿਓ। ਕਈ ਵਾਰੀ ਤਾਂ ਗੁਰੂ ਘਰਾਂ ਦੀਆਂ ਪ੍ਰਧਾਨਗੀਆਂ ਲਈ ਅਸੀਂ ਥਾਣੇ ਪੁੱਜੇ ਹੁੰਦੇ ਆ। ਕਾਹਦੇ ਲਈ ਬਈ? ਅਸੀਂ ਆਪ ਜਾ ਕੇ ਕਹਿੰਦੇ ਹੁੰਦੇ ਨੇ ਕਿ ਆਪਦਾ ਝੱਗਾ ਚੱਕਿਓ, ਆਪਣਾ ਹੀ ਢਿੱਡ ਨੰਗਾ ਹੁੰਦਾ। ਉਹ ਕੰਮ ਹੁਣ ਆਪਾਂ ਛੱਡ ਦੇਣਾ, ਕਿਉਂਕਿ ਸਾਰੇ ਇੱਕੋ ਜਿਹਾ, ਸਾਰਿਆਂ ਨੂੰ ਪਤਾ ਕਿ ਇਹਦੇ ਮਾਮੇ ਕਿੱਥੇ, ਕਿਹਦੀਆਂ ਮਾਸੀਆਂ ਤੇ ਭੂਆ ਕਿੱਥੇ ਆ, ਕੋਈ ਲੁਕਿਓ ਨਹੀਂ ਹੈਗੇ। ਉਹਨਾਂ ਗੱਲਾਂ ਨੂੰ ਜੇ ਛੱਡ ਦਈਏ ਤਾਂ ਜਿੱਥੇ ਕਿਤੇ ਜੇ ਕਿਸੇ ਤੋਂ ਕੋਈ ਉੱਨ ਲਾਉਣ ਦੀ ਕੋਸ਼ਿਸ਼ ਕਰਦਾ ਉਸ ਤਰ੍ਹਾਂ ਨਾਲ ਕਿ ਭਾਈ ਮੈਂ ਬੰਦਾ ਸਾਰਾ ਹੀ ਮੁੱਲ ਲੈਣਾ, ਇੰਨੀ ਰਿਸ਼ਵਤ ਲੈਣੀ ਆ, ਅਸੀਂ ਇਕੱਠੇ ਕਿਉਂ ਨਹੀਂ ਹੁੰਦੇ? ਸੜਕ ਰੋਕਣ ਦੀ ਲੋੜ ਨਹੀਂ, ਅਗਲਿਆਂ ਨੂੰ ਇੱਕ ਵਾਰੀ ਪਤਾ ਲੱਗ ਗਿਆ ਨਾ ਕਿ ਫਲਾਣੇ ਪਿੰਡ ਵਾਲੇ ਐਂ ਕਰਦੇ ਆ, ਕੋਈ ਜੁਰਤ ਨਹੀਂ ਕਰਦਾ, ਹਿੰਮਤ ਨਹੀਂ ਕਰਦਾ, ਇੱਦਾਂ ਕਹਿੰਦੇ ਯਾਰ ਉਹਨੂੰ ਲਿਆ ਪਹਿਲਾਂ, ਉਹਨੂੰ ਤੋੜ, ਬਾਕੀਆਂ ਨੂੰ ਬਾਅਦ 'ਚ ਮੁੱਲ ਲੈਣੇ ਆ। ਉਹ ਜਦੋਂ ਉਹਨੂੰ ਤੋੜ ਵਾਲੀ ਗੱਲ ਹੋ ਗਈ ਨਾ, ਸਮਝ ਲਓ ਕੰਮ ਸੂਤ ਆ ਜਾਣਾ। ਮੇਰੇ ਖਿਆਲ ਨਾਲ ਪਿੰਡਾਂ ਥਾਵਾਂ 'ਤੇ ਆਪਾਂ ਹਰੇਕ ਪਿੰਡ 'ਚ ਹੀ ਦੇਖ ਲਈਏ 3-4 ਤਰ੍ਹਾਂ ਦੀਆਂ ਕਮੇਟੀਆਂ ਜ਼ਰੂਰ ਹੁੰਦੀਆਂ ਨੌਜਵਾਨਾਂ ਦੀਆਂ ਬਣੀਆਂ। ਇੱਕ ਸਪੋਰਟਸ ਕਲੱਬ ਹੁੰਦਾ ਜਿਨ੍ਹਾਂ ਦਾ ਕੰਮ ਹੁੰਦਾ ਜੀ ਫਲਾਨੀ ਤਰ੍ਹਾਂ ਦੀਆਂ ਖੇਡਾਂ ਖੇਡਣੀਆਂ ਜਾਂ ਟੂਰਨਾਮੈਂਟ ਕਰਾਉਣੇ ਆ। ਇੱਕ ਫਲਾਨੀ ਕੋਈ ਜਥੇਬੰਦੀ ਬਣੀ ਆ, ਉਹ ਪਿੰਡ ਦੇ ਵਿੱਚ ਯਾਰ ਕੋਈ ਵੱਟ ਬੰਨੇ ਦੀ ਗੱਲ ਹੋਵੇ, ਕੋਈ ਕੱਚਾ ਪਾਇਆ ਉਹਨੂੰ ਦਰੁਸਤ ਕਰਾਉਣਾ ਜਾਂ ਕੋਈ ਫੁੱਲ ਬੂਟੇ ਲਾਉਣੇ ਆ, ਉਹ ਕੰਮ ਕਰਾਉਂਦੇ ਆ। ਜਾਂ ਫਿਰ ਜੀ ਫਲਾਨੀ ਜਥੇਬੰਦੀ ਹੈ ਜੀ, ਉਹ ਧਾਰਮਿਕ ਬੜੇ ਬਿਰਤੀ ਵਾਲੇ ਨੇ, ਅਤੇ ਉਹ ਲੰਗਰ ਦੀ ਸੇਵਾ ਕਰਦੇ, ਉਹ ਫਲਾਣੇ ਟਾਈਮ 'ਤੇ ਫਲਾਨੀ ਜਗ੍ਹਾ 'ਤੇ ਲੰਗਰ ਲਾਉਂਦੇ ਆ। ਜੇ ਆਪਾਂ ਉਹ ਜਥੇਬੰਦੀਆਂ ਬਣਾ ਸਕਦੇ ਹਾਂ, ਅਤੇ ਇੱਕ ਅੱਧੀ ਜਥੇਬੰਦੀ ਆਪਾਂ ਭ੍ਰਿਸ਼ਟਾਚਾਰ ਦੇ ਵਿਰੋਧ ਵਾਲੀ ਵੀ ਬਣਾ ਲਈਏ ਕਿ ਵੀ ਯਾਰ ਪਿੰਡ 'ਚੋਂ ਆਹ 10-15 ਬੰਦੇ ਨੇ ਜਿਨ੍ਹਾਂ ਦਾ ਕੰਮ ਹੈ ਵੀ ਕੋਈ ਵੀ ਐਪਲੀਕੇਸ਼ਨ ਉਹਨਾਂ ਦੇ ਕੋਲ ਚਲੀ ਜਾਵੇ ਵੀ ਫਲਾਣੇ ਥਾਂ 'ਤੇ ਸਾਡੇ ਜਾਇਜ਼ ਕੰਮ ਲਈ ਪੈਸੇ ਮੰਗੇ ਜਾ ਰਹੇ, ਅਤੇ ਇੰਨੀ ਕੁ ਲੜਾਈ 'ਤੇ ਆਪਾਂ ਕਰ ਹੀ ਸਕਦੇ ਨਾ। ਜੇ ਆਪਾਂ ਆਪਣੇ ਪਿੰਡ ਦੇ ਹੋਰਨਾਂ ਕੰਮਾਂ ਦੇ ਲਈ ਸਮਾਂ ਕੱਢ ਸਕਦੇ ਹਾਂ, ਅਤੇ ਆਪਾਂ ਇੰਨੀ ਕੁ ਲੜਾਈ 'ਤੇ ਕਰ ਹੀ ਸਕਦੇ ਹਾਂ। ਅਤੇ ਆਪਾਂ ਨੂੰ ਕੋਈ ਇਹ ਨਹੀਂ ਆ ਵੀ ਤਹਿਸੀਲ ਵੀ ਆਪਾਂ ਨੂੰ ਪਤਾ ਕਿਹੜੀ ਪੈਂਦੀ, ਉੱਥੇ ਬਾਊ ਕਿਹੜਾ ਬਹਿੰਦਾ ਉਹ ਵੀ ਪਤਾ ਲੱਗ ਜਾਣਾ, ਅਤੇ ਉਸ ਬਾਊ ਨੂੰ 1-2 ਵਾਰ ਜਾਣ ਤੋਂ ਬਾਅਦ ਚਾਨਣ ਵੀ ਹੋ ਜਾਣਾ ਵੀ ਫਲਾਨਾ ਪਿੰਡ ਹੈ, ਫਲਾਨੇ ਪਿੰਡ ਦੇ ਆਹ 10 ਬੰਦੇ, ਅਤੇ ਉਹ ਬੰਦੇ ਕੰਮ ਕੀ ਕਹਿੰਦੇ ਆ ਵੀ ਜਾਇਜ਼ ਕੰਮ ਹੈ, ਜਾਇਜ਼ ਤਰੀਕੇ ਨਾਲ ਕਰਨਾ, ਰੁਪਈਆ ਨਾ ਅਸੀਂ ਦੇਣਾ ਅਤੇ ਨਾ ਤੂੰ ਮੰਗਣਾ। ਉਹ ਇੱਕ ਵਾਰ ਥੋੜ੍ਹਾ ਜਿਹਾ ਸ਼ੁਰੂਆਤ ਕਰਨ ਦੀ ਲੋੜ ਹੈ। ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਇਹ ਦੀਵਾ ਜਗੇਗਾ ਜ਼ਰੂਰ, ਸਿਰਫ ਆਪਾਂ ਆਪਣੇ ਆਪਣੇ ਬਨੇਰੇ 'ਤੇ ਰੱਖ ਲਈਏ। ਮੈਂ ਉਦਾਹਰਨ ਕਈ ਵਾਰਾਂ ਦਿੱਤੀ ਆ, ਦੀਵਾਲੀ ਲੰਘ ਕੇ ਗਈ, ਕਿ ਦੀਵਾਲੀ ਦੀ ਰਾਤ ਜੇ ਕੋਠੇ ਚੜ੍ਹ ਕੇ ਵੇਖੀਏ ਤਾਂ ਸਾਰਾ ਪਿੰਡ ਆਪਾਂ ਨੂੰ ਜਗਮਗ ਕਰਦਾ ਹੁੰਦਾ, ਪਰ ਤੁਸੀਂ ਇਹ ਦੇਖੋ ਵੀ ਆਪਾਂ ਦੀਵਾ ਸਿਰਫ ਆਪਣੀ ਕੰਧ 'ਤੇ ਜਾਂ ਆਪਣੇ ਬਨੇਰੇ 'ਤੇ ਰੱਖਦੇ ਹਾਂ, ਆਪਾਂ ਕਿਸੇ ਦੇ ਕੋਠੇ 'ਤੇ ਰੱਖਣ ਨਹੀਂ ਜਾਂਦੇ। ਅਤੇ ਜੇ ਆਪਾਂ ਆਪਣੇ ਪਿੰਡ ਤੋਂ ਸ਼ੁਰੂਆਤ ਕਰ ਲਵਾਂਗੇ ਤਾਂ ਹੌਲੀ ਹੌਲੀ ਇਹ ਜਿਹੜੀ ਚਿਣਗ ਹੈ ਉਹ ਪੂਰੇ ਪੰਜਾਬ 'ਚ ਫੈਲ ਸਕਦੀ ਹੈ। ਅਤੇ ਜੇ ਆਪਾਂ ਇੱਕ ਵਾਰ ਕਿੰਤੂ ਕਰਨ ਦੀ ਆਦਤ ਪਾਵਾਂਗੇ ਵੀ ਕਾਹਦੇ ਪੈਸੇ ਹੋਏ, ਅਤੇ ਅੱਜ ਨਹੀਂ ਕੱਲ੍ਹ ਇਹਨੂੰ ਫਰਕ ਪਏਗਾ। ਜੀ ਬਾਠ ਸਾਹਿਬ। ਜੀ ਬਿਲਕੁਲ ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਦਰੁਸਤ ਹੈ, ਅਤੇ ਜ਼ਰੂਰ ਇਸ ਗੱਲ ਨੂੰ ਪੰਜਾਬੀ ਜਿਹੜੇ ਉਹ ਸਮਝਣਗੇ ਜ਼ਰੂਰ, ਕਿਉਂਕਿ ਇੱਕ ਗੱਲ ਮੰਨ ਕੇ ਚੱਲਿਓ, ਇਹ ਹੋ ਨਹੀਂ ਸਕਦਾ ਸ਼ਬਦ ਆਪਣੇ ਜ਼ਿਹਨ ਦੇ ਵਿੱਚੋਂ ਕੱਢ ਦਿਓ। ਪੰਜਾਬੀਆਂ ਨੇ ਹਮੇਸ਼ਾ ਅਗਵਾਈ ਕੀਤੀ ਹੈ, ਪੰਜਾਬੀ ਹਮੇਸ਼ਾ ਅੱਗੇ ਰਹੇ ਹੈ। ਮਾੜਾ ਜਿਹਾ ਹਲੂਣਾ ਦੇਣ ਦੀ ਲੋੜ ਹੈ, ਤੁਸੀਂ ਸ਼ੁਰੂਆਤ ਕਰੋ, ਪੰਜਾਬੀ ਤੁਹਾਡੇ ਪਿੱਛੇ ਤੁਰਨਗੇ। ਬਿਲਕੁਲ ਜੀ ਬਾਠ ਸਾਹਿਬ, ਤੁਸੀਂ ਸਮਾਂ ਕੱਢਿਆ ਜੀ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਅਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਨ ਜੀ। ਸਾਡੀਆਂ ਗੱਲਾਂ 'ਚ ਤੁਹਾਨੂੰ ਕੁਛ ਵੀ ਚੰਗਾ ਲੱਗਿਆ ਹੋਵੇ ਤਾਂ ਜ਼ਰੂਰ ਇਹਨਾਂ ਪ੍ਰੋਗਰਾਮਾਂ ਨੂੰ ਅੱਗੇ ਸ਼ੇਅਰ ਕਰਿਆ ਕਰੋ, ਇਹ ਗੱਲਾਂ ਬਾਤਾਂ ਅੱਗੇ ਤੱਕ ਪਹੁੰਚਾਇਆ ਕਰੋ। ਅਤੇ ਜੇ ਅੱਜ ਅਸੀਂ ਇਹ ਗੱਲ ਕੀਤੀ ਆ ਤਾਂ ਅੱਗੇ ਵੀ ਅਸੀਂ ਕਰਦੇ ਰਹਾਂਗੇ। ਜੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਆਪਣੇ ਉਹ ਵੀ ਕਮੈਂਟ ਜ਼ਰੂਰ ਕਰ ਦੇਣੇ, ਅਤੇ ਜੇ ਆਪਾਂ ਇਹੋ ਜਿਹੀ ਕੋਈ ਸ਼ੁਰੂਆਤ ਆਉਣ ਵਾਲੇ ਦਿਨਾਂ 'ਚ ਕਰੀਏ ਤਾਂ ਉਹ ਵੀ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ, ਤਾਂ ਜੋ ਆਪਾਂ ਉਦਾਹਰਨ ਹੋਰਨਾਂ ਲੋਕਾਂ ਦੇ ਨਾਲ ਸਾਂਝੀ ਕਰੀਏ ਕਿ ਫਲਾਣੇ ਪਿੰਡ ਨੇ ਇਹੋ ਜਿਹੀ ਸ਼ੁਰੂਆਤ ਕਰ ਲਈ ਆ ਵੀ ਉਹਨਾਂ ਦੇ ਪਿੰਡ 'ਚੋਂ ਕੋਈ ਜੇ ਕੋਈ ਜਾਇਜ਼ ਕੰਮ ਦੇ ਲਈ ਵੀ ਰਿਸ਼ਵਤ ਮੰਗਦਾ ਅਤੇ ਅਗਲੇ ਬੰਦੇ ਖੜ੍ਹ ਜਾਂਦੇ ਆ ਵੀ ਭਾਈ ਇਹੋ ਜਿਹਾ ਕੰਮ ਨਹੀਂ ਹੋਣ ਦੇਣਾ। ਇਹ ਜਿੱਧਰ ਨੂੰ ਵਗ ਪਿਆ ਕੰਮ, ਇਹਨੂੰ ਰੋਕਣਾ ਪੈਣਾ, ਨੱਕਾ ਲਾਉਣਾ ਪੈਣਾ, ਅਤੇ ਪੰਜਾਬੀ ਨੱਕਾ ਲਾਉਣਾ ਜਾਣਦੇ ਆ। ਇਸ ਦੇ ਨਾਲ ਹੀ ਇਜਾਜ਼ਤ ਦਿਓ ਜੀ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।